ਲਾਹੌਰ ਦੇ 12 ਦਰਵਾਜ਼ਿਆਂ ਦਾ ਕੀ ਕਨਸੈਪਟ? ਇਹ ਤੇ ਅਕਬਰ ਨੇ ਬਣਾਏ ਨੇ। ਇਹ ਟ੍ਰੈਡੀਸ਼ਨ ਵੀ ਸੈਂਟਰਲ ਏਸ਼ੀਆ ਦੀ ਹੈ। ਬਗਦਾਦ ਇਹਨਾਂ ਸਾੜ ਕੇ ਤਬਾਹ ਕਰਕੇ ਉਹ ਰੱਖ ਦਿੱਤਾ। ਇਹਨਾਂ ਦੀ ਬੜੀ ਭੈੜੀ ਰਸਮ ਸੀ। ਇਹ ਖੋਪੜੀ ਵਿੱਚ ਬਰੂਦ ਭਰ ਕੇ ਉਹਨੂੰ ਪਟਾਕੇ ਚਲਾਉਂਦੇ ਸੀ। ਉਹ ਕਹਿੰਦੇ ਨੇ ਕਿ ਜੀ ਜਿਹੜਾ ਵੀ ਬਾਹਰੋਂ ਹਮਲਾਵਰ ਆਇਆ ਇਹਨਾਂ ਨੇ ਹੱਥ ਖੋਲ ਕੇ ਵੈਲਕਮ ਕਰਤਾ। ਮਹਿਮੂਦ ਨੇ 17 ਹਮਲੇ ਕੀਤੇ ਨੇ ਤੇ ਉਹ ਕਿੰਨਾ ਡੱਕੇ ਨੇ ਪੰਜਾਬੀਆਂ। ਰਣਜੀਤ ਸਿੰਘ ਵਾਕਈ ਇਸ ਲੈਂਡ ਦਾ ਹੀਰੋ ਸੀ। ਸਾਰਾ ਫਰੰਟੀਅਰ, ਸਾਰਾ ਪੰਜਾਬ ਉਹਦੇ ਕਬਜ਼ੇ ਵਿੱਚ ਸੀ। ਉਹਦੀ ਸਟੇਟ ਬਹੁਤ ਵੱਡੀ ਇੰਪਾਇਰ ਬਣ ਗਈ ਸੀ। ਲਾਹੌਰ ਦੀਆਂ ਵੱਡੀਆਂ ਜ਼ਾਤਾਂ ਨੇ, ਓਰੀਜਨਲ ਜ਼ਾਤਾਂ ਨੇ, ਉਹ ਕਿਹੜੀਆਂ ਨੇ? ਲਾਹੌਰ ਜਰਾਈ ਨੇ ਤੇ ਕਸ਼ਮੀਰੀ ਨੇ ਜ਼ਿਆਦਾ। ਸਾਡਾ ਜਿਹੜਾ ਹੈਗਾ ਕਲਚਰ, ਜਿਹਨੂੰ ਲਾਹੌਰ ਦਾ ਕਲਚਰ ਕਿਹਾ ਜਾਂਦਾ, ਉਹ ਕੀ ਹੈ? ਲਾਹੌਰੀਏ ਕੀ ਕਰਦੇ ਹੁੰਦੇ ਸੀ, ਉਹਨਾਂ ਸਿਰ ਅੱਗੇ ਕਰਕੇ ਤੇ ਧੋ ਲੈਂਦੇ ਸੀ ਤੇ ਉਹਦਾ ਨਾਂ ਉਹਨਾਂ ਰੱਖ ਲਿਆ ਲਾਹੌਰੀ ਨਹਾਣਾ ਹੋ ਗਿਆ। ਕਸ਼ਮੀਰੀ ਘਾਟੀ, ਕਸ਼ਮੀਰੀ ਗੇਟ। ਅਲਾਮਾ ਇਕਬਾਲ ਇੱਥੇ ਆਪਣੀ ਨਜ਼ਮਾਂ ਪੜ੍ਹਦੇ ਹੁੰਦੇ ਸੀ। ਅਕਬਰੀ ਤੋਂ ਬਾਅਦ ਸ਼ਾਲਵੀ ਜਿਹੜਾ ਨਾ, ਇਹਦਾ ਅਸਲੀ ਨਾਂ ਜਿਹੜਾ ਸੀ ਬੇਰੀ ਵਾਲਾ ਦਰਵਾਜ਼ਾ। ਮਸਤੀ ਜਿਹੜਾ ਨਾ, ਇਹ ਅਸਲ ਵਿੱਚ ਮਸਜਿਦੀ ਗੇਟ ਯੱਕਾ, ਕਿਉਂਕਿ ਇੱਥੇ ਯੱਕਿਆਂ ਦੀ ਮਾਰਕੀਟ ਸੀ। ਇਹ ਅਸਲ ਵਿੱਚ ਜ਼ਕੀ ਗੇਟ ਸੀ। ਲਾਹੌਰ ਮੁਕੰਮਲ ਤੌਰ ਤੇ ਜਲਾਤਾ ਸੀ ਮਹਿਮੂਦ ਗਜ਼ਨਵੀ ਨੇ। ਉਹਨੇ ਇੱਥੇ ਕਲਚਰ ਜਿਹੜਾ ਕੀਤਾ ਸੀ ਉਹ ਲਵ ਐਂਡ ਲੋਰ ਵਾਲਾ ਕਲਚਰ ਸੀ। ਅਸਲ ਲਾਹੌਰੀਆ ਕੋ ਅਸਲ ਲਾਹੌਰੀਏ ਪੱਖੀ ਵਾਲੇ ਜਿਹੜੇ ਉਹਦੇ ਵੀ ਉੱਥੇ ਕੁਲੀਆਂ ਲਾ ਕੇ ਬੈਠੇ ਨੇ। ਨਹੀਂ ਹੁਣ ਤੇ ਲਾਹੌਰੀਏ ਅਸੀਂ। ਉਹ ਧੱਕੇ ਨਾਲ ਹੀ ਬਣਨਾ ਨਾ ਪਿਆ। ਹੀਰਾ ਮੰਡੀ ਦੇ ਵਿੱਚ ਵਾਕਈ ਤਵਾਇਫਾਂ ਕੋਲ ਪੇ ਨਵਾਬਾਂ ਦੇ ਬੱਚੇ ਜਾਂਦੇ ਸਨ। ਮੁੰਡੇ ਵੇਲੇ ਵੂਲੇ ਹਸਨ ਵਿਆਹ ਤੇ ਹੋਰ ਕੋਈ ਨਹੀਂ ਸੀ। ਉਹਨਾਂ ਲਈ ਕੁੜੀਆਂ ਇੱਥੇ ਰੱਖੀਆਂ ਗਈਆਂ, ਅਨਾਰਕਲੀਆਂ। ਬਾਦਸ਼ਾਹੀ ਮਸਜਿਦ ਦਾ ਮਾਹੌਲ ਜਿਹੜਾ ਪਾਕੀਜ਼ਾ ਪੋਲਿਊਟਡ ਹੋ ਜਾਏ, ਗੰਦਾ ਹੋ ਜਾਏ। ਇਹ ਸਰਸਤੀ ਉਹਨਾਂ ਨੇ ਕਿਉਂ ਕੀਤੀ? ਐਡੇ ਵੱਡੇ ਬਾਦਸ਼ਾਹ ਦੀ ਬੇਗਮ ਹੋਵੇ ਤੇ ਉਹ ਮਰਨ ਤੋਂ ਬਾਅਦ ਤੇਰੇ ਨਾਲ ਵਿਆਹ ਤੇ ਨਹੀਂ ਕਰ ਸਕਦੀ। ਰਣਜੀਤ ਸਿੰਘ ਦੇ ਬਾਰੇ ਚ ਮੈਨੂੰ ਦੱਸੋ ਸਰ। ਮੈਂ ਸੁਣਿਆ ਉਹਦੇ ਨਾਲ ਬੜੀ ਸਾਜ਼ਿਸ਼ਾਂ ਹੋਈਆਂ। ਰਾਣੀਆਂ ਵੱਡੇ ਵੱਡੇ ਰਾਜਿਆਂ ਦੀਆਂ ਧੀਆਂ ਲੈ ਲਈਆਂ। ਇੱਥੇ ਬਾਂਗ ਦਿੰਦੇ ਸੁਨਾਰੀ ਮਸਜਿਦ। ਉਹ ਆਂਦੀ ਸੀ ਸਾਡੇ ਅਮਲ ਡਿੱਗ ਜਾਣਗੇ। ਕਹੇ ਕਿ ਸਫ में खड़े हो गए महमूद और अयाज, ਨਾ ਕੋਈ ਬੰਦਾ ਰਹਾ ਨਾ ਬੰਦਾ ਨਵਾਜ਼। ਜਿਹੜੇ ਲਾਹੌਰ ਨੰਗ ਆਉਂਦੀਆਂ ਨੇ ਡੱਬੀ ਗੁਜ਼ਾਰ ਵੇਲੇ ਵਿੱਚ ਬਾਈ ਹੈ ਰਾਤਾਂ ਆਈਆਂ ਚਾਂਦਨੀਆਂ। ਮੈਂ ਕੌਣ ਆ ਫਿਰ? ਮੈਨੂੰ ਇਹ ਤੇ ਦੱਸ ਦਿਓ। ਬੋਲਾ ਕੀ ਜਾਣਾ ਮੈਂ ਕੌਣ? ਟੀਵੀ ਜਦੋਂ ਦਾ ਆਇਆ ਨਾ ਮਾਂ ਰਹੀ ਹੈ ਨਾ ਪਿਓ ਰਿਹਾ। ਅੱਧੇ ਮੰਜੀ ਦੇ ਉੱਤੇ ਸੌਂਦੇ ਨੇ, ਜੇ ਮੰਜੀ ਦੇ ਥੱਲੇ ਸੌਂਦੇ ਨੇ। ਤੇ ਮੁੰਡਿਆਂ ਦੀ ਮੰਡੀ ਕਿੱਥੇ ਲੱਗਦੀ ਸੀ? ਲਾਹੌਰ ਚ ਲੱਗਦੀ ਸੀ। ਅਫਗਾਨਿਸਤਾਨ ਵਿੱਚ ਲੱਗਦੀ ਸੀ ਨਾ, ਇੱਥੇ ਰੰਗ ਮਹਿਲ ਨਹੀਂ ਲੱਗਦੀ ਸੀ। अस्सलाम वालेकुम, मेरा नाम है ज़ुहैब भट्ट और आप देख रहे हैं दिल की बात ज़ुहैब भट्ट के साथ। आज जो शख्सियत मेरे सामने मौजूद हैं, जिनका मैं इंटरव्यू करने जा रहा हूँ, मेरे उस्ताद हैं जिन्होंने मुझे वाकई में पढ़ाया है। गवर्नमेंट कॉलेज में मैं आर्किटेक्चर एंड लाहौर हिस्ट्री इनसे पढ़ा हूँ और लाहौर के बारे में जितना मैं जानता हूँ वो किताबों के बाद जो रियल इन्फॉर्मेशन है वो मैं इनसे हासिल करता हूँ। डॉक्टर अंजुम रहमानी इनका नाम है और ये मेरे लिए लाहौर शहर की चलती फिरती तारीख हैं और मैं हमेशा इनसे सीखता हूँ। मैं चाहता हूँ कि आज हम इनकी नज़र से जो इन्होंने लाहौर देखा है, जो लिखा है, और बेशुमार इनकी किताबें जो अमेज़ॉन पे पढ़ी हैं, जो बाहर यूनिवर्सिटीज़ में पढ़ी हैं, जहाँ पढ़ते हैं लोग आर्किटेक्चर और हिस्ट्री के बारे में, वो तमाम चीज़ें जो इन्होंने वहाँ लिखी हैं वो हम कोशिश करेंगे कि आसान ज़ुबान में अपने सुनने वालों के लिए एक कहानी की सूरत में आपके सामने पेश करें। अस्सलाम वालेकुम सर। अस्सलाम वालेकुम सर, की हाल है? बिल्कुल ठीक, आप कैसे हैं? मैं ठीक हाँ सर। तुसी ठीक हो? पंजाबी बोलना उर्दू बोलना सर? पंजाबी च मेरे हाल चलिए सौखे हो जाएंगे। आहो जरा आसानी भी हो जाएगी, लोग समझ भी लोग समझ जाएंगे। चढ़दे ते लैंदे दोवां च समझ जाए। आहो चढ़दा लैंदा की हुंदा है सर? चढ़दा लैंदा दो सिखां ने बना लेने ना। की एक हिस्सा पंजाब दा साडे वाला हिस्सा ਤੇ ਇੱਕ ਉਦੋਂ ਉਹਨਾਂ ਕੋਲ ਇਹ ਮਸ਼ਰਕੀ ਮਗਰਬੀ ਹੈ ਨਾ। ਉਹ ਮਸ਼ਰਕੀ ਮਗਰਬੀ ਉਹ ਕਹਿੰਦੇ ਨੇ। ਉਹਨੇ ਅੱਜ ਕੱਲ੍ਹ ਉਹਨਾਂ ਦਾ ਬੰਦਾ ਇੱਥੇ ਫਿਰਦਾ ਪਿਆ। ਅੱਛਾ, ਰਣਜੀਤ ਸਿੰਘ। ਅੱਛਾ, ਉਸਨੇ ਬਣਾਇਆ ਜੀ। ਇਹ ਲਹਿੰਦਾ ਪੰਜਾਬ ਹੈ ਤੇ ਉਹ ਚੜ੍ਹਦਾ ਪੰਜਾਬ। ਮੈਨੂੰ ਲੱਗਦਾ ਕਿ ਸ਼ਾਇਦ ਮਸ਼ਰਕ ਮਗਰਬ ਤੋਂ ਕੀਤਾ ਕਿ ਸੂਰਜ ਉਧਰ ਚੜ੍ਹਦਾ ਹੈ ਤੇ ਇੱਧਰ ਲੈਂਦਾ। ਲਹਿੰਦਾ ਪੰਜਾਬੀ ਹੈ ਨਾ, ਪੰਜਾਬੀ ਦਾ ਲਹਿਜਾ ਲੈਂਦਾ। ਅੱਛਾ ਅੱਛਾ ਜੀ, ਅੱਗੇ ਸਵਾਲ ਚਲਾਓ। ਕੀ ਚਲਾਉਣਾ? ਨਹੀਂ ਸਰ, ਮੈਂ ਤੇ ਤੁਹਾਨੂੰ ਵੇਖ ਵੇਖ ਕੇ ਖੁਸ਼ ਹੋਣਾ। ਮੈਂ ਕਿਹਾ ਤੁਹਾਡੀਆਂ ਗੱਲਾਂ ਸੁਣ। ਦੇਖੋ ਸਰ, ਮੈਂ ਤੁਹਾਨੂੰ ਗੱਲ ਦੱਸਾਂ, ਲੋਕ ਦੁਨੀਆ ਸਾਰੀ ਸੁਣ ਰਹੀ ਹੈ ਪੰਜਾਬੀ 'ਚ ਅਸੀਂ ਕਰ ਰਹੇ ਹਾਂ। ਮੈਂ ਚਾਹੁੰਦਾ ਕਿ ਪੰਜਾਬੀ ਜ਼ਰਾ ਸੁਣ ਲੈਣ ਨਾ। ਤੁਹਾਡੇ ਮੂੰਹੋਂ ਪੰਜਾਬੀ ਮੈਨੂੰ ਬੜੀ ਅੱਛੀ ਲੱਗਦੀ ਹੈ। ਉਰਦੂ ਜਿਹੜੇ ਸੁਣਨ ਵਾਲੇ ਨੇ ਉਹਨਾਂ ਕੋਲੋਂ ਮੇਰੀ ਮਾਜ਼ਰਤ, ਲੇਕਿਨ ਕੋਸ਼ਿਸ਼ ਕਰਾਂਗੇ ਕੋਈ ਐਸੀ ਇਨਫੋਰमेशन ਹੋਵੇ तो हम उसको उर्दू में भी बताने की कोशिश करेंगे। उर्दू हो जाए, पंजाबी हो जाए, ਨਾਲ ਨਾਲ ਮਿਕਸ ਚੱਲਦਾ ਰਹੇ। ਮਿਕਸਰ। ਸਰ, ਲਾਹੌਰ ਸ਼ਹਿਰ ਜਦੋਂ ਤੁਸੀਂ ਮੇਰੇ ਜਿੰਨੇ ਸੋ ਉਹ ਤੇ ਲਾਹੌਰ ਸ਼ਹਿਰ ਜਿਹੜਾ ਅੱਜ ਤੁਸੀਂ ਦੇਖ ਰਹੇ ਹੋ, ਕੀ ਫਰਕ ਜੇ? ਦੇਖੋ, ਮੈਂ ਮੁੱਦਤ ਹੋਈ ਹੈ ਇੰਟਰਵਿਊ ਟੈਲੀਵਿਜ਼ਨ ਤੇ ਨਹੀਂ ਦਿੱਤੇ। ਇਹ ਮੇਰਾ ਜੀ ਇੱਕ ਬਹੁਤ ਵੱਡਾ ਇੰਟਰਵਿਊ ਜਿਹੜਾ ਛਪਿਆ ਸੀ, ਯੂਨੈਸਕੋ ਨੇ ਛਾਪਿਆ ਸੀ। ਠੀਕ ਹੈ। ਉਹ ਤਰ੍ਹਾਂ ਜ਼ਬਾਨਾਂ ਡਬਿੰਗ ਹੋਈ ਸੀ, ਅੰਗਰੇਜ਼ੀ, ਜਾਪਨੀ ਤੇ ਉਰਦੂ ਵਿੱਚ। ਜੀ ਜੀ। ਅੱਛਾ, ਉਸ ਤੋਂ ਬਾਅਦ ਫਿਰ ਬੜੇ ਪਾਕਿਸਤਾਨ ਟੈਲੀਵਿਜ਼ਨ ਨੇ ਮੇਰੇ ਬੜੇ ਪ੍ਰੋਗਰਾਮ ਕੀਤੇ ਨੇ ਤੇ ਉਹ ਮੈਂ
13-14 ਸਾਲ ਪੜ੍ਹਾਇਆ ਗਵਰਨਮੈਂਟ ਕਾਲਜ ਵਿੱਚ ਲਾਹੌਰ, ਉਹਦੀ ਹਿਸਟਰੀ ਤੇ ਉਹ ਸਾਰਾ ਕੁਝ। ਮੈਂ ਤੁਹਾਡਾ ਤਾਲਿਬ ਇਲਮ ਹਾਂ ਸਰ। ਉਹ ਵੀ ਪੜ੍ਹਾਉਣ ਦੇ ਬਾਅਦ ਵੀ ਕਿਤਾਬਾਂ ਮੇਰੀਆਂ ਛਪੀਆਂ ਨੇ ਸਾਰੀ ਦੁਨੀਆ ਤੇ, ਉਹ ਟੈਕਸਟ ਬੁੱਕਾਂ ਲੱਗੀਆਂ ਪਈਆਂ ਨੇ, ਸਾਰੀ ਦੁਨੀਆ ਪੜ੍ਹਦੀ ਹੈ। ਰੋਜ਼ ਕਿਤੇ ਨਾ ਕਿਤੇ ਮੈਨੂੰ ਨਵਾਂ ਤੋਂ ਨਵਾਂ ਫੋਨ ਆਉਂਦਾ ਨਾ, ਤੇ ਉਹ ਮੈਂ ਇਸ ਲਈ ਦੇ ਰਿਹਾ ਕਿ ਜ਼ੁਹੈਬ ਜਿਹੜਾ ਮੇਰਾ ਪਿਆਰਾ ਸ਼ਾਗਿਰਦ ਸੀ। ਦੂਜਾ, ਲਾਹੌਰ ਨਾਲ ਮੇਰੀ ਜ਼ਾਤੀ ਦਿਲਚਸਪੀ ਹੈ, ਤੇ ਲਿਹਾਜ਼ਾ ਲਾਹੌਰ ਦੇ ਬਾਰੇ 'ਚ ਆਮ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਲਾਹੌਰ ਕੀ ਸ਼ਹਿਰ ਹੈ। ਇਹ ਇੱਕ ਕੁਦਰਤੀ ਅਮਰ ਹੈ ਕਿ ਜਿੱਥੇ ਬੰਦਾ ਰਹਿੰਦਾ ਹੈ, ਜਿੱਥੇ ਪੈਦਾ ਹੁੰਦਾ ਹੈ, ਜਿੱਥੇ ਉਹਦੀ ਰਿਹਾਇਸ਼ ਦਾ ਜ਼ਿਆਦਾ ਹਿੱਸਾ ਗੁਜ਼ਰਦਾ ਹੈ, ਉਹਦੇ ਨਾਲ ਉਹਦੀ ਮੁਹੱਬਤ ਹੋ ਜਾਂਦੀ ਹੈ। ਮੈਂ ਕੋਈ 15, 16, 17, 18 ਸ਼ਹਿਰ ਦੁਨੀਆ ਦੇ ਫਿਰਨ, ਮੁਲਕ ਬੜੇ ਬੜੇ ਸੋਹਣੇ ਮੁਲਕ ਵੇਖੇ ਨੇ, ਔਰ ਸਭ ਤੋਂ ਜ਼ਿਆਦਾ ਅੱਛਾ ਜਿਹੜਾ ਮੈਨੂੰ ਲੱਗਾ ਸ਼ਹਿਰ ਉਹ ਇਸਤੰਬੁਲ ਹੈ ਦੁਨੀਆ ਦਾ। ਇਸਤੰਬੁਲ ਬੜਾ ਖੂਬਸੂਰਤ ਸ਼ਹਿਰ ਹੈ, ਬਹੁਤ ਖੂਬਸੂਰਤ। ਰਾਤ ਨੂੰ ਅਗਰ ਉਹਨੂੰ ਵੇਖੋ ਤਾਂ ਤੁਸੀਂ ਬਿਲਕੁਲ ਝੱਲੇ ਹੋ ਜਾਓ, ਐਡਾ ਕਮਾਲ ਹੈ ਇਹ। ਲੇਕਿਨ ਲਾਹੌਰ ਜਿਹੜਾ ਹੈ, ਲਾਹੌਰ ਦਾ ਕੋਈ ਮੁਕਾਬਲਾ ਨਹੀਂ ਦੁਨੀਆ ਦੇ ਕਿਸੇ ਜਗ੍ਹਾ ਤੇ ਵੀ। ਇਸਤੰਬੁਲ ਵੀ ਲਾਹੌਰ ਦਾ ਮੁਕਾਬਲਾ ਨਹੀਂ ਕਰਦਾ। ਮੈਂ ਜਦੋਂ ਪੜ੍ਹਨ ਗਿਆ ਨਾ ਉੱਥੇ ਅਮਰੀਕਾ 'ਚ, ਤੇ ਵਾਪਸੀ ਤੇ ਮੈਂ ਫਿਰ ਉਹ UNO ਦੇ ਦਫ਼ਤਰ 'ਚ, ਇਹਨਾਂ ਦਾ ਦਫ਼ਤਰ ਸੀ, ਉੱਥੇ ਮੈਂ ਗਿਆ। ਉਹ ਮੈਨੂੰ ਪੁੱਛਦੀ ਜਰਾ ਕੰਪੇਅਰ ਕਰੋ ਨਾ ਆਪਣੇ ਸ਼ਹਿਰਾਂ ਨੂੰ ਸਾਡੇ ਸ਼ਹਿਰਾਂ ਨਾਲ। ਮੈਂ ਉਹਨੂੰ ਦੱਸਿਆ ਕਿ ਨਿਊਯਾਰਕ ਤੁਹਾਡਾ ਤੇ ਸਾਡੇ ਕਰਾਚੀ ਵਰਗਾ ਰੌਲਾ ਖਪਸ਼ਾਪੇ ਦੇ ਪਈ ਰਹਿੰਦੀ ਹੈ, ਤੇ ਜਿਹੜਾ ਤੁਹਾਡਾ ਵਾਸ਼ਿੰਗਟਨ DC ਉਹ ਸਾਡੇ ਇਸਲਾਮਾਬਾਦ ਵਰਗਾ ਹੈ, ਤੇ ਲਾਹੌਰ ਵਾਲਾ ਤੁਹਾਡੇ ਕੋਲ ਕੋਈ ਵੀ ਸ਼ਹਿਰ ਨਹੀਂ। ਉਹ ਕਹਿੰਦੀ ਵਾਕਈ ਮੈਂ ਕਰਾਚੀ ਰਹੀ ਹਾਂ, ਤੇ ਲਾਹੌਰ ਜਿਹਾ ਕੋਈ ਸ਼ਹਿਰ ਦੁਨੀਆ ਦਾ ਹੋਰ ਸ਼ਹਿਰ ਕੋਈ ਨਹੀਂ। ਅੱਛਾ, ਹੁਣ ਇਹ ਸ਼ਹਿਰ ਜਿਹੜਾ ਹੈ ਇਹਦੀ ਤਾਰੀਖ ਸ਼ੁਰੂ ਦੀ ਬਿਲਕੁਲ ਗੁਮਨਾਮ ਹੈ। ਇਹ ਸ਼ਹਿਰ ਪਿੰਡ ਜਿਹੜਾ ਐਡਾ ਗੁਸਾਰਾ ਸ਼ੁਰੂ ਹੋਇਆ ਸੀ, ਔਰ ਮੈਂ ਆਪਣੀ ਤਹਿਕੀਕ ਦੇ ਮੁਤਾਬਕ ਇਸ ਸਮੇਂ ਪੱਖੀਵਾਸ ਜਿਹੜੇ ਓੜ ਹੁੰਦੇ ਨੇ, ਉਹਨਾਂ ਦੇ ਦਰਿਆ ਦੇ ਕਿਨਾਰੇ 'ਤੇ ਆਪਣੇ ਝੁੱਗੀਆਂ ਪਾਈਆਂ, ਫਿਰ ਉਹਨਾਂ ਘਰ ਬਣਾ ਲਿਆ। ਜ਼ਿੰਦਗੀ ਇਨਸਾਨ ਦੀ ਉੱਥੇ ਫਲਰਿਸ਼ ਕਰਦੀ ਏ, ਪਨਪਦੀ ਏ, ਅੱਗੇ ਵੱਧਦੀ ਜਿੱਥੇ ਪਾਣੀ ਹੋਵੇ। ਜਿੱਥੇ ਪਾਣੀ ਨਹੀਂ ਹੋਵੇਗਾ ਉੱਥੇ ਖਾਣ ਲਈ ਕੁਝ ਨਹੀਂ ਲੱਭੇਗਾ, ਉੱਥੇ ਰਹਿਣ ਲਈ ਕੁਝ ਨਹੀਂ ਲੱਭੇਗਾ, ਉੱਥੇ ਘਰ ਕੋਈ ਨਹੀਂ ਬਣੇਗਾ। ਦੁਨੀਆ ਦੇ 2 ਸ਼ਹਿਰ ਸਾਡੇ ਇੱਥੇ ਪਾਕਿਸਤਾਨ ਵਿੱਚ ਨੇ, ਹੜੱਪਾ ਤੇ ਮੋਹਨਜੋਦੜੋ। ਹਾਂਜੀ, ਦੋਵੇਂ ਸਿੰਧ ਦੇ ਉੱਤੇ ਨੇ। ਦੋ ਨਹੀਂ, ਇੱਕ ਸਾਡਾ ਪੰਜਾਬ ਵਿੱਚ ਹੈ, ਇੱਕ ਸਿੰਧ ਵਿੱਚ ਹੈ, ਲੇਕਿਨ ਦੋਵੇਂ ਬਰਬਾਦ ਹੋਣ ਤੋਂ ਬਾਅਦ ਖਤਮ ਹੋ ਗਏ। ਲੇਕਿਨ ਦੁਨੀਆ ਦੇ 3 ਸ਼ਹਿਰ ਜਿਹੜੇ ਨੇ ਉਹ ਜਦੋਂ ਦੇ ਜੰਮੇ ਨੇ ਹੁਣ ਤੱਕ ਜ਼ਿੰਦਾ ਨੇ। ਉਹਨਾਂ 'ਚੋਂ ਇੱਕ ਸ਼ਹਿਰ ਜਿਹੜਾ ਹੈ ਉਹ ਸਾਡਾ ਲਾਹੌਰ ਹੈ। ਲਾਹੌਰ ਬਾਰ-ਬਾਰ ਗਿਰਿਆ, ਇਹਦੇ 'ਤੇ ਬੜੇ ਹਮਲੇ ਹੋਏ ਨੇ, ਇੱਥੇ ਬੜੇ ਫਲੱਡ ਆਏ ਨੇ, ਲੇਕਿਨ ਲਾਹੌਰੀਏ ਬੜੇ ਪੱਕੇ ਨੇ। ਉਹ ਟਹਿ ਜਾਂਦਾ ਤੇ ਉਹਨਾਂ ਦੇ ਅਸਾਰ ਤੇ ਫਿਰ ਆਪਣਾ ਘਰ ਬਣਾਉਂਦੇ ਰਹੇ ਨੇ। ਇੱਥੇ ਮੈਂ ਲੰਡੇ ਬਾਜ਼ਾਰ ਵਿੱਚ ਕੋਈ ਮੈਨੂੰ ਲੈ ਕੇ ਗਿਆ ਸੀ, ਤੇ ਮੈਂ ਕੋਈ 3ਜੀ ਮੰਜ਼ਿਲ ਥੱਲੇ ਗਿਆ ਸਾਂ, ਤੇ ਉਹ 3ਜੀ ਮੰਜ਼ਿਲ ਕਿਹੜੀ ਸੀ? ਜਿਹੜੀ ਕਿ ਦਰਿਆ ਰਾਵੀ ਦੇ ਕਿਨਾਰੇ 'ਤੇ ਬਰਾਬਰ ਸੀ, ਤੇ ਲੋਕ ਰਹਿੰਦੇ ਰਹਿਣ। ਇਸੇ ਤਰ੍ਹਾਂ ਦੂਜਾ ਸ਼ਹਿਰ ਜਿਹੜਾ ਵੱਡਾ ਹੈ ਉਹ ਦਮਿਸ਼ਕ ਹੈ, ਸ਼ਾਮ ਦਾ ਸ਼ਹਿਰ। ਉਹ ਵੀ ਜਦੋਂ ਦਾ ਬਣਿਆ ਉਹ ਸ਼ਹਿਰ ਅੱਜ ਤੱਕ ਕਾਇਮ ਦਾਇਮ। ਤੀਜਾ ਸ਼ਹਿਰ ਇਰਾਕ ਵਿੱਚ ਅਰਬੀਲ ਉਹਦਾ ਨਾਂ ਹੈ। ਅਰਬੀਲ ਵੀ ਆਪਣੀ ਪੈਦਾਇਸ਼ ਤੋਂ ਲੱਗ ਕੇ ਹੁਣ ਤੱਕ ਕਾਇਮ ਤੇ ਦਾਇਮ। ਲੇਕਿਨ ਉਹਨਾਂ ਦੋਵਾਂ ਵਿੱਚੋਂ ਜਿਹੜਾ ਲਾਹੌਰ ਹੈ ਉਹਦਾ ਕੋਈ ਮੁਕਾਬਲਾ ਨਹੀਂ। ਇਹ ਸ਼ਹਿਰ ਜਿਹੜਾ ਹੈ ਇਹਦੀ ਕਮਾਲ ਇਹ ਵੇ ਕਿ ਇੱਥੇ ਦੁਨੀਆ ਜਾਣ ਦਾ ਤੁਹਾਨੂੰ ਪਤਾ ਪਾਣੀ ਵੀ ਹੈ। ਹਾਂਜੀ, ਅੰਡਰਗਰਾਊਂਡ ਪਾਣੀ ਵੀ ਹੈ, ਬਾਰਿਸ਼ ਦਾ ਪਾਣੀ ਵੀ ਹੈ, ਦਰਿਆਵਾਂ ਦਾ ਪਾਣੀ ਵੀ ਹੈ, ਤੇ ਜ਼ਿੰਦਗੀ ਉੱਥੇ ਚੱਲਦੀ ਜਿੱਥੇ ਪਾਣੀ ਹੋਵੇ। ਜਿੱਥੇ ਪਾਣੀ ਕੋਈ ਨਹੀਂ ਹੋਵੇ ਨਾ, ਕੀਨੀਆ ਅੱਜ ਉਹ ਸੁੱਕੇ ਪਏ ਨੇ, ਰਗੇ ਪਏ ਨੇ, ਕੋਈ ਸ਼ੈ ਨਹੀਂ ਉੱਥੇ, ਕਾਲੇ ਸਿਆਹ ਹੁੰਦੇ ਨੇ, ਧੁੱਪ ਦੇ ਨਾਲ ਲੱਗੇ ਰਹਿੰਦੇ। ਲੇਕਿਨ ਲਾਹੌਰ ਜਿਹੜਾ ਹੈ ਜਾਂ ਪੰਜਾਬ ਜਿਹੜਾ ਹੈ ਇਹ ਸਿਕੰਦਰ ਆਜ਼ਮ 4 ਸਦੀ ਕਬਲ ਮਸੀਹ 'ਚ ਆਇਆ ਸੀ, ਤੇ ਉਦੋਂ ਵੀ ਇਹਨੂੰ ਸੋਨੇ ਦੀ ਚਿੜੀਆ ਇਸ ਲਈ ਕਿਹਾ ਗਿਆ ਸੀ। ਤੁਹਾਨੂੰ ਇਹ ਕਿਸਾ ਲੱਗ ਰਿਹਾ ਕਿ ਅੱਜ ਅਸੀਂ ਬੈਠੇ ਹਾਂ ਤੇ ਗਲੀ ਦੇ ਬਾਹਰ ਗਲੀ ਹੈ ਤੇ ਅਸੀਂ ਅੰਦਰ ਬਹਿ ਕੇ ਪ੍ਰੋਗਰਾਮ ਕਰ ਰਹੇ ਹਾਂ ਲਾਹੌਰ ਸ਼ਹਿਰ ਦੇ ਅੰਦਰ। ਹਾਂਜੀ ਹਾਂ, ਤੇ ਉਹ ਉਸ ਵੇਲੇ ਵੀ ਇਹ ਇਲਾਕਾ ਜਿਹੜਾ ਸੀ ਸਰਸਬਜ਼ ਸੀ, ਸ਼ਾਦਾਬ ਸੀ, ਜ਼ਮੀਨਾਂ ਜ਼ਰਖੇਜ਼ ਸਨ, ਪਾਣੀ ਵਾਫਰ ਸੀ, ਖਾਣ ਪੀਣ ਲਈ ਹਰ ਸ਼ੈ ਇੱਥੇ ਹੁੰਦੀ ਸੀ। ਉਹ ਜਿਹੜਾ ਇੱਥੇ ਆਏ ਦੌੜ ਕੇ ਬਾਹਰੋਂ ਆਏ ਤੇ ਲਾਲਚ ਲਈ ਆਏ, ਲੇਕਿਨ ਜਿਹੜਾ ਇੱਥੇ ਆਇਆ ਉਹ ਫਿਰ ਮੁੜ ਕੇ ਵਾਪਸ ਨਹੀਂ ਗਿਆ। ਉਹ ਸ਼ੇਰ ਹੈਗਾ ਸੀ ਨਾ, ਜੀਵੇ ਸ਼ਹਿਰ ਲਾਹੌਰ, ਜੀਵਨ ਇਹਦੇ ਜੰਮੇ ਜਾਏ। ਉਹ ਤਾਂ ਕਹਾਵਤਾਂ ਵੀ ਬੜੀਆਂ ਨੇ। ਗਜ਼ਨਵੀ ਪੀਰੀਅਡ 'ਚ ਫਿਰ ਛੋਟਾ ਜਿਹਾ ਕਸਬਾ ਬਣ ਗਿਆ ਸੀ। ਗਜ਼ਨਵੀ ਪੀਰੀਅਡ ਦਾ ਇੱਕ ਬਹੁਤ ਵੱਡਾ ਸ਼ਾਇਰ ਲੋਕਲ ਹੈ, ਸੁਲੇਮਾਨ ਸਾਦ ਲਾਹੌਰੀ। ਅੱਛਾ, ਸੁਲੇਮਾਨ ਸਾਦ ਲਾਹੌਰੀ। ਉਹਨੇ ਇੱਕ ਨਜ਼ਮ ਲਿਖੀ ਹੈ, ਉਹਦਾ ਨਾਂ ਹੈ ਸ਼ਹਿਰ ਆਸ਼ੋਬ। ਸ਼ਹਿਰ ਸ਼ੋਬ ਵਿੱਚ ਉਹਨੇ 92 ਬੰਦ ਨੇ। ਉਹ ਹਰ ਬੰਦ ਇੱਕ ਆਰਟਿਸਟ ਦੇ ਬਾਰੇ ਵਿੱਚ, ਇੱਕ ਫਨਕਾਰ ਦੇ ਬਾਰੇ 'ਚ, ਇੱਕ ਪੇਸ਼ਾ ਐਜ ਕਰਾਫਟ ਦੇ ਬਾਰੇ ਵਿੱਚ। ਅਤੇ ਗਜ਼ਨਵੀ ਪੀਰੀਅਡ 11ਵੀਂ ਸਦੀ ਈਸਵੀ ਬਣਦਾ, ਅਤੇ 11ਵੀਂ ਸਦੀ ਈਸਵੀ ਵਿੱਚ ਜਦੋਂ ਇੰਨੇ ਫਨਕਾਰ ਇਸ ਲਾਹੌਰ ਵਿੱਚ ਸਨ ਅਤੇ ਫਿਰ ਅੱਗੇ ਵੱਧਦੇ ਗਿਆ। ਦੂਜਾ ਕਮਾਲ ਇਹ ਵੇ ਕਿ ਇੱਥੇ ਇਰਾਕੀ ਵੀ ਆਏ ਨੇ, ਇੱਥੇ ਸੈਂਟਰਲ ਏਸ਼ੀਅਨ ਵੀ ਆਏ ਨੇ,
ਇੱਥੇ ਮੰਗੋਲੀਅਨ ਵੀ ਆਏ ਨੇ, ਇੱਥੇ ਅਰਬ ਵੀ ਆਏ ਨੇ। ਉਹ ਆਉਂਦੇ ਸਨ ਅਤੇ ਆਪਣੇ ਨਾਲ ਹਰ ਇੱਕ ਆਪਣੀ ਰਵਾਇਤ ਵੀ ਲਿਆਉਂਦਾ ਸੀ, ਆਪਣੀ ਰਸਮ ਵੀ ਲਿਆਉਂਦਾ ਸੀ। ਉਹ ਜਿਸਲੇ ਅੰਦਰੂਨੇ ਸ਼ਹਿਰ ਵਿੱਚ ਇਕੱਠੇ ਬਹਿੰਦੇ ਸਨ, ਅੱਧੀਆਂ ਰਵਾਇਤਾਂ ਸਾਡੀਆਂ ਲੈ ਲੈਂਦੇ ਸਨ, ਅੱਧੀਆਂ ਹੁੰਦੀਆਂ ਹਨ, ਇੱਕ ਨਵਾਂ ਕਲਚਰ ਆ ਜਾਂਦਾ ਸੀ। ਨਤੀਜਾ ਇਹ ਹੋਇਆ ਕਿ ਉਹ ਕਲਚਰ ਸਾਡਾ ਕਦੀ ਜਮੂਦ ਦਾ ਸ਼ਿਕਾਰ ਨਹੀਂ ਹੋਇਆ। ਸਰ ਮੈਂ ਸਵਾਲ ਪੁੱਛਣਾ ਚਾਹੁੰਦਾ ਹਾਂ, ਤੁਸੀਂ ਮੈਂ ਪੁੱਛਣਾ ਚਾਹੁੰਦਾ ਕਿ ਸਾਡਾ ਜਿਹੜਾ ਹੈਗਾ ਕਲਚਰ, ਜਿਹਨੂੰ ਲਾਹੌਰ ਦਾ ਕਲਚਰ ਕਿਹਾ ਜਾਂਦਾ, ਉਹ ਕੀ ਹੈ? ਜੋ ਮੈਂ ਤੁਹਾਨੂੰ ਪੁੱਛਣਾ ਚਾਹ ਰਿਹਾ ਸੀ, ਕਲਚਰ ਕੀ ਹੈ ਸਾਡਾ? ਸੀ ਕੀ ਕਲਚਰ ਹੈਗਾ? ਕਲਚਰ ਹੁੰਦਾ ਕੀ ਹੈ? ਕਲਚਰ ਕੀ ਹੁੰਦਾ ਹੈ? ਤੁਹਾਡਾ ਤਰਜ਼ ਜ਼ਿੰਦਗੀ, ਰਹਿਣ ਸਹਿਣ ਦਾ। ਅਸੀਂ ਜ਼ਿੰਦਾ ਦਿਲਾਨੇ ਲਾਹੌਰ ਹੈਗੇ। ਜ਼ਿੰਦਾ ਦਿਲਾਂ ਦਾ ਇੱਕ ਪਹਿਲੂ ਹੈ ਨਾ, ਜ਼ਿੰਦਾ ਦਿਲਾਨੇ ਲਾਹੌਰ। ਉਹ ਤੇ ਆ ਜਾ, ਉਹ ਗੋਰੀਆ ਆ ਜਾ ਸੜਕ ਤੇ, ਉਹ ਪੁੱਛੇ ਮੈਂ ਜਾਣਾ ਫਲਾਣੇ ਥਾਂ, ਤਾਂ ਸਾਰੇ ਤੁਸੀਂ ਇਕੱਠੇ ਹੋ ਜਾਂਦੇ ਹੋ। ਜ਼ਿੰਦਾ ਦਿਲਾਨੇ ਲਾਹੌਰ ਦਾ ਕੀ ਹੁੰਦਾ? ਉਹ ਹਰ ਬੰਦਾ ਗਾਈਡ ਬਣ ਜਾਂਦਾ ਉਹਨਾਂ ਨੂੰ, ਚੱਲ ਮੈਂ ਤੈਨੂੰ ਵਿਖਾ ਦੇ। ਚਾਹ ਵੀ ਉਹਨੂੰ ਪਿਆਉਂਦੇ ਨੇ, ਸਾਰਾ ਕੁਝ ਕਰਦੇ ਨੇ। ਲੇਕਿਨ ਇਹ ਵੇਖ ਕੇ ਜ਼ਿੰਦਾ ਦਿਲਾਂ ਨੇ ਨਾ ਵੈਲਕਮ ਕੀਤਾ ਸਾਰੀ ਦੁਨੀਆ ਨੂੰ। ਇਹ ਵੈਲਕਮ ਕਰਦੇ ਨੇ, ਇਹਨਾਂ ਵਿੱਚ ਤਸੱਬੁਰ ਨਹੀਂ ਰਿਹਾ। ਇੰਨੀ ਲੰਮੀ ਤਾਰੀਖ ਅਸੀਂ ਪੜ੍ਹਦੇ ਹਾਂ ਨਾ, ਅਤੇ ਲਾਹੌਰ ਦੇ ਲੋਕਾਂ ਦੀ ਆਪਸ ਵਿੱਚ ਲੜਾਈਆਂ ਕੋਈ ਨਹੀਂ, ਇਹਨਾਂ ਦੇ ਆਪਸ ਵਿੱਚ ਫਸਾਦ ਕੋਈ ਨਹੀਂ। ਇਹ ਜਿਹੜਾ ਪੁਰਾਣਾ ਲਾਹੌਰ ਤੁਸੀਂ ਵੇਖੋਗੇ, ਉਹ ਐਡੀ ਗਲੀਆਂ ਉਹਨਾਂ ਕਿਉਂ ਰੱਖੀਆਂ ਸਨ? ਕਿਉਂਕਿ ਸਾਰੇ ਹਮਲਾਵਰ ਆਉਂਦੇ ਸਨ ਅਤੇ ਉਹਨੇ ਨਾਲ ਡਿੰਗਾ ਚੂਗਾ ਹੋ ਕੇ ਗੁਜ਼ਰੇਗਾ ਅਤੇ ਮਾਰਾਂਗੇ ਪੱਥਰ ਉੱਤੋਂ ਤਾਂ ਥੱਲੇ ਹੀ ਮਰ ਜਾਏਗਾ। ਇਸੇ ਤਰ੍ਹਾਂ ਪਾਣੀ ਕੋਈ ਨਹੀਂ ਸੀ ਹੁੰਦਾ। ਇਹ ਹੁਣ ਜਿਹੜਾ ਨਿਜ਼ਾਮ ਇਹ ਤਾਂ ਨਹੀਂ ਸੀ। ਖੂਹੀ ਦਾ ਇੱਕ ਪਾਣੀ ਹੁੰਦਾ ਸੀ, ਮਾਸ਼ਕੀ ਹੁੰਦਾ ਸੀ। ਉਹ ਮਸ਼ਕ ਭਰ ਕੇ ਇੱਕ ਸਵੇਰੇ ਦੇ ਜਾਂਦਾ ਸੀ, ਇੱਕ ਦੁਪਹਿਰ ਉੱਡ ਜਾਂਦਾ ਸੀ। ਨਤੀਜਾ ਹੁੰਦਾ ਸੀ ਜਿਸਲੇ ਦੁਪਹਿਰ ਵੇਲੇ ਜਾਂ ਸਵੇਰ ਵੇਲੇ ਘਰੋਂ ਪਾਣੀ ਮੁੱਕ ਜਾਂਦਾ ਸੀ, ਲਾਹੌਰੀਏ ਕੀ ਕਰਦੇ ਹੁੰਦੇ ਸੀ, ਉਹਨਾਂ ਸਿਰ ਅੱਗੇ ਕਰਕੇ ਤੇ ਧੋ ਲੈਂਦੇ ਸੀ ਅਤੇ ਉਹਦਾ ਨਾਂ ਉਹਨਾਂ ਰੱਖ ਲਿਆ ਲਾਹੌਰੀ ਨਹਾਣਾ ਹੋ ਗਿਆ ਨਾ, ਲਾਹੌਰੀ ਨਹਾਣਾ। ਤੁਸੀਂ ਅਗਰ ਮਿਰਜ਼ਾ ਦੀ ਬਾਈਸਾਈਕਲ ਪੜ੍ਹੀ ਹੋਵੇ, ਉਹ ਕਹਾਣੀ 10ਵੀਂ ਪੜ੍ਹਾਉਂਦੇ ਹੁੰਦੇ ਸਨ, ਅਤੇ ਉਹ ਬੰਦਾ ਉਹਦਾ ਪਿਤਰਸ ਬੁਖਾਰੀ ਦੇ ਵਿੱਚ ਓਵਰਕੋਟ ਲਾਉਂਦੇ ਅਤੇ ਐਡੀ ਐਡੀ ਮੈਲ ਉਹਦੇ ਜਿਸਮ 'ਤੇ ਜੰਮੀ ਹੁੰਦੀ, ਉਹ ਸਾਰਾ ਸਾਲ ਨਹਾਉਂਦਾ ਨਹੀਂ। ਫਿਰ ਇਹਨਾਂ ਦੇ ਘਰ ਕੀ ਹੁੰਦੇ ਸਨ? ਲਾਹੌਰੀ ਨਹਾਉਣਾ ਕਿਹਨੂੰ ਕਹਿੰਦੇ ਨੇ? ਲਾਹੌਰੀ ਨਹਾਉਣਾ, ਸਿਰ ਅੱਗੇ ਕਰਕੇ ਪਾਣੀ ਧੋ ਕੇ ਤੇ ਬਸ ਟੁਰ ਗਿਆ। ਮੈਨੂੰ ਲੱਗਾ ਸਿਰਫ ਫਰਾਂਸ 'ਚ ਨਹੀਂ ਨਹਾਉਂਦੇ, ਲਾਹੌਰ 'ਚ ਵੀ ਨਹੀਂ। ਮੈਨੂੰ ਲੱਗਾ ਸਿਰਫ ਫਰਾਂਸ 'ਚ ਨਹੀਂ ਨਹਾਉਂਦੇ। ਨਹੀਂ, ਉੱਥੇ ਤੇ ਯੂਰਪ 'ਚ ਹੁੰਦਾ ਸੀ। ਉਹਨਾਂ ਦੇ ਸਾਰੇ ਪਾਈਪਾਂ 'ਚ ਪਾਣੀ ਜੰਮ ਜਾਂਦਾ ਸੀ। 6 ਮਹੀਨੇ ਉਹਨਾਂ ਨੂੰ ਪਾਣੀ ਗਰੀਬਾਂ ਨੂੰ ਨਹੀਂ ਸੀ ਲੱਭਦਾ ਹੁੰਦਾ, ਅਤੇ ਉੱਥੇ ਵੀ ਨਹੀਂ ਸਨ ਨਹਾਉਂਦੇ। ਅਸੀਂ ਆਲਸੀ 'ਚ ਨਹੀਂ ਨਹਾਉਂਦੇ ਸੀ। ਅਸੀਂ ਕੀ ਆਲਸੀ 'ਚ ਨਹੀਂ ਨਹਾਉਂਦੇ ਸੀ? ਹਾਂ, ਉਹ ਇਸੇ ਤਰ੍ਹਾਂ ਇਹ ਵੇ ਕਿ ਇਹ ਜਿਹੜੇ ਲੋਕ ਦੂਸਰੇ ਸੀ, ਅੱਧੇ ਹਾਤੇ ਦਾ ਘਰ ਬੜਾ ਫਖਰ ਹੁੰਦਾ ਸੀ ਲਾਹੌਰ ਵਿੱਚ। ਉਹ ਹਾਤਾ ਕੀ ਹੁੰਦਾ ਸੀ? ਜਿਸ ਲਈ ਇੱਕ ਬੰਦਾ ਹੁੰਦਾ ਸੀ, ਉਹ ਅੱਧਾ ਹਾਤੇ ਦਾ ਘਰ ਬਣਾ ਲੈਂਦਾ ਸੀ, ਇੱਕ ਥੱਲੇ ਕਮਰਾ, ਇੱਕ ਉੱਤੇ ਕਮਰਾ। ਅਤੇ ਨਤੀਜਾ ਇਹ ਹੁੰਦਾ ਸੀ ਕਿ ਉਹਦੇ ਕੋਲ 5-4 ਬਾਲ ਹੋ ਜਾਂਦੇ ਸੀ। ਹੁਣ ਪਲੰਗ ਇੱਕੋ ਕਮਰੇ 'ਚ ਡਹਿੰਦਾ ਸੀ, ਅੱਧੇ ਜ਼ਮੀਨ ਥੱਲੇ ਫਰਸ਼ ਦੇ ਕਮਰੇ ਥੱਲੇ ਹੁੰਦੇ ਸੀ, ਅੱਧੇ ਉੱਤੇ ਹੁੰਦੇ ਸੀ। ਲਾਹੌਰ 'ਚ ਉਮਰਾ ਹੈਗੇ ਸਨ? ਉਮਰਾ ਅਮੀਰ? ਹਾਂ, ਬੜੀਆਂ ਹਵੇਲੀਆਂ ਮੁਗਲਾਂ ਦੇ ਦੌਰ 'ਤੇ ਬਹੁਤ ਜ਼ਿਆਦਾ ਬਣੀਆਂ ਨੇ। ਮਸਲੇ ਜਿਹੜਾ ਸਾਹ ਦੀ ਮੈਂ ਕਹਿਣਾ ਜਿਹੜਾ ਪਿਆ, ਗਜ਼ਨੀ ਪੀਰੀਅਡ ਦਾ ਇਹਦਾ ਮਹੱਲ ਸੀ ਬਹੁਤ ਵੱਡਾ। ਇੱਥੇ ਇਹਦੇ 3 ਇਮਾਮ ਵੀ ਸਨ ਆਪਣੇ। ਅੱਛਾ, ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ, ਤੁਸੀਂ ਕਿ ਲਾਹੌਰੀਏ ਵੈਲਕਮਿੰਗ ਹੁੰਦੇ ਨੇ? ਲਾਹੌਰੀਏ ਵੈਲਕਮਿੰਗ ਸਨ, ਇਹਨਾਂ ਨੇ ਹਮੇਸ਼ਾ ਲੋਕਾਂ ਨੂੰ ਵੈਲਕਮ ਕੀਤਾ ਹੈ ਬਾਹਰੋਂ ਲੇਕਿਨ ਕੁਛ ਲੋਕ ਇਹਨੂੰ ਮੰਨਫੀ ਉਹਦੇ 'ਚ ਵੀ ਲੈਂਦੇ ਨੇ। ਉਹ ਕਹਿੰਦੇ ਨੇ ਕਿ ਜੀ ਜਿਹੜਾ ਵੀ ਬਾਹਰੋਂ ਹਮਲਾਵਰ ਆਇਆ ਇਹਨਾਂ ਨੇ ਹੱਥ ਖੋਲ ਕੇ ਵੈਲਕਮ ਕਰਤਾ। ਉਹ ਪੰਜਾਬੀਆਂ ਬਾਰੇ ਕਹਿੰਦੇ ਨੇ ਨਾ। ਕੀ ਕਹਿੰਦੇ? ਪੰਜਾਬੀਆਂ 'ਤੇ ਇਲਜ਼ਾਮ ਲਾਉਂਦੇ ਨੇ ਜਿਹੜਾ ਹਮਲਾਵਰ ਬਾਹਰ ਆਉਂਦਾ ਉਹਨੂੰ ਅੱਗੇ ਉਂਗਲੀ ਫੜ ਕੇ ਦਿੱਲੀ 'ਤੇ ਲੈ ਜਾਂਦੇ ਨੇ। ਲੇਕਿਨ ਉਹਨਾਂ ਕਦੀ ਇਹ ਨਹੀਂ ਸੋਚਿਆ ਕਿ ਮਹਿਮੂਦ ਨੇ 17 ਹਮਲੇ ਕੀਤੇ ਨੇ, ਅਤੇ ਉਹ ਕਿੰਨਾ ਡੱਕੇ ਨੇ ਪੰਜਾਬੀਆਂ। ਮਹਿਮੂਦ ਅੱਗੇ ਨਹੀਂ ਜਾ ਸਕਿਆ, ਫਿਰ ਆਖਰੀ ਹਮਲੇ ਵਿੱਚ ਗਿਆ ਉਹ ਅੱਗੇ ਜਾ ਕੇ। ਇਸੇ ਤਰ੍ਹਾਂ ਅਹਿਮਦ ਸ਼ਾਹ ਦੁਰਾਨੀ ਦੇ 11 ਹਮਲੇ ਨੇ। ਉਹ ਅਹਿਮਦ ਨੂੰ ਇੱਥੇ ਕੁੱਟ ਪਈ ਸੀ, ਮਾਰ ਪਈ ਸੀ, ਅਤੇ ਉਹ ਜ਼ਖਮੀ ਹੋ ਕੇ ਵਾਪਸ ਨੱਸ ਗਿਆ ਸੀ। ਇੱਥੇ ਲਾਹੌਰ ਹੀ ਨਹੀਂ, ਅੱਗੇ ਜਲੰਧਰ ਦੇ ਕੋਲ ਉਹਨੂੰ ਮਾਰਿਆ ਸੀ ਨੇ ਲੋਕਾਂ। ਇਸੇ ਤਰ੍ਹਾਂ ਹੋਰ ਹਮਲਾਵਰ ਵੀ ਜਿਹੜੇ ਦੇਖੋਗੇ ਨਾ, ਅਗਰ ਪੰਜਾਬੀਆਂ ਨੇ ਰਜਿਸਟ ਨਹੀਂ ਕੀਤਾ ਤਾਂ ਅੱਗੇ ਕੋਈ ਨਹੀਂ ਡੱਕ ਸਕਿਆ। ਉਹ ਆਰਾਮ ਨਾਲ ਜਾ ਕੇ ਦਿੱਲੀ 'ਤੇ ਕਬਜ਼ਾ ਕਰਦਾ ਸੀ। ਨਾਦਰ ਸ਼ਾਹ ਆਇਆ। ਅਤੇ ਇਹ ਗੱਲਾਂ ਕਿਉਂ ਬਣ ਗਈਆਂ ਕਿ ਪੰਜਾਬੀ ਜੀ ਹਰ ਕਿਸੇ ਨੂੰ ਲੈ? ਮੁਤੱਸਬ ਲੋਕ ਆਉਂਦੇ ਨੇ ਨਾ, ਮੁਤੱਸਬ ਲੋਕ ਕਰਦੇ ਨੇ। ਅਗਰ ਪੰਜਾਬੀ ਨਹੀਂ ਡੱਕਿਆ ਤਾਂ ਕੋਈ ਵੀ ਨਹੀਂ ਡੱਕ ਸਕਿਆ। ਇਹ ਸੱਚੀ ਗੱਲ। ਐਵੇਂ ਨਾ 1738 ਵਿੱਚ ਨਾਦਰ ਸ਼ਾਹ ਆਇਆ ਸੀ। ਨਾਦਰ ਸ਼ਾਹ ਨੂੰ ਵੀ ਫੈਂਟੀ ਲੱਗੀ ਸੀ ਬੜੀ ਇੱਥੇ ਟਿਕਾ ਕੇ। ਅਤੇ ਉਹ ਇਹ ਵੇ ਕਿ ਇਹ ਅਗਰ ਪੰਜਾਬੀ ਅਗਰ ਖੜਾ ਨਾ ਹੋਵੇ ਤਾਂ ਕੋਈ ਨਹੀਂ। ਹੁਣ ਵੇਖੋ ਨਾ, ਅੰਗਰੇਜ਼ਾਂ ਦੀ ਫੌਜ ਵਿੱਚ ਸਿਰਫ ਪੰਜਾਬੀ ਸੀ। ਉਹ ਪੰਜਾਬੀ ਕਿੱਥੇ ਲੜੇ ਨੇ? ਜਾਪਾਨ ਵੀ ਜਾ ਕੇ ਲੜਿਆ। ਪੰਜਾਬੀ ਜਿਹੜਾ ਅਫਰੀਕਾ 'ਚ ਵੀ ਜਾ ਕੇ ਲੜਿਆ। ਉਹ ਸਾਡੇ ਕੋਲ ਉਹ ਪਿਆ ਵੱਡਾ ਸਾਰਾ ਪਰਚਮ ਜਰਮਨੀ ਦਾ ਖੋਇਆ ਉਹਨਾਂ, ਜਿਹੜਾ ਇੱਥੇ ਮਿਊਜ਼ੀਅਮ 'ਚ ਪਿਆ। ਅਤੇ ਉਹ ਵੇ ਕਿ ਉਹਨਾਂ ਨੇ ਇਹਨਾਂ ਨੂੰ ਅਨਪੜ੍ਹ ਰੱਖ ਕੇ ਅਤੇ ਬਹਾਦਰੀ ਵਾਲਾ ਪਹਿਲੂ ਜਿਹੜਾ ਸੀ ਨਾ ਉਹ ਅੱਗੇ ਕਰਕੇ ਉਹ ਕੀਤਾ। ਫਿਰ ਖ਼ਾਸ ਤੌਰ 'ਤੇ ਸਿੱਖ ਪੀਰੀਅਡ ਜਦੋਂ ਆਇਆ, ਉਹਨਾਂ ਨੇ ਕੀ ਕੀਤਾ ਕਿ ਨਹਿਰਾਂ ਕੱਢੀਆਂ ਬਰਤਾਨੀਆ ਦੌਰ ਨੇ,
ਤੇ ਉਹਨਾਂ ਸਿੱਖਾਂ ਕੋਲ ਹਕੂਮਤ ਖੁੱਤੀ ਸੀ ਤੇ ਕੀਤਾ ਕਿ ਸਿੱਖਾਂ ਨੂੰ ਸਾਰੇ ਮੁਰੱਬੇ ਨਵੀਂ ਆਬਾਦੀਆਂ ਸਾਰੇ ਉਹਨਾਂ ਨੇ ਦਿੱਤੇ ਸਨ। ਫੈਸਲਾਬਾਦ ਵੀ, ਨਈਮ ਯਾਰ ਖਾਨ ਵੀ, ਉਕਾੜਾ ਵੀ, ਹਰ ਜਗ੍ਹਾ ਵੀ। ਅੱਛਾ ਸਰ, ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਨੇ ਰੋਕਿਆ, ਅਸੀਂ ਕਿਸੇ ਨੂੰ ਸਨ ਆਫ ਦਾ ਸੋਇਲ ਕਹਿ ਸਕਨੇ ਆ? ਜਿਹੜਾ ਸਾਡਾ ਲੋਕਲ ਹੀਰੋ ਸੀ ਲਾਹੌਰ ਦਾ, ਪੰਜਾਬ ਦਾ ਜੋ ਪੰਜਾਬੀ ਹੀਰੋ ਸੀ, ਉਹ ਕੌਣ ਸੀ? ਉਹ ਬੁਜ਼ਦਿਲ ਹੁੰਦੇ ਸਨ, ਹਿੰਦੂ ਇੰਤਹਾਈ ਬੁਜ਼ਦਿਲ ਹੁੰਦਾ ਸੀ। ਹਿੰਦੂ ਕਦੀ ਫੇਸ ਨਹੀਂ ਸੀ ਕਰਦਾ, ਨਾ ਸਾਹਮਣੇ ਆਉਂਦੇ ਸੀ, ਬਨੀਆ ਹੁੰਦਾ ਸੀ। ਠੀਕ ਹੈ। ਬਨੀਆ ਉਹ ਕਰਦਾ ਹੈ ਸੀ ਜ਼ਿਮੀਂਦਾਰਾਂ ਨਾਲ, ਪਿੰਡ ਵਾਲਿਆਂ ਨਾਲ ਵੀ, ਸ਼ਹਿਰ ਵਾਲਿਆਂ ਨਾਲ ਵੀ। ਉਹ ਗ੍ਰਹਿ ਲੈ ਲੈਂਦਾ ਸੀ ਹਵੇਲੀਆਂ, ਉਹ ਪੈਸਾ ਜਿਹੜਾ ਸੀ ਉਹਦੇ 'ਤੇ ਸੂਦ ਚੜ੍ਹ ਜਾਂਦਾ ਸੀ, ਉਹ ਖੋਹ ਕੇ ਤੇ ਉਹ ਵੀ ਖੋਹ ਲੈਂਦਾ ਸੀ। ਪਿੰਡਾਂ ਵਾਲਿਆਂ ਕੋਲੋਂ ਗੱਲਾ ਲੈ ਲੈਂਦਾ ਸੀ ਵਾਪਸ। ਉਹ ਗੱਲਾ ਜਿਸਲੇ ਪੱਕਦਾ ਸੀ ਨਵਾਂ, ਤੇ ਉਹ ਗੱਲੇ 'ਚ ਉਹੀ ਉਹਨੂੰ ਚੁਕਾ ਦੇਣਾ। ਉਹਨੇ ਇਹ ਨਹੀਂ ਕਰਕੇ ਨਾ, ਉਹ ਹਿੰਦੂ ਇਹ ਕਰਦਾ ਰਿਹਾ, ਬਣੀਆਂ ਸੀ। ਐਵੇਂ ਅਨਾਰਕਲੀ ਸਾਰੀ ਸੀ। ਅਨਾਰਕਲੀ ਵਿੱਚ 2 ਦੁਕਾਨਾਂ ਮੁਸਲਮਾਨਾਂ ਦੀਆਂ, ਸਾਰਾ ਹਿੰਦੂਆਂ ਦਾ ਬਾਜ਼ਾਰ ਸੀ। ਤੇ ਉਹ ਕਾਰੋਬਾਰੀ ਲੋਕ ਸਨ, ਸਾਰੇ ਕਾਰੋਬਾਰੀ ਲੋਕ ਸਨ। ਮੁਸਲਮਾਨ ਜਿਹੜੇ ਉਹਨਾਂ ਅੰਗਰੇਜ਼ੀ ਪੜ੍ਹਨੀ ਵੀ ਸ਼ੁਰੂ ਕਰ ਦਿੱਤੀ, ਛੱਡ ਦਿੱਤੀ ਗੋਰਿਆਂ ਵੇਲੇ। ਨੌਕਰੀ ਵੀ ਕੋਈ ਨਹੀਂ ਸਾਨੂੰ ਲੱਭਦੀ, ਕੱਖ ਨਹੀਂ ਸੀ ਹੁੰਦਾ। ਤੇ ਅਸੀਂ ਅਗਰ ਕਹੀਏ, ਮੈਂ ਜਿਸ ਤਰ੍ਹਾਂ ਰਣਜੀਤ ਸਿੰਘ ਦੇ ਬਾਰੇ 'ਚ ਕਹਿਣਾ ਵਾ ਕਿ ਰਣਜੀਤ ਸਿੰਘ ਵਾਕਈ ਇਸ ਲੈਂਡ ਦਾ ਹੀਰੋ ਸੀ, ਪੰਜਾਬ ਦਾ। ਲੋਕਲ ਹੋਣ ਦੀ ਵਜ੍ਹਾ ਤੋਂ ਉਹਨੂੰ ਕਹਿਣਾ ਚਾਹੀਦਾ ਹੈ ਕਿ ਉਸਨੇ ਇਹਨਾਂ ਨੂੰ ਰੈਜ਼ਿਸਟ ਕੀਤਾ ਸੀ, ਅੰਗਰੇਜ਼ਾਂ ਨੂੰ ਵੀ, ਮੁਗਲਾਂ ਨੂੰ ਕੀਤਾ ਸੀ। ਤੇ ਉਸਨੇ ਇਹ ਪੂਰਾ ਏਰੀਆ ਜਿਹੜਾ ਪੰਜਾਬ ਦਾ ਸੀ, ਉਹ 'ਤੇ ਕਬਜ਼ਾ ਨਾ ਸਿਰਫ ਇੱਥੇ ਕੀਤਾ ਸੀ, ਬਲਕਿ ਅੱਗੇ ਤੱਕ ਲੈ ਗਏ, ਅਟਕ ਤੱਕ ਚਲਾ ਗਿਆ ਸੀ। ਅਟਕ ਤਾਂ ਨਹੀਂ ਹੋਈ, ਮੈਂ ਅਫਗਾਨਿਸਤਾਨ ਦਾ ਹਿੱਸਾ ਵੀ ਕੁਝ ਉਹਨੇ ਕਬਜ਼ਾ ਕਰ ਲਿਆ ਸੀ। ਸਾਰਾ ਫਰੰਟੀਅਰ, ਸਾਰਾ ਪੰਜਾਬ ਉਹਦੇ ਕਬਜ਼ੇ ਵਿੱਚ ਸੀ। ਉਹਦੀ ਸਟੇਟ ਬਹੁਤ ਵੱਡੀ ਇੰਪਾਇਰ ਬਣ ਗਈ ਸੀ। ਪੰਜਾਬੀ ਨੇ, ਇਹਦਾ ਮਤਲਬ ਅਸੀਂ ਅਗਰ ਪੰਜਾਬ ਦੀ ਤਾਰੀਖ 'ਚ ਰੱਖੀਏ ਤੇ ਹੀਰੋ ਪੰਜਾਬ ਦਾ ਤੇ ਰਣਜੀਤ ਸਿੰਘ ਸੀ। ਰਣਜੀਤ ਸਿੰਘ ਦੇ ਉਸ ਤੋਂ ਪਹਿਲੇ ਪਹਿਲੇ ਸੀ ਇੱਕ ਚੰਦਰਗੁਪਤ ਮੌਰੀਆ ਜੀ, ਉਹ ਟੈਕਸਲਾ ਦਾ ਸੀ ਬੰਦਾ। ਪਹਿਲੀ ਦਫਾ ਉਹ ਪੰਜਾਬੀ ਸੀ ਜੀ। ਉਹ ਪੰਜਾਬੀ ਸੀ ਨਾ, ਟੈਕਸਲਾ ਪੰਜਾਬ ਵਿੱਚ ਹੈ ਨਾ, ਚੰਦਰਗੁਪਤ ਮੌਰੀਆ। ਪਹਿਲੇ ਉਹਨੇ ਹਕੂਮਤ ਕਾਇਮ ਕੀਤੀ ਸੀ, ਉਹਨੇ ਵੀ ਬੜੀ ਰੈਜ਼ਿਸਟ ਕੀਤਾ, ਬੜਾ ਕੁਝ ਕੀਤਾ, ਲੇਕਿਨ ਉਸ ਤੋਂ ਬਾਅਦ ਫਿਰ ਇਹ ਆਇਆ। ਬਾਕੀ ਤੇ ਸਾਰਿਆਂ ਵਿੱਚ ਸਾਡੇ ਵਿੱਚੋਂ ਨਾ ਇਹ ਲੋਧੀ ਖਾਨਦਾਨ ਤੇ ਸਾਦਾਤ ਖਾਨਦਾਨ ਤੇ ਤੀਜਾ ਜਿਹੜਾ ਨਾ ਇਹ ਤੁਗਲਕ ਖਾਨਦਾਨ, ਇਹ ਇਧਰ ਸਾਡਾ ਉਕਾੜਾ ਤੇ ਇਹਨਾਂ ਇਲਾਕਿਆਂ ਦੀਪਾਲਪੁਰ ਵਗੈਰਾ ਦੇ। ਬਾਕੀ ਸਾਰੇ ਬਾਹਰ ਦੇ ਤੁਰਕ ਨੇ, ਜਿਹੜੇ ਇਧਰ ਸੈਂਟਰਲ ਏਸ਼ੀਆ 'ਚੋਂ ਆਏ ਨੇ, ਹੋਰ ਪਾਸਿਓਂ ਆਏ ਨੇ। ਇਹ ਜਿਹੜੇ ਨੇ ਮੁਗਲ ਵੀ, ਇਹ ਵੀ ਉਧਰੋਂ ਹੀ ਆਏ ਨੇ। ਅੱਛਾ ਸਰ, ਜਿਹੜੀ ਲਾਹੌਰ ਦੀਆਂ ਵੱਡੀਆਂ ਜ਼ਾਤਾਂ ਨੇ, ਇਹ ਬਾਹਰੋਂ ਲਾਹੌਰ ਦੇ ਓਰੀਜਨਲ ਜ਼ਾਤਾਂ ਨੇ, ਉਹ ਕਿਹੜੀਆਂ ਨੇ? ਲਾਹੌਰ ਅਰਾਈ ਨੇ ਤੇ ਕਸ਼ਮੀਰੀ ਨੇ ਜ਼ਿਆਦਾ ਨੇ। ਇਹ ਜਿਹੜੇ ਓਰੀਜਨਲ ਇੱਥੋਂ ਦੇ ਨੇ, ਓਰੀਜਨਲ ਜਿਹੜਾ ਕਹੀਏ ਕਿ ਲਾਹੌਰ ਦੀਆਂ ਪੁਰਾਣੇ ਤਰੇ ਖਾਨਦਾਨ, ਇੱਕ ਤੇ ਲੋਹਾਰ ਬਹੁਤ ਜ਼ਿਆਦਾ ਨੇ। ਲੋਹਾਰੀ ਦੇ ਅੰਦਰ ਬਹੁਤ ਜ਼ਿਆਦਾ ਵੱਡੇ ਫੈਮਲੀਆਂ ਹੁੰਦੀਆਂ ਸਨ। ਡਾਕਟਰ ਵੀ ਉਹਨਾਂ ਦੇ, ਇੰਜੀਨੀਅਰ ਵੀ ਉਹਨਾਂ ਦੇ ਸਨ। ਤੇ ਕੁਝ ਲੋਕ ਜਿਹੜੇ ਨੇ ਉਹ ਨੇ ਅਰਾਈ ਸਨ, ਤੇ ਤੀਜੇ ਕਸ਼ਮੀਰੀ ਸਨ। ਯਾਨੀ ਕਿ ਅਸੀਂ ਤੁਸੀਂ ਅੱਛਾ, ਉਹ ਕਸ਼ਮੀਰੀ ਕਿੱਥੋਂ ਆਏ ਸਨ? ਅਕਬਰ ਨੇ ਜਦੋਂ ਆਪਣੇ ਆਇਦ ਵਿੱਚ 1000 ਫੈਕਟਰੀ ਸ਼ਾਲ ਵੀਵਿੰਗ ਦੀ ਲਾਹੌਰ ਵਿੱਚ ਲਾਈ ਸੀ, ਤੇ ਉਹਦੇ ਵਿੱਚ ਸਾਰੇ ਨੇ ਕਾਦੀ ਫੈਕਟਰੀ ਲਾਈ ਸੀ? ਸ਼ਾਲ ਬਾਫੀ ਦੀ, ਸ਼ਾਲਾਂ ਬਣਾਉਣ ਦੀ। ਸ਼ਾਲ ਜਿਹੜੀ ਸੀ ਇਹ ਕਸ਼ਮੀਰ ਦੀ ਖਾਲਸ ਪ੍ਰੋਡਕਟ ਸੀ। ਇਹ ਬੜੀ ਨਫੀਸ ਹੁੰਦੀ ਸੀ, ਕਿਸੇ ਪਾਸੇ ਚੱਲਦੀ ਨਹੀਂ ਸੀ। ਉਹ ਕੁਈਨ ਵਿਕਟੋਰੀਆ ਜਿਹੜੀ ਸੀ, ਉਹਨੇ ਵੀ ਭੇਡਾਂ ਵੀ ਖੜੀਆਂ, ਸ਼ਾਲ ਵੀਵਰ ਵੀ ਖੜੇ, ਉਹ ਵੀ ਨਹੀਂ ਬਣੀ। ਇਹ ਫਰਾਂਸ ਦੀ ਮਲਕਾ ਜਿਹੜੀ ਸੀ ਉਹਦੀ, ਨੈਪੋਲੀਅਨ ਦੀ, ਉਹ ਵੀ ਭੇਡਾਂ ਵੀ ਲੈ ਗਈਆਂ, ਸਾਰਾ ਕੁਝ ਲੈ ਗਈਆਂ, ਲੇਕਿਨ ਉੱਥੇ ਵੀ ਸ਼ਾਲ ਨਹੀਂ ਚੱਲੀ। ਇਹ ਸ਼ਾਲ ਚੱਲਦੀ ਸਿਰਫ ਕਸ਼ਮੀਰ ਵਿੱਚ। ਉਹਦਾ ਪਾਣੀ ਜੇਹਲਮ ਦਾ ਪਾਣੀ ਹੈ ਤੇ ਬਾਰੀਕ ਹੈ, ਤੇ ਉਹ ਐਸਾ ਹੁੰਦਾ ਸੀ ਕਮਾਲ ਕਿ ਉਹਦਾ ਨਾ ਰੰਗ ਫੇਡ ਹੁੰਦਾ ਸੀ, ਤੇ ਪਤਲੀ ਜੀ ਹੁੰਦੀ ਉਹ ਸਾਰਾ। ਇਹ ਸਾਰੇ ਕਸ਼ਮੀਰੀ ਜਿਹੜੇ ਨੇ ਨਾ, ਇਹ ਜਦੋਂ ਟੈਕਸ ਲੱਗੇ ਨੇ ਨਾ, ਭਾਰੀ ਟੈਕਸ, ਇਹ ਨਸ ਕੇ ਫਿਰ ਚਲੇ ਗਏ ਅੰਮ੍ਰਿਤਸਰ ਤੋਂ ਕੁਝ ਬੰਬਈ ਚਲੇ ਗਿਆ, ਕਾਰੋਬਾਰੀ ਉੱਥੇ ਚਲੇ ਗਿਆ। ਇਹ ਸ਼ਾਲ ਦੇ ਜਿਹੜਾ ਕਾਰੋਬਾਰ ਕਰਦੇ ਸੀ ਉੱਥੇ, ਫਿਰ ਉਹ ਪਾਕਿਸਤਾਨ ਬਣਿਆ ਤੇ ਇੱਥੇ ਆ ਗਿਆ। ਸਾਰੇ ਰਈਸੇ ਸਾਰੇ ਇਹਨਾਂ ਦੀ ਵਜ੍ਹਾ ਤੋਂ, ਨਿਸਬਤ ਰੋਡ ਤੋਂ ਜਿੰਨੇ ਲੋਕ ਨੇ। ਅੱਛਾ ਸਰ, ਇਹ ਲਾਹੌਰ ਦੇ 12 ਦਰਵਾਜ਼ਿਆਂ ਦਾ ਕੀ ਕਨਸੈਪਟ ਹੈ? 12 ਦਰਵਾਜ਼ੇ, 13ਵੀਂ ਮੋਰੀ, ਇਹਨੂੰ ਕਿਸ ਤਰ੍ਹਾਂ ਕਿੰਨੇ ਬਣਾਇਆ ਸੀ? ਸਭ ਤੋਂ ਪਹਿਲਾਂ ਇਹ ਤੇ ਅਕਬਰ ਨੇ ਬਣਾਏ ਨੇ। ਇਹ ਟ੍ਰੈਡੀਸ਼ਨ ਵੀ ਸੈਂਟਰਲ ਏਸ਼ੀਆ ਦੀ ਹੈ। ਬੁਖਾਰਾ ਦੇ ਵੀ ਦਰਵਾਜ਼ੇ ਨੇ, ਇਹਨਾਂ ਦੇ ਜਿਹੜਾ ਸਮਰਕੰਦ ਦੇ ਵੀ ਦਰਵਾਜ਼ੇ ਨੇ। ਇਹ ਸੈਂਟਰਲ ਏਸ਼ੀਆ ਅਸਲ ਵਿੱਚ ਤੇ ਉਸ ਜ਼ਮਾਨੇ 'ਚ ਹਮਲਾਵਰਾਂ ਤੋਂ ਡਰ ਰਹਿੰਦਾ ਸੀ। ਮੰਗੋਲ ਜਿਹੜੇ ਸੀ ਨਾ, ਮੰਗੋਲੀਆ ਚਾਈਨਾ ਦੇ ਬਿਲਕੁਲ ਮਗਰ, ਇਹ ਤਤਾਰੀ ਜਿਹੜੇ ਸੀ, ਇਹ ਲੁਟੇਰੇ ਸੀ। ਉਹਨਾਂ ਦੇ ਅੱਜ ਵੀ ਤਤਾਰੀ ਤੇ ਮੰਗੋਲ ਇੱਕੋ ਹੀ ਨੇ ਨਾ ਸਰ? ਇੱਕੋ ਸ਼ਾਇ ਹੈ। ਅੱਛਾ, ਉਹਨਾਂ ਦੇ ਕੋਲ ਅੱਜ ਵੀ ਰੇਗਿਸਤਾਨ ਹੈ, ਕੋਈ ਫਸਲ ਨਹੀਂ, ਕੋਈ ਕੱਖ ਨਹੀਂ, ਕੋਈ ਲੈਣੀ ਨਹੀਂ, ਕੋਈ ਦੇਣੀ ਨਹੀਂ। ਉਹ ਜਦੋਂ ਭੁੱਖ ਪੈਂਦੀ ਸੀ ਨਾ, ਉੱਠ ਪੈਂਦੇ ਸਨ, ਇੱਜੜ
ਜਾਂ ਉਹ ਤੁਰਕੀ ਤੱਕ ਪਹੁੰਚ ਜਾਂਦੇ ਸਨ, ਯੂਰਪ ਤੱਕ ਪਹੁੰਚ ਜਾਂਦੇ ਸਨ। ਇਟਲੀ ਵੀ ਉਹਨਾਂ ਦੀ ਆਬਾਦੀ ਹੈ, ਸਾਡੀ ਵੀ। ਉਹ ਮੈਂ ਉੱਥੇ ਗਿਆ ਨਾ ਤੁਰਕੀ ਤੋਂ ਬੜੇ ਖੁਸ਼ ਹੋ, ਘਰ ਦੇਸ਼ ਕਿ ਤੁਸੀਂ ਸਾਡੇ ਭਰਾ ਹੋ, ਉਹਨਾਂ ਦੀ ਔਲਾਦ ਹੋ, ਆਰੀਅਨ ਦੀ ਔਲਾਦ ਹੋ। ਇਸੇ ਤਰ੍ਹਾਂ ਇਹ ਜਿਹੜੇ ਇਟਾਲੀਅਨ ਵੀ ਖੁਸ਼ ਹੁੰਦੇ ਨੇ ਕਿ ਪਾਕਿਸਤਾਨੀ ਸਾਡੀ ਨਸਲ ਦੇ ਵਿੱਚੋਂ ਨੇ। ਅਤੇ ਇਹ ਜਿਹੜੇ ਸੀ ਇਹ ਮੰਗੋਲਾਂ ਜੋ ਫਿਰ ਅਮੀਰ ਇਟਾਲੀਅਨ ਦੀ ਨਸਲਾਂ ਇਟਾਲੀਅਨ ਦੀ ਨਸਲ 'ਚ ਕਿਸ ਤਰ੍ਹਾਂ ਚਲੇ ਗਏ? ਮੰਗੋਲਾਂ ਦੀ ਵਜ੍ਹਾ ਇਹ ਸਾਰੇ ਇਹ ਥੁੱਟਦੇ ਸਨ ਨਾ। ਇਹ ਫਿਰ ਸੈਂਟਰਲ ਏਸ਼ੀਆ 'ਤੇ ਹਮਲੇ ਕਰਦੇ ਸਨ। ਬਗਦਾਦ ਇਹਨਾਂ ਸਾੜ ਕੇ ਤਬਾਹ ਕਰਕੇ ਉਹ ਰੱਖ ਦਿੱਤਾ। ਤੁਹਾਨੂੰ ਪਤਾ ਇਹਨਾਂ ਦੇ ਬਾਦਸ਼ਾਹ ਦੀ ਹਕੂਮਤ ਦਰਿਆਏ ਦਜਲਾ ਖੂਨ ਦੇ ਪਾਣੀ ਦੇ ਨਾਲ ਵਗਿਆ ਸੀ। ਐਡਾ ਕੁ ਬੰਦੇ ਮਾਰੇ ਸਨ ਇਹਨਾਂ ਨੇ, ਢੇਰਾਂ ਦੇ ਢੇਰ ਲਾ ਦਿੱਤੇ ਸਨ। ਇਹਨਾਂ ਦੀ ਬੜੀ ਭੈੜੀ ਰਸਮ ਸੀ। ਇਹ ਖੋਪੜੀ ਵਿੱਚ ਬਰੂਦ ਭਰ ਕੇ ਉਹਨੂੰ ਪਟਾਕੇ ਚਲਾਉਂਦੇ ਸੀ। ਐਡੇ ਬੁਰੇ ਸਨ ਮੰਗੋਲ ਜਿਹੜੇ। ਮੰਗੋਲ ਫਿਰ ਇੱਥੇ ਆ ਕੇ ਮੁਗਲ ਹੋ ਗਏ। ਉਹ ਫਿਰ ਤੈਮੂਰ, ਉਹਦੇ ਅਮੀਰ ਤੈਮੂਰ ਦੀ ਔਲਾਦ ਬਣ ਗਿਆ ਨਾ। ਉਹ ਅਮੀਰ ਤੈਮੂਰ ਦੀ ਔਲਾਦ ਜਿਹੜੇ ਨੇ ਫਿਰ ਦੋ ਬਰਾਚਾਂ ਬਣ ਗਈਆਂ ਨੇ। ਇੱਕ ਮੁਗਲ ਨੇ ਅਤੇ ਇੱਕ ਉਹ ਜਿਹੜੇ ਨੇ ਉੱਥੋਂ ਦੇ ਰਹਿ ਗਏ ਜਿਹੜੇ ਉਹਦੇ ਮੰਗੋਲ ਨਹੀਂ ਹਮਲੇ ਤੈਮੂਰੀ ਹੋ ਜਾਏ। ਇੱਕ ਤੈਮੂਰੀ ਕਹਿਲਾਉਂਦੇ ਨੇ, ਇੱਕ ਮੁਗਲ ਕਹਿਲਾਉਂਦੇ ਨੇ। ਇਹ ਮੁਗਲ ਜਿਹੜਾ ਹੈ ਬਾਬਰ ਸੀ, ਇਹ ਫਰਗਾਨਾ ਦਾ ਸੀ, ਉਜ਼ਬਿਕਿਸਤਾਨ ਵਿੱਚੋਂ। ਉੱਥੋਂ ਫਿਰ ਇਹਨੂੰ ਮਾਰ ਪਈ ਅਤੇ ਨਸ ਹੈ ਕਾਬਲ ਰਿਹਾ ਬੜੀ ਦੇਰ। ਫਿਰ ਇਹਨੇ 1525 ਤੇ ਲਾਹੌਰ 'ਤੇ ਹਮਲਾ ਕੀਤਾ ਇੱਕ। ਫਿਰ ਦੂਜੀ ਵਾਰੀ 1526 ਕਰਕੇ ਤੇ ਇੱਥੇ ਕਬਜ਼ਾ ਕਰ ਲਿਆ ਇਹਨੇ। ਅਤੇ ਇਹ ਫਿਰ ਬਾਨੀ ਬਣ ਗਿਆ। ਲੋਧੀਆਂ ਨੇ ਉਹ ਬਣਾਇਆ ਸੀ ਕੈਪੀਟਲ ਆਪਣਾ ਆਗਰਾ ਨਵਾਂ। ਉਸ ਫਿਰ ਆਗਰੇ 'ਤੇ ਕਬਜ਼ਾ ਕਰਕੇ ਤੇ ਪਹਿਲਾਂ ਬਾਦਸ਼ਾਹ। ਸਰ ਇਹ ਵਾਲੀ ਹਿਸਟਰੀ ਤੇ ਅਸੀਂ ਪੜ੍ਹਦੇ, ਸਾਨੂੰ ਜ਼ਰਾ ਥੋੜ੍ਹੀ ਉਹ ਹਿਸਟਰੀ ਦੱਸੋ ਜਿਹੜੀ ਸਾਨੂੰ ਲੱਭਦੀ ਨਹੀਂ। ਇਸ ਤਰ੍ਹਾਂ 12 ਦਰਵਾਜ਼ਿਆਂ ਦੇ ਬਾਰੇ ਸਾਨੂੰ ਦੱਸੋ। 12 ਦਰਵਾਜ਼ੇ ਜਿਹੜੇ ਨੇ ਨਾ, ਅਕਬਰ ਜਦੋਂ ਪਹਿਲੇ ਉਹਨੇ ਦਿੱਲੀ ਨੂੰ ਅਪਗ੍ਰੇਡ ਕੀਤਾ। ਸਰ ਵਾਰੀ ਪੁੱਛਾਂ? ਉਹ ਤੋਂ ਮਸਤੀ ਘਾਟੀ ਤੋਂ ਸ਼ੁਰੂ ਕਰ। ਮੈਂ ਤੁਹਾਨੂੰ ਦੱਸਣਾ, ਪਹਿਲੇ ਸੁਣ ਲੈਣਾ ਗੱਲ ਮੇਰੀ। ਜੀ ਸਰ। ਅੱਛਾ, ਪਹਿਲੇ ਉਹਨੂੰ ਕੀਤਾ ਅਪਡੇਟ। ਫਿਰ ਉਹਨੇ ਦੂਜਾ ਸ਼ਹਿਰ ਵਸਾਇਆ, ਉਹ ਜਿਹੜਾ ਸਕੰਦਰੀਆ ਤੇ ਉੱਥੇ ਗ੍ਰੀਸ ਵਿੱਚ, ਕਾਇਰਾ ਵਿੱਚ। ਅੱਛਾ, ਫਿਰ ਉਹਨੇ ਫਤਿਹਪੁਰ ਸੀਕਰੀ 'ਚ ਉਹਦੀਆਂ ਕੋਈ 100 ਸੈਂਕੜਿਆਂ ਬਿਲਡਿੰਗਾਂ ਨੇ ਅਕਬਰ ਦੀਆਂ ਨਾ। ਇਸ ਲਈ ਇਹ ਕਰ ਬੈਠਾ ਤਾਂ 1584 ਵਿੱਚ ਉਹਨੇ ਆਖਿਆ ਹੁਣ ਮੈਨੂੰ ਲਾਹੌਰ ਰਹਿਣਾ ਚਾਹੀਦਾ। ਇੱਕ ਤਾਂ ਠੱਠਾ ਸਿੰਧ ਸਾਡੇ ਕਬਜ਼ੇ 'ਚ ਨਹੀਂ ਸੀ ਉਹਦੇ 'ਚ। ਇੱਕ ਉੱਧਰੋਂ ਸਨ ਇਹ ਜਿਹੜੇ ਪਠਾਨ ਸਨ, ਇਹਨਾਂ ਉਹ ਤੀਰਾ ਦੇ ਇਲਾਕੇ ਦੇ ਇਹਨਾਂ ਬੜਾ ਹੱਥ ਚੁੱਕੀ ਸੀ। ਦੂਜਾ ਇਹਨਾਂ ਕੋਲੋਂ ਕੰਧਾਰ ਜਿਹੜਾ ਸੀ ਖੋਹ ਲੈਂਦਾ ਸੀ ਉਹ ਸਫਵੀ। ਫਿਰ ਹੋਰ ਉਹਨੇ ਸਾਰੇ ਲੋਕਾਂ ਨੂੰ ਸਬਡਿਊ ਕਰਨ ਵਾਸਤੇ ਉਹਨੇ ਇਹਨੂੰ ਆਪਣਾ ਕੈਪੀਟਲ ਬਣਾ ਲਿਆ। ਇੱਥੇ ਹੋ ਰਿਹਾ ਫਿਰ 1584 ਤੋਂ ਲਾ ਕੇ ਤੇ 1599 ਤੱਕ। ਉਸ ਜ਼ਮਾਨੇ ਵਿੱਚ ਉਹਨੇ 14-15 ਸਾਲ ਰਿਹਾ। ਉਹਨੇ ਉਸ ਜ਼ਮਾਨੇ 'ਚ ਉਹਨੇ ਦੋ ਕੰਮ ਕੀਤੇ। ਕਿਲ੍ਹਾ ਕੱਚਾ ਸੀ, ਪੁਰਾਣਾ ਕਿਲ੍ਹਾ ਜਿਹੜਾ ਸੀ ਉਹ ਜਿੱਥੇ ਹੁਣ ਹੋਵੇ ਨਾ ਉਹ ਆਪਣਾ ਸਾਡਾ ਦੀਵਾਨੇ ਆਮ ਸ਼ਾਹਜਹਾਂ ਦਾ, ਉਹਦੇ ਥੱਲੇ ਦਫਨ ਹੈ ਜ਼ਮੀਨ 'ਚ। ਇਹਦੀ ਖੁਦਾਈ ਉਹ ਕਿਲ੍ਹਾ, ਪੁਰਾਣਾ ਕਿਲ੍ਹਾ। ਅੱਛਾ, ਉਹਦੀ ਥੋੜਾ ਲੱਭਿਆ ਉਹਦਾ ਥੋੜਾ ਜਿਹਾ ਉਹਨਾਂ ਨੇ ਖੋਦਿਆ ਨਾ ਦੀਵਾਨੇ ਆਮ ਤੇ ਥੱਲੇ ਕੁਝ ਲੱਭਿਆ। ਉੱਥੇ ਤੇ ਹੋਰ ਸ਼ਾਮਾਂ ਨੇ ਨਾ, ਉਹ ਹੋਰ ਇਮਾਰਤ ਇਹ ਉਸ ਤੋਂ ਥੱਲੇ ਵੇ। ਉਹਦਾ ਨਾਂ ਸੀ ਮੰਦਕੂਰ। ਇਹ ਅਲ-ਬੈਰੂਨੀ ਇਹਦਾ ਮਹਿਮੂਦ ਦਾ ਜ਼ਮਾਨੇ ਦਾ। ਉਹਨੇ ਲਿਖਿਆ ਅਰਬੀ ਵਿੱਚ ਇਹ ਵੇ ਮੰਡ ਖੋਖਰ। ਮੰਡਾਂ ਦਾ ਖੂਹ ਤੇ ਅਜੇ ਵੀ ਹੈ ਸੀ ਇੱਥੇ ਜਿੱਥੇ ਬਦਾਮੀ ਬਾਗ ਹੈ। ਅਤੇ ਖੋਖਰ ਹੁਣ ਪਰਾਂ ਟੁੱਟ ਗਿਆ ਦਰਿਆ ਵਿੱਚ ਨਾ। ਅਤੇ ਦੋ ਪਿੰਡ ਮਿਲ ਕੇ ਅਤੇ ਇਹ ਕੈਪੀਟਲ ਸੀ ਹਿੰਦੂਆਂ ਦਾ। ਠੀਕ ਹੈ। ਫਿਰ ਇਹਦੇ 'ਤੇ ਹਿੰਦੂ ਸ਼ਾਹੀ ਆ ਗਿਆ। ਉਹ ਪਹਿਲੇ ਚੱਚ ਸ਼ਾਹੀ ਨੇ, ਫਿਰ ਹਿੰਦੂ ਸ਼ਾਹੀ ਨੇ। ਹਿੰਦੂਆਂ ਸ਼ਾਹੀਆਂ ਕੋਲ ਇਹਨੇ ਕਬਜ਼ਾ ਕੀਤਾ ਸੀ ਮਹਿਮੂਦ ਨੇ 1051 'ਚ। ਉਹ ਵੀ ਇਹਦੇ ਕੋਲ ਰਿਹਾ, ਇਹ ਕਿਲ੍ਹਾ ਮੰਦਕੂਰ ਜਿਹੜਾ ਸੀ। ਫਿਰ ਪਹਿਲੀ ਵਾਰੀ ਜਿਹੜਾ ਕਿਲ੍ਹਾ ਐਕਸਟੈਂਡ ਹੋਇਆ ਉਹ ਆ ਕੇ ਬਲਬਨ ਨੇ ਕੀਤਾ, ਮਖਾਨਾ ਨੇ ਗੁਲਾਮਾਂ ਦੇ। ਬਿਲਕੁਲ ਠੀਕ ਹੈ ਸਰ। ਸਵਾਲ ਲੈ ਲਓ ਸਰ, ਇਹ ਮਸਤੀ ਘਾਟੀ ਦੀ ਮੈਂ ਗੱਲ ਕਰ ਰਿਹਾ, ਮਸਤੀ ਗੇਟ। ਹਾਂ, ਹੁਣ ਮੈਂ ਤੈਨੂੰ ਦੱਸਣ ਲੱਗਾ ਸਰ, ਗੇਟ ਕਰ ਲਓ। ਅੱਛਾ, ਦੂਜਾ ਹਿੱਸਾ ਉਹਨੇ ਅਕਬਰ ਨੇ ਕਿਲ੍ਹਾ ਬਣਾ ਦਿੱਤਾ। ਇਹਦੀ 4 ਦੀਵਾਰੀ 3 ਦਫਾ ਬਣਾ ਦਿੱਤੀ ਹੈ, ਬਣਾਤੀ। ਵਿੱਚ ਅੰਦਰ ਮਹੱਲ ਵੀ ਬਣਾ ਲਿਆ ਆਪਣੇ ਰਹਿਣ ਲਈ। ਤੇ ਚੌਥੀ ਤਰਫ ਦਰਿਆ ਉਹਨੇ ਆਖਿਆ ਸਪੁਰਦ ਤੇਰੇ। ਚੌਥੀ ਸਾਈਡ ਜਿਹੜੀ ਦਰਿਆ ਉਹਦੇ ਨਾਲ ਖਹਿ ਕੇ ਬਹਿੰਦਾ ਸੀ। ਹਾਂਜੀ, ਇਸ ਤਰ੍ਹਾਂ ਹੀ ਖਹਿ ਕੇ ਬਹਿੰਦਾ ਸੀ। ਰੋਸ਼ਨਾਈ ਦਰਵਾਜ਼ੇ ਦੇ ਨਾਲ ਬਹਿੰਦਾ ਸੀ ਸਾਰਾ। ਉਹ ਕਿ ਦਾਤਾ ਸਾਹਿਬ ਦਾ ਸਭ ਚਬੁਰਜੀ ਹੋ ਕੇ ਬਿਲਕੁਲ ਇਸ ਤਰ੍ਹਾਂ ਜਾਂਦਾ ਸੀ ਉਹ। ਫਿਰ ਉਹਨੇ ਨੇ ਨਾ ਲਾਹੌਰ ਸ਼ਹਿਰ ਨੂੰ ਮਹਿਫੂਜ਼ ਕਰਨ ਵਾਸਤੇ ਬੈਰੂਨੀ ਹਮਲਿਆਂ ਤੋਂ ਇਹਦੀ ਫਸੀਲ ਬਣਾਈ ਹੈ। ਫਸੀਲ ਬਣਾਉਣ ਤੋਂ ਬਾਅਦ ਇਸ ਤੋਂ ਪਹਿਲੇ ਉਹ ਫਤਿਹਪੁਰ ਸੀਕਰੀ ਦੇ ਦਰਵਾਜ਼ੇ ਵੀ ਰੱਖ ਸਕਿਆ ਸੀ ਅਕਬਰ ਨੇ। ਉੱਥੇ ਵੀ ਇਹ ਦਰਵਾਜ਼ੇ ਬਣਾ ਕੇ ਤੇ ਸ਼ਹਿਰ ਸੀਲ ਕਰ ਦਿੰਦੇ ਸਨ। ਇਹ ਰਿਵਾਇਤ ਜਿਹੜੀ ਆਈ ਹੈ ਨਾ, ਇਹ ਰਿਵਾਇਤ ਸੈਂਟਰਲ ਏਸ਼ੀਆ ਦੀ ਰਿਵਾਇਤ ਹੈ।
ਸਾਡੀ ਰਵਾਇਤ ਨਹੀਂ ਦਰਵਾਜ਼ੇ। ਲੇਕਿਨ ਸਾਡਾ ਇਹ ਹੁੰਦਾ ਸੀ, ਅਸੀਂ ਡਰਦੇ ਆਪਣੀ ਆਬਾਦੀ ਜਿਹੜੀ ਕਰਦੇ ਸਨ ਉਹ ਦਰਿਆ ਦੇ ਸੱਜੇ ਕਿਨਾਰੇ ਤੇ ਨਹੀਂ ਸਾ ਕਰਦੇ, ਖੱਬੇ ਕਿਨਾਰੇ ਤੇ ਕਰਦੇ ਸਨ। ਉਹ ਕੀ ਵਜ੍ਹਾ ਸੀ? ਉਹ ਕਿ ਆਵੇਗਾ ਹਮਲਾਵਰ ਤੇ ਦਰਿਆ ਪਾਰ ਕਰਦਾ ਔਖਾ ਹੋਏਗਾ ਨਾ, ਤੇ ਇਸ ਲਈ ਸਾਡਾ ਲਾਹੌਰ ਜਿਹੜਾ ਉਹ ਖੱਬੇ ਪਾਸੇ ਆ ਦਰਿਆ ਪਾਰ ਕਰਦਾ। ਤੁਹਾਨੂੰ ਪਤਾ ਗੋਰਿਆਂ ਦੇ ਵੇਲੇ ਤੱਕ ਇੱਥੇ ਕੋਈ ਕ੍ਰਾਸ ਕਰਨ ਦੀ ਜਗ੍ਹਾ ਨਹੀਂ ਸੀ, ਉਹ ਸਿਰਫ ਇੱਕ ਬੋਰਡ ਪੈਂਦੀ ਸੀ ਜਿਹੜੀ ਹੈ ਤੁਹਾਡਾ ਦਰਵਾਜ਼ਾ ਹੈ ਸ਼ੇਰਾਂ ਵਾਲਾ। ਹਾਂਜੀ, ਸ਼ੇਰਾਂ ਵਾਲਾ। ਇਹਨੂੰ ਖਿਜ਼ਰੀ ਦਰਵਾਜ਼ਾ ਇਸ ਲਈ ਕਹਿੰਦੇ ਨੇ ਕਿ ਈਸਾਈ ਉਹਨਾਂ ਵਿੱਚ ਵੀ ਖਿਜ਼ਰ ਹੈ, ਹਿੰਦੂਆਂ 'ਚ ਵੀ ਤੇ ਸਾਡੇ ਵੀ ਖਿਜ਼ਰ ਹੈ। ਇਹ ਪਾਣੀਆਂ ਦੇ ਬਾਦਸ਼ਾਹ ਨੇ, ਇਹ ਜੋ ਕਰਦੇ ਨੇ। ਇਹ ਹੁਣ ਤੁਸੀਂ ਗੁਜ਼ਰੋ ਨਾ ਦਰਿਆ ਤੇ, ਉਹ ਲੋਕ ਪਾਣੀ ਦੇ ਵਿੱਚ ਸੁੱਟ ਰਹੇ ਹੁੰਦੇ ਨੇ ਆਨੇ ਦਵਾਨੀਆਂ ਚੁਆਨੀਆਂ, ਖਿਜ਼ਰ ਦੀ ਨਿਆਜ਼ ਹੈ। ਤੇ ਇਹ ਖਿਜ਼ਰੀ ਦਰਵਾਜ਼ਾ, ਤੇ ਉਹਦਾ ਨਾਂ ਫਿਰ ਇਹਨੇ ਰੱਖ ਲਿਆ ਸੀ ਰਣਜੀਤ ਸਿੰਘ ਨੇ। ਖਿਜ਼ਰ ਦੀ ਨਿਆਜ਼ ਯਾਨੀ ਕਿ ਪਾਣੀ ਨੂੰ ਸੁੱਟੀ ਜਾਂਦੀ। ਪਾਣੀ। ਅੱਛਾ ਸਰ, ਮੈਂ ਜ਼ਰਾ ਚਾਹਨਾ ਕਿ ਸਰ ਤਰਤੀਬ ਬਣਾ ਲਈਏ। ਇੱਥੋਂ ਮਸਤੀ ਘਾਟੀ ਤੋਂ ਸ਼ੁਰੂ ਕਰ। ਇੱਥੋਂ ਲੋਕ ਕਸ਼ਤੀ 'ਚ ਬਹਿੰਦੇ ਸੀ। ਮਸਤੀ ਘਾਟੀ ਤੋਂ ਸ਼ੁਰੂ ਕਰ। ਮਸਤੀ ਘਾਟੀ ਅੱਗੇ ਦੱਸਣ ਨਾ, ਠਹਿਰ ਜਾਣਾ, ਸਬਰ ਤੇ ਕਰ। ਉਹ ਜਿਹੜੇ ਨੇ ਲੋਕ ਫਿਰ ਉੱਥੇ ਜਾ ਕੇ ਲੈਂਦੇ ਸੀ, ਉਧਰ ਸ਼ਾਦਰੇ ਦੀ ਸਾਈਡ ਤੇ। ਸ਼ਾਦਰਾ ਤੇ ਹੈ ਕੋਈ ਨਹੀਂ ਸੀ, ਉੱਥੇ ਜਾ ਕੇ ਉਤਰਦੇ ਸੀ। ਪੱਤਰ ਸਨ, 2 ਪੱਤਰ। ਠੀਕ ਹੈ ਸਰ, ਮੈਂ ਚਾਹਨਾ ਕਿ ਜ਼ਰਾ ਵਾਰੀ ਕਰੀਏ, ਜਿਨ੍ਹਾਂ ਦੇ ਇਲਾਕੇ ਨੇ ਨਾ ਉਹ ਆਪਣੀ ਆਪਣੀ ਤਾਰੀਖ ਸੁਣ ਲੈਣ। ਜਿਸ ਤਰ੍ਹਾਂ ਮਸਤੀ ਘਾਟੀ, ਫਿਰ ਮੈਂ ਦੱਸਣਾ ਤੈਨੂੰ। ਫਿਰ ਅਕਬਰ ਨੇ ਉੱਥੇ ਪੜਾਓ ਇੱਕ ਬਣਾਇਆ ਸੀ, ਸਰਾਏ। ਹਾਂਜੀ, ਅਕਬਰ ਜਿੱਥੇ ਮਜ਼ਾਰ ਹੈਗਾ ਉਹਦਾ। ਉਹ ਫਿਰ ਦਰਵਾਜ਼ੇ ਬੰਦ ਹੋਣੇ ਸ਼ੁਰੂ ਹੋ ਗਏ। ਉਹ ਲੋਕ ਜਿਹੜੇ ਆਉਂਦੇ ਹਨ ਬਾਹਰੋਂ, ਉਹ ਫਿਰ ਉੱਥੇ ਹੀ ਠਹਿਰਦੇ ਸੀ ਪੜਾਓ ਤੇ। ਸਰਾਏ 'ਚ ਠਹਿਰਦੇ ਸੀ। ਸਰਾਏ ਆਲਮਗੀਰ ਸੀ ਨਾ ਉਹ? ਨਹੀਂ ਹੈ ਪੜਾਓ ਸ਼ਾਦਰੇ, ਇਹ ਸ਼ਦਾਸ਼ ਨਾਲ ਜਿੱਥੇ ਮਕਬਰਾ ਹੈ, ਮਕਬਰੇ ਦੇ ਨਾਲ ਹੈ ਨਾ। ਉਹ ਕੀ ਕਹਿੰਦੇ ਸੀ? ਉਹ ਪੜਾਓ ਹੀ ਹੈ ਨਾ। ਤੇ ਉਹ ਸਰਾਏ ਦਾ ਨਾਂ ਨਹੀਂ ਹੈਗਾ। ਸਰਾਏ ਤੇ ਅੱਗੇ ਵੇ ਨਾ ਉਹਦੇ, ਉਹ ਸਰਾਏ ਨਹੀਂ ਹੈ। ਉਹ ਸਰਾਏ ਸ਼ਾਹਜਹਾਨੀ ਹੈ। ਉਹ ਜਿਹੜੀ ਮਕਬਰੇ ਦੇ ਸਾਹਮਣੇ ਲੋਕ ਮਕਬਰੀ ਕਹਿੰਦੇ ਨੇ, ਉਹ ਵੀ ਗਲਤ ਕਹਿੰਦੇ ਨੇ। ਉਹ ਸਰਾਏ ਸ਼ਾਹਜਹਾਨੀ ਹੈ। ਜਿਹੜਾ GT ਰੋਡ ਹੁੰਦਾ ਸੀ ਨਾ, ਇੱਧਰੋਂ ਆ ਕੇ ਇਹ ਤੁਹਾਡੇ ਅਸੀਂ ਕਿਲੇ ਜਾਂਦੇ ਸਾਂ, ਕਿਸ਼ਤੀ 'ਤੇ ਬਹਿ ਕੇ ਪਾਰ ਹੋ ਜਾਂਦੇ ਸਾਂ, ਤੇ ਉਹ ਫਿਰ ਵਿੱਚੋਂ ਦੀ ਲੱਗਦੇ ਸਨ ਜਿੱਥੇ ਉਹ ਸਰਾਏ ਜਹਾਂਗੀਰ ਵਾਲੀ। ਠੀਕ ਹੈ। ਇਹ GT ਰੋਡ ਜਾਂਦੀ ਸੀ ਇੱਥੋਂ ਨਿਕਲ ਕੇ ਅੱਗੇ ਅਹਿਮਦਾਬਾਦ, ਧੌਂਕਲ, ਫਿਰ ਸੋਧਰੇ ਜਾ ਕੇ ਦਰਿਆਏ ਚਨਾਬ ਨੂੰ ਪੂਰ ਕਰਕੇ ਲੋਕ ਅੱਗੇ ਜਾਂਦੇ ਹੁੰਦੇ ਸੀ। ਬਿਲਕੁਲ ਠੀਕ। ਇਹ ਸੀ ਉਹ। ਫਿਰ ਇਹ ਜਿਹੜੇ ਦਰਵਾਜ਼ੇ ਨੇ ਉਹ ਉਹਨਾਂ ਨੇ ਸਾਰਿਆਂ ਦੇ ਮੁਖਤਲਿਫ ਰਵਾਇਤਾਂ ਨੇ ਅੱਧਿਆਂ ਦਿਨ ਜੀ ਨਾਂ ਇਸ ਵਾਸਤੇ ਉਹਦਾ ਰੱਖਿਆ ਗਿਆ ਕਿ ਉਸ ਪਾਸੇ ਉਹਨਾਂ ਦੀ ਉਸ ਨਾਂ ਦੀ ਕੋਈ ਆਬਾਦੀ ਸੀ। ਮਸਲ ਲੋਹਾਰੀ ਦਰਵਾਜ਼ਾ, ਉਹ ਆਉਂਦੇ ਨੇ ਜੀ ਉੱਥੇ ਹੀ ਸ਼ਰਾਸਰੀ ਲਾਹੌਰ ਸੀ। ਸਰ ਮੈਂ ਦੁਬਾਰਾ ਸ਼ੁਰੂ ਤੋਂ ਕਰਨਾ ਨਾ ਸਰ, ਮੈਂ ਚਾਹਨਾ ਸਰ ਮੇਰੀ ਖਾਤਰ ਤੁਸੀਂ ਮੈਂ ਸਰ ਸੇ ਮੈਂ ਜ਼ਰਾ ਸ਼ਰਾਰਤੇ ਕਰ ਲੈਤਾ ਹੂੰ। ਮਸਤੀ ਦਾ ਪਹਿਲੇ ਮਸਤੀ ਗੇਟ ਤੋਂ ਪੁੱਛਣਾ। ਮਸਤੀ ਜਿਹੜਾ ਨਾ ਇਹ ਅਸਲ 'ਚ ਮਸਜਿਦੀ ਗੇਟ ਤੇ ਮਸੀਤੀ ਹੋਇਆ, ਫਿਰ ਇਹ ਕਰਪਟ ਹੋ ਗਿਆ ਨਾ। ਇਹ ਅਸਲ ਉਹ ਮਸਜਿਦ ਅੰਦਰ ਨੇ ਬੇਗਮ ਮਰੀਮ ਜ਼ਮਾਨੀ, ਉਹਦੇ ਨਾਂ ਤੇ ਇਹਦਾ ਨਾਂ ਰੱਖਿਆ ਗਿਆ ਸੀ ਮਸਜਿਦੀ ਗੇਟ। ਠੀਕ ਹੈ। ਜਿਹੜਾ ਵਿਗੜ ਕੇ ਤੇ ਮਸਤੀ ਗੇਟ ਹੋ ਗਿਆ। ਸਰ ਅਸੀਂ ਮਸੀਤੀ ਕਹਿੰਦੇ ਨਾ, ਮਸੀਤ ਕਹਿੰਦੇ ਆ। ਮਸੀਤ ਤੋਂ ਮਸੀਤੀ ਮਸਤੀ ਹੈ ਨਾ। ਮਸਤਾਨ ਖਾਨ ਦੇ ਨਾਂ ਤੋਂ ਕੋਈ ਨਹੀਂ, ਕੋਈ ਕਿਸੇ ਦਾ ਵਾਸਤਾ ਨਹੀਂ ਇਹਦਾ। ਇਹ ਗੱਲਾਂ ਬਣੀਆਂ ਨੇ, ਐਵੇਂ ਬਣੀਆਂ ਨੇ। ਇਹ ਮਸਤੀ ਗੇਟ ਸੀ। ਉਸ ਤੋਂ ਅੱਗੇ ਟਕਸਾਲ ਸੀ। ਨਹੀਂ ਸਰ, ਇੱਧਰਲੇ ਪਾਸੇ ਮੇਰੇ ਵਾਲੇ ਪਾਸੇ ਆਓ। ਕਸ਼ਮੀਰੀ ਘਾਟੀ, ਕਸ਼ਮੀਰੀ ਗੇਟ। ਕਸ਼ਮੀਰੀ ਗੇਟ ਦੀ 2 ਨਾਂ ਦੱਸਦੇ ਨੇ। ਇੱਕ ਤੇ ਆਉਂਦੇ ਨੇ ਕਿ ਕਸ਼ਮੀਰ ਵਾਲੇ ਦਾ ਮੂੰਹ ਸੀ ਆਬਾਦੀ, ਇਸ ਲਈ ਕਸ਼ਮੀਰ ਰੱਖਿਆ। ਲੇਕਿਨ ਜ਼ਿਆਦਾ ਅੱਛਾ ਨਾਂ ਇਹ ਵੇ ਕਿ ਕਸ਼ਮੀਰੀ ਜਦੋਂ ਅਕਬਰ ਨੇ ਮੰਗਾਏ ਸਨ ਤੇ ਇਸੇ ਮਹੱਲੇ 'ਚ ਆਬਾਦ ਕੀਤੇ ਸੀ। ਹਾਂਜੀ, ਅਸੀਂ ਵੀ ਉੱਥੇ ਰਹੇ। ਤੇ ਉਦੋਂ ਹੀ ਇਹ ਦਰਵਾਜ਼ਾ ਬਣਿਆ ਸੀ ਤੇ ਇਹਦਾ ਨਾਂ ਕਸ਼ਮੀਰੀ ਗੇਟ। ਅਕਬਰ ਨੇ ਜਦੋਂ ਕਸ਼ਮੀਰੀ ਮੰਗਾਏ ਸ਼ੌਲਾਂ ਵਾਸਤੇ, ਤੇ ਉਹਨੇ ਇੱਥੇ 2 ਹੈਗਾ ਨਾ, ਕਸ਼ਮੀਰੀ ਬਾਜ਼ਾਰ ਤੇ ਕਸ਼ਮੀਰੀਆਂ ਦਾ ਮਾਲਾ। ਹਾਂਜੀ, ਕਸ਼ਮੀਰੀ। ਇਹ ਅਕਬਰ ਦੇ ਵੇਲੇ ਤੇ ਇੱਥੇ 1000 ਫੈਕਟਰੀ ਸੀ ਸ਼ਾਲਾਂ ਦੀ, ਸ਼ਾਲ ਬੁਣਨ ਦੀ ਨਾ, ਤੇ ਇਸ ਮਹੱਲੇ 'ਚ। ਉਦੋਂ ਫਿਰ ਇਹਦਾ ਨਾਂ ਜਿਹੜਾ ਕਸ਼ਮੀਰੀ ਬਾਜ਼ਾਰ ਰੱਖਿਆ ਗਿਆ। ਅੱਛਾ। ਤੇ ਫਿਰ ਉਸ ਤੋਂ ਬਾਅਦ ਅੱਗੇ ਆਏ ਸੀ ਸ਼ੇਰਾਂ ਵਾਲਾ ਗੇਟ। ਸ਼ੇਰਾਂ ਵਾਲਾ ਗੇਟ ਤਾਂ ਦੱਸਿਆ ਨਾ ਮੈਂ ਤੈਨੂੰ, ਉਹਦਾ ਖਿਜ਼ਰੀ ਗੇਟ ਸੀ ਤੇ ਸ਼ੇਰ ਰੱਖੇ ਸੀ ਰਣਜੀਤ ਸਿੰਘ ਨੇ। ਤੇ ਉਹਦੀ ਦੇ ਵਿੱਚ ਜਿੱਥੇ ਬਾਹਰ ਸ਼ੇਰਾਂ ਵਾਲਾ ਸਕੂਲ ਹੈਗਾ, ਇਸਲਾਮੀ ਸਕੂਲ, ਸ਼ੇਰਾਂ ਵਾਲਾ ਗੇਟ, ਜਿਹੜਾ ਗੇਟ ਦੇ ਨਾਲ ਹੀ ਸਕੂਲ ਹੈ। ਉਹ ਪੁਰਾਣਾ ਸਕੂਲ ਹੈ। ਅਲਾਮਾ ਇਕਬਾਲ ਇੱਥੇ ਆ ਕੇ ਪੜ੍ਹਦੇ ਰਹੇ ਨੇ। ਪੜ੍ਹਿਆ ਤੁਹਾਡਾ ਸ਼ਗਿਰਦ? ਤੂੰ ਪੜ੍ਹਿਆ ਹੋਏਗਾ। ਅਲਾਮਾ ਇਕਬਾਲ ਇੱਥੇ ਆਪਣੀ ਨਜ਼ਮਾਂ ਪੜ੍ਹਦੇ ਹੁੰਦੇ ਸੀ। ਅੰਜਮਨ ਹਮਾਇਤ ਇਸਲਾਮ ਜਿਹੜੀ ਸੀ ਨਾ, ਉਹ ਆਪਣੇ ਇੱਥੇ ਬੜੇ ਜਲਸੇ ਕਰਦੀ ਹੁੰਦੀ ਸੀ। ਤੇ ਅਲਾਮਾ ਇਕਬਾਲ ਇੱਥੇ ਮੁਤਾਰਫ ਹੋਇਆ ਸੀ ਪਹਿਲੀ ਦਫਾ ਇਸ ਸਕੂਲ ਵਿੱਚ, ਸਾਡੇ ਸਕੂਲ 'ਚ। ਸਾਨੂੰ ਕਿਹਾ ਗਿਆ ਪਹਿਲੇ ਇੱਥੇ ਅਲਾਮਾ ਇਕਬਾਲ ਇੱਥੇ ਵੀ ਆਉਂਦੇ ਹੁੰਦੇ ਸਨ। ਤੇ ਇੱਥੇ ਬੜੇ ਬੜੇ ਲੋਕ ਪੈਦਾ ਹੋਏ ਨੇ। ਸਾਹਮਣੇ ਅਲੀ ਅਹਿਮਦ ਲਾਹੌਰੀ ਸੀ, ਮੌਲਾਨਾ ਅਹਿਮਦ ਅਲੀ ਲਾਹੌਰੀ, ਬਿਲਕੁਲ। ਉਹਨੇ ਕਬਜ਼ਾ ਕਰ ਲਿਆ ਮਸਜਿਦ ਪੁਰਾਣੀ ਤੇ, ਉਹਦਾ ਬੇੜਾ ਗਰਕ ਕਰ ਦਿੱਤਾ, ਉਹ ਨਵੀਂ ਬਣਾ ਲਈ ਨੇ।
तो ਇਹ ਵੇ ਕਿ ਇਹ ਬੜਾ ਇੰਪੋਰਟੈਂਟ ਮਦਰਸਾ ਸੀ। ਉਹ ਉਹਨਾਂ ਦੇ ਬੇਟੇ ਸਨ ਅਜਮਲ ਕਾਦਰੀ ਸਾਹਿਬ, ਜਿਹੜੀ ਨਵੀਂ ਬਣਾਈ ਉਹਨਾਂ ਆਹੋ ਮੌਲਾਨਾ ਅਹਿਮਦ ਅਲੀ ਲਾਹੌਰੀ ਦੇ ਬੜੇ ਵੱਡੇ ਬਜ਼ੁਰਗ ਸਨ। ਆਹੋ ਜੀ ਠੀਕ ਹੈ, ਉਹ ਸਾਡੇ ਗੁਜਰਾਂਵਾਲੇ ਦਾ ਸੀ ਉਹ ਵੀ। ਅੱਛਾ, ਮੌਲਾਨਾ ਅਹਿਮਦ ਅਲੀ ਗੁਜਰਾਂਵਾਲੇ ਸਨ। ਸਿੱਖੋ ਮੁਸਲਮਾਨ ਹੋਏ ਅਸੀਂ ਨਾ। ਮੇਰੇ ਨਾਨਾ ਜੀ ਉਹਨਾਂ ਦੇ ਬੜੇ ਮੰਨਣ ਵਾਲੇ ਸੀ। ਆਹੋ ਹੀ ਨਾ, ਉਹਨੂੰ ਬਥੇਰੇ ਮੰਨਣ ਵਾਲੇ ਹੁਣ ਵੀ ਬੜੇ ਮੰਨਣ ਵਾਲੇ। ਅੱਛਾ, ਮੈਂ ਉਸ ਤੋਂ ਬਾਅਦ ਅਸੀਂ ਆ ਜਾਈਏ ਸ਼ੇਰਾਂਵਾਲਾ ਖਿਜ਼ਰੀ ਗੇਟ ਕਹਾਉਂਦਾ ਸੀ, ਖਿਜ਼ਰੀ ਤੋਂ ਸ਼ੇਰਾਂਵਾਲਾ ਗੇਟ ਹੋ ਗਿਆ, ਤੇ ਯੱਕੀ ਦਰਵਾਜ਼ਾ, ਯੱਕੀ, ਇਹਨੂੰ ਜ਼ਕੀ ਕਹਿੰਦੇ ਨੇ। ਇਹ ਦਰਅਸਲ ਉਹ ਪੀਰ ਜ਼ਕੀ ਹੈ ਨਾ। ਹਾਂਜੀ, ਇਹ ਸ਼ਹੀਦ ਹੋਇਆ ਸੀ ਬਹਿਰਾਮ ਸ਼ਾਹ ਦੇ ਵੇਲੇ ਵਿੱਚ। ਬਹਿਰਾਮ ਸ਼ਾਹ ਜਦੋਂ ਗਜ਼ਨਵੀ ਲਾਹੌਰ ਦਾ ਹਾਕਮ ਸੀ ਨਾ, ਤੇ ਹਮਲਾ ਹੋਇਆ ਸੀ ਮੰਗੋਲਾਂ ਦਾ, ਤੇ ਉਹਦੇ 'ਚ ਲੜਾਈ ਕਰਦਾ ਸ਼ਹੀਦ ਹੋਇਆ ਸੀ। ਲੇਕਿਨ ਰਵਾਇਤ ਇਹਨਾਂ ਬਣਾਈ ਹੈ ਲੋਕਾਂ ਨੇ, ਜਿੱਥੇ ਉਹਦਾ ਇਹ ਸਿਰ ਲੱਥਾ ਸੀ ਉੱਥੇ ਸੇਰਾ ਮੁਬਾਰਕ ਬਣਾਇਆ ਜੀ, ਉੱਥੇ ਜਿੱਥੇ ਦਰਵਾਜ਼ਾ ਹੈ। ਹਾਂਜੀ, ਇਹ ਬਾਹਰ ਉੱਥੇ ਉਹਦਾ ਬਣਾ ਦਿੱਤਾ ਹੈ। ਦੂਜਾ ਜ਼ਰਾ ਕੋ ਅੱਗੇ ਜਾ ਕੇ ਜਾਓਗੇ ਤੇ ਉਹ ਆਂਦੇ ਧਾੜੇ ਇੱਥੇ ਡਿੱਗਾ। ਹਾਂਜੀ, ਧਾੜਾ ਇੱਥੇ ਡਿੱਗਾ ਸੀ, ਉੱਥੇ ਵੀ ਬਣਾਏ ਆ। ਦੋਵਾਂ ਜਗ੍ਹਾ ਦੀ ਲੋਕ ਇੱਜ਼ਤ ਕਰਦੇ ਨੇ। ਇਹ ਅਸਲ 'ਚ ਜ਼ਕੀ ਗੇਟ ਸੀ ਜਿਹੜਾ ਆਵਾਮ ਨੇ ਯਕੀ। ਜ਼ਕੀ ਕਿਸ ਵਜ੍ਹਾ ਤੋਂ ਸੀ? ਬਜ਼ੁਰਗ ਦੀ ਵਜ੍ਹਾ ਤੋਂ। ਬਜ਼ੁਰਗ ਦੀ ਵਜ੍ਹਾ। ਉਸ ਤੋਂ ਪਹਿਲੇ ਗੇਟ ਦਾ ਅਕਬਰ ਨੇ ਕੀ ਨਾਂ ਰੱਖਿਆ ਸੀ? ਅਕਬਰ ਦਾ ਇਹ ਹੀ ਸੀ ਨਾ, ਇਹ ਦਰਵਾਜ਼ਾ ਅਕਬਰ ਨੇ ਰੱਖੇ ਸਨ ਸਾਰੇ ਜ਼ਕੀ ਬਾਰਿਆਂ ਦੇ। ਉਹਨੇ ਕਿਹਾ ਜ਼ਕੀ ਗੇਟ ਹੈ, ਅਸਲ ਨਾਂ ਇਹਦਾ ਜ਼ਕੀ ਗੇਟ ਹੈ। ਤੇ ਹੁਣ ਯਕੀ ਨਹੀਂ ਗਾ, ਯਕੀ ਤੇ ਸੀ, ਹੁਣ ਤਾਂ ਯਕੀ ਬਣਾ ਲਿਆ ਨਾ ਤੁਸੀਂ, ਬਦਲ ਲਿਆ ਤੁਸੀਂ। ਅਸੀਂ ਯੱਕੇ ਤੋਂ ਯਕੀ ਬਣਾਇਆ, ਯੱਕਾ, ਕਿਉਂਕਿ ਉੱਥੇ ਯੱਕਿਆਂ ਦੀ ਮਾਰਕੀਟ ਸੀ। ਉਸ ਤੋਂ ਅਗਲਾ ਦਰਵਾਜ਼ਾ ਜਿਹੜਾ ਉਹ ਦਿੱਲੀ ਗੇਟ ਹੈ। ਦਿੱਲੀ ਦਰਵਾਜ਼ਾ। ਇਹ ਦਿੱਲੀ ਗੇਟ ਜਿਹੜਾ ਹੈ ਇਹ ਸ਼ਾਹਰਾਏ ਆਜ਼ਮ ਉੱਤੇ ਸੀ, ਜਿਹੜੀ ਸ਼ੇਰ ਸ਼ਾਹ ਸੂਰੀ ਨੇ ਰਾਇਲ ਟ੍ਰੇਲ ਜਿਹਨੂੰ ਕਹਿੰਦੇ, ਜਿਹੜੀ ਕਿ ਸ਼ਾਲਾਮਾਰ ਬਾਗ ਦੇ ਸ਼ਮਾਲ ਤੋਂ ਗੁਜ਼ਰ ਕੇ ਇਹ ਵਿੱਚੋਂ ਦੀ ਹੁੰਦੀ ਹੋਈ ਹੈ, ਦੋ ਮੋਰੀਏ ਤੋਂ ਗੁਜ਼ਰ ਕੇ ਤੇ ਉਹਦੀ ਸੀ ਦਿੱਲੀ ਦਰਵਾਜ਼ੇ। ਦਿੱਲੀ ਦਰਵਾਜ਼ੇ ਸ਼ਾਹੀ ਖਾਨਦਾਨ ਜਿਹੜੇ ਸੀ ਉਹ ਕਿਲੇ ਟੁੱਟ ਜਾਂਦੇ ਸੀ, ਬਾਕੀ ਜਿਨ੍ਹਾਂ ਖਰੀਦੋ ਫਰੋਖਤ ਕਰਨੀ ਸੀ ਉਹ ਸ਼ਹਿਰ ਟੁੱਟ ਜਾਂਦੇ ਸੀ। ਇਹਨੂੰ ਰਾਇਲ ਟ੍ਰੇਲ ਕਹਿੰਦੇ ਸਨ। ਇਹਨੂੰ ਰਾਇਲ ਟ੍ਰੇਲ ਕਹਿੰਦੇ ਸੀ, ਸ਼ਾਹੀ ਰਸਤਾ ਕਹਿੰਦੇ ਸੀ, ਸ਼ਾਹੀ ਗੁਜ਼ਰਗਾ। ਰਾਇਲ ਸੀ ਨਾ ਰਸਤਾ, ਰੂਟ ਸੀ, ਰਾਇਲ ਰੂਟ ਸੀ। ਇਹਦੇ ਬਾਹਰ ਹਮਾਮ ਇਸ ਵਾਸਤੇ ਬਣਾਇਆ ਗਿਆ। ਹਮਾਮ ਤੇ ਬਾਅਦ ਸੀ ਹਮਾਮ ਉਸ ਵੇਲੇ ਬੜੀ, ਮੈਂ ਤਾਂ ਹਮਾਮ ਤੇ ਗਜ਼ਨਵੀ ਪੀਰੀਅਡ ਦੇ ਹਨ ਨਾ। ਇਹ ਰਵਾਇਤ ਆਈ ਤੁਰਕੀ 'ਚੋਂ। ਤੁਰਕੀ 'ਚ ਅੱਜ ਵੀ ਜਾਓ ਤਾਂ ਤੁਹਾਨੂੰ ਬੜੀ ਮਾਲਿਸ਼ ਕਰਨਗੇ, ਸਭ ਕਰਨਗੇ, ਬੜਾ ਖੂਬਸੂਰਤ ਹਮਾਮ ਉੱਥੇ ਨੇ। ਤੇ ਇਹ ਉਸ ਤੋਂ ਪਹਿਲੇ 11ਵੀਂ ਸਦੀ 'ਚ ਮੈਂ ਦੱਸਿਆ ਤੁਹਾਨੂੰ ਸੁਲੇਮਾਨ ਸਾਧ ਦੇ ਹਮਾਮ ਸੰਤਰਾ। ਇਹ ਰਵਾਇਤ ਇੱਥੇ ਚੱਲਦੀ ਸੀ, ਸਾਰੇ ਸ਼ਹਿਰਾਂ 'ਚ ਹੁੰਦਾ ਸੀ। ਲੋਕ ਥੱਕ ਟੁੱਟ ਕੇ ਆਉਂਦੇ ਸਨ। ਇੱਕ ਸਰਾਹ ਹੁੰਦੀ ਸੀ, ਨਾਲ ਹਮਾਮ ਹੁੰਦਾ ਸੀ। ਸਰਾਹ ਵਿੱਚ ਲੋਕ ਰਹਿੰਦੇ ਸੀ ਤੇ ਹਮਾਮਾਂ 'ਚ ਲੋਕ ਨਹਾ ਧੋ ਕੇ ਤੇਲ ਮਾਲਿਸ਼ ਕਰਾਉਣ, ਮਾਲਸ਼ੀ ਹੁੰਦੇ ਸੀ। ਉਹ ਫਿਰ ਫਾਰਿਗ ਹੋ ਕੇ ਤੇ ਉਹ ਜਿੱਥੇ ਜਾਣਾ ਹੁੰਦਾ ਸੀ ਚਲੇ ਜਾਂਦੇ ਸੀ, ਆਪਣੇ ਕੰਮ ਕਰਦੇ ਸੀ। ਦਿੱਲੀ ਤੋਂ ਅੱਗੇ ਅਕਬਰੀ ਗੇਟ। ਅਕਬਰੀ ਗੇਟ ਜਿਹੜਾ ਹੈ ਨਾ, ਉਹ ਅਕਬਰ ਨੇ ਜਦੋਂ ਇਹ ਬਣਾਇਆ ਤੇ ਅੰਦਰ ਮਾਰਕੀਟ ਬਣਾਈ, ਗੱਲਾ ਮੰਡੀ, ਤੇ ਦਰਵਾਜ਼ਾ ਵੀ ਉਹਨੇ ਬਣਾਇਆ। ਉਹ ਦਰਵਾਜ਼ਾ ਉਹਦੇ ਨਾਂ ਦੇ ਨਾਲ ਹੀ, ਅਕਬਰੀ ਗੇਟ ਦੇ ਨਾਲ, ਅਕਬਰ ਦੇ ਨਾਂ ਤੇ ਹੀ। ਅਕਬਰ ਬਾਦਸ਼ਾਹ। ਅਕਬਰ ਤੋਂ ਉਸਦੇ ਅੱਗੇ ਸ਼ਾਲਮੀ, ਅਕਬਰੀ ਤੋਂ ਬਾਅਦ ਸ਼ਾਲਮੀ ਜਿਹੜਾ ਨਾ, ਇਹਦਾ ਅਸਲੀ ਨਾਂ ਜਿਹੜਾ ਸੀ ਬੇਰੀ ਵਾਲਾ ਦਰਵਾਜ਼ਾ ਸੀ। ਬੇਰੀ ਵਾਲਾ ਦਰਵਾਜ਼ਾ। ਇਹ ਬਹਾਦਰ ਸ਼ਾਹ ਦਾ ਇਹਦਾ ਬੇਟਾ ਸੀ, ਔਰੰਗਜ਼ੇਬ ਦਾ। ਉਹ ਨੂਰ ਆਲਮ ਨਾਂ, ਪਤਾ ਨਹੀਂ ਆਲਮ ਨਾਂ ਸੀ ਉਹਦਾ। ਆਹੋ, ਉਹ 1712 'ਚ ਇੱਥੇ ਆਇਆ ਸੀ। ਹਾਂਜੀ, ਨੂਰ ਆਲਮ ਕਰਕੇ ਕੁਛ ਨਾਂ ਸੀ। ਉਸਨੇ ਫਤਵਾ ਦਿੱਤਾ ਸੀ ਮੌਲਵੀਆਂ ਨੂੰ, ਲਾਹੌਰੀਆਂ ਨੂੰ, ਕਿ ਤੁਸੀਂ ਇੰਜ ਕਰੋ, ਉਹਦੇ ਪੜਵਾ ਲਈ ਇਹਨੂੰ ਵਲੀ ਅੱਲਾ ਵਸੀਏ ਰਸੂਲ। ਉਹ ਲਾਹੌਰੀਏ ਫਲੇਅਰ ਅਪ ਹੋ ਗਿਆ। ਉਹਨੇ ਆਖਿਆ ਤੇਰੀ ਅਸੀਂ ਤਾਂ ਅਸੀਂ ਕੌਣ ਹੁੰਦਾ ਸਾਨੂੰ ਆਖਣ ਵਾਲਾ। ਉਹ ਫਿਰ ਖੁਦ ਵਿਚਾਰਾ ਆਇਆ। ਉਹ ਜਿਸ ਵੇਲੇ ਉਹਨੇ ਲੋਕਾਂ ਨੇ ਇਤਜਾਜ ਕੀਤਾ, ਉਹਨੇ ਇਤਜਾਜ ਨੂੰ ਮੰਨ ਕੇ ਤੇ ਉਹ ਵਾਪਸ ਆਪਣਾ ਹੁਕਮ ਲੈ ਲਿਆ ਨਾ। ਇਹ ਫਿਰ ਉਹ ਇੱਥੇ ਮਰ ਗਿਆ ਸੀ 1712 'ਚ ਨਾ। ਤੇ ਫਿਰ ਇਸ ਦਰਵਾਜ਼ੇ ਦਾ ਨਾਂ ਉਹਦੀ ਹਵਾਲੇ ਨਾਲ ਸ਼ਾਹ ਆਲਮ ਗੇਟ ਕਰਤਾ। ਸ਼ਾਹ ਆਲਮ ਤੋਂ ਅੱਗੇ ਅਸੀਂ ਪਾਪੜ ਮੰਡੀ ਤੋਂ ਹੁੰਦੇ ਹੋਏ ਲੁਹਾਰੀ ਆਈਏ। ਲੁਹਾਰੀ ਜਿਹੜਾ ਉਹਦੀ 2-3 ਵਜ੍ਹਾ ਨੇ। ਉਹ ਇੱਕ ਬੰਦਾ ਸਾਡਾ ਬੁਖਾਰੀ ਹੈ, ਉਹ ਆਂਦਾ ਹੈ ਲੁਹਾਰ ਉਹ ਕਰਾਨਾ ਪਹਾੜੀਆਂ ਕਿਤਨ ਵਾਲਾ ਸਰਗੋਦੇ ਤੇ ਜਾਈਏ ਨਾ, ਤੇ ਜਿੱਥੇ ਸਾਡੇ ਜਹਾਜ਼ ਹੈ ਹੁੰਦੇ ਨੇ, ਉੱਡਦੇ ਨੇ ਫੌਜੀਆਂ ਦੇ। ਹਾਂਜੀ, ਉਹ ਕਰਾਨਾ ਉਹਦਾ ਰਸਾਲਪੁਰ ਜਿਹੜਾ ਵੀ ਹੈ। ਕਰਾਨਾ ਪਹਾੜੀਆਂ ਤੋਂ ਲੁਹਾਰ ਲੋਹਾ ਕੱਢ ਕੇ ਇੱਥੇ ਲਿਆਉਂਦੇ ਹੁੰਦੇ ਸਨ ਤੇ ਲੁਹਾਰੀ ਮੰਡੀ ਵੇਚਦੇ ਸੀ। ਫਿਰ ਉਹ ਇੱਥੇ ਸੈਟਲ ਵੀ ਹੋ ਗਿਆ। ਸਾਡੇ ਨਾਲ ਵੀ 2-3 ਲੜਕੀਆਂ ਸਨ, ਉਹ ਉਹਨਾਂ ਵੱਡੇ ਖਾਨਦਾਨ ਦੀਆਂ, ਉਹਨਾਂ ਲੁਹਾਰਾਂ ਦੀਆਂ ਖਾਨਦਾਨ ਦੀਆਂ ਨੇ ਉਸੇ ਦੀ। ਤੇ ਇੱਕ ਤੇ ਆਉਂਦੇ ਨੇ ਇਹ ਦੂਜੇ ਟੈਲੈਂਟਡ ਨੇ ਚਵਲ ਮਾਰੀਏ। ਉਹ ਆਂਦਾ ਜੀ ਲਾਹੌਰ ਅਸਲੀ ਇਸ਼ਰੇ ਹੁੰਦਾ ਸੀ। ਤੇ ਚੂੰਕਿ ਇਸ ਦਰਵਾਜ਼ੇ ਦਾ ਮੂੰਹ ਇਸ਼ਰੇ ਵਾਲੇ ਲਿਆਦਾ, ਇਹਦਾ ਨਾਂ ਲਾਹੌਰ ਦਰਵਾਜ਼ਾ ਬਣ ਗਿਆ। ਇਹ ਬਿਲਕੁਲ ਗੱਪ, ਕੋਈ ਇਹਦਾ ਇਫੈਕਟ ਨਹੀਂ ਹੈ। ਇੱਕ ਰਿਵਾਇਤ ਇਹ ਵੀ ਹੈ ਕਿ ਜਦੋਂ ਲਾਹੌਰ ਮੁਕੰਮਲ ਤੌਰ ਤੇ ਜਲਾਤਾ ਸੀ ਮਹਿਮੂਦ ਗਜ਼ਨਵੀ ਨੇ। ਕੁਝ ਨਹੀਂ, ਮਹਿਮੂਦ ਨੇ ਨਹੀਂ ਜਲਾਇਆ, ਐਵੇਂ ਮਾਰਦੇ ਨੇ, ਚੌਲਾ ਮਾਰਦੇ ਨੇ। ਮਹਿਮੂਦ ਨੇ ਐਡੇ ਵੱਡੇ, ਮੇਰੀ ਪੜ੍ਹੋ ਨਾ ਕਿਤਾਬ
ਹਿੰਦੂ ਰੱਖੇ ਸੀ, ਜਿਹੜੇ ਮਿਲਟਰੀ ਵਿੱਚ ਵੀ ਸਨ, ਹੋਰ ਵੀ ਸਾਰੇ ਸਨ, ਬੜੇ ਬੜੇ ਉੱਚੇ ਅਹੁਦਿਆਂ 'ਤੇ ਉਹਨੇ ਰੱਖੇ ਸੀ। ਇਹ ਤਾਂ ਬੇਟੇ ਨੇ ਬਗਾਵਤ ਪੋਤਰੇ ਨੇ ਕੀਤੀ ਸੀ, ਅਤੇ ਉਹਨੂੰ ਦਬਾਉਣ ਲਈ ਵੀ ਇੱਕ ਹਿੰਦੂ ਭੇਜਿਆ ਸੀ ਉਹਨੇ, ਲਾਹੌਰ ਦਾ ਜਨਰਲ ਆਪਣੀ ਫੌਜ ਦਾ। ਅਤੇ ਉਹ ਐਵੇਂ ਇਹਨਾਂ ਨੇ ਗੱਲ, ਉਸਨੇ ਮੈਂ ਉਹ ਆਪਣੀ ਕਿਤਾਬ ਵਿੱਚ ਲਿਖਿਆ ਕਿ ਉਹਨੇ ਇੱਥੇ ਕਲਚਰ ਜਿਹੜਾ ਕੀਤਾ ਸੀ ਉਹ ਲਵ ਐਂਡ ਲੋਰ ਵਾਲਾ ਕਲਚਰ ਸੀ। ਔਰ ਉਹਦੇ ਵਿੱਚ ਕੌਣ ਸਨ? ਦਾਤਾ ਸਾਹਿਬ ਸੀ, ਉਹ ਜ਼ੰਜਾਨੀ ਸੀ, ਜ਼ੰਜਾਨੀ ਸੀ, ਇਹ ਜ਼ੰਜਾਨੀ ਸੀ, ਇਹ ਵਾਲਾ ਜਿਹੜਾ ਸੀ, ਇਹ ਲੋਕ ਬਣਦੇ ਸਨ। ਉਹ ਸਭ ਤੋਂ ਪਹਿਲਾਂ ਉਹ ਜਿਹੜਾ ਸੀ ਸ਼ਾਹ ਇਸਮਾਈਲ ਮੁਹੱਦਸ ਆਰ ਰੋਡ 'ਤੇ ਵੱਜਦਾ, ਬਾਜ਼ਾਰ ਵੀ ਹੈ, ਮਸਜਿਦ ਵੀ ਹੈ, ਬਿਲਕੁਲ ਹੈਗੀ ਹੈ। ਉਹ ਮਹਿਮੂਦ ਦੇ ਨਾਲ ਆਇਆ ਜਾਂ ਮਹਿਮੂਦ ਤੋਂ ਪਹਿਲੇ ਆਇਆ। ਉਹ ਵਾਜ਼ ਕਰਦੇ ਨਾ, ਹਰ ਜੁਮੇ 'ਤੇ ਆਉਂਦੇ ਨੇ 50 ਬੰਦੇ ਮੁਸਲਮਾਨ ਹੋ ਜਾਂਦੇ ਸਨ ਉਹਨਾਂ ਦੇ ਵਾਜ਼ ਨਾਲ ਨਾ। ਅਤੇ ਉਹ ਫਿਰ ਸਬਰਬ ਡਿਵੈਲਪ ਹੋ ਗਿਆ ਉਹ ਸਾਰਾ। ਅਤੇ ਉਹ ਮਹਿਮੂਦ ਨੇ ਸ਼ਹਿਰ ਨੂੰ ਆਬਾਦ ਕੀਤਾ, ਬਰਬਾਦ ਨਹੀਂ ਕੀਤਾ। ਨਹੀਂ, ਜਦੋਂ ਮਹਿਮੂਦ ਨੇ ਆਇਆ ਤੇ ਰੈਜ਼ਿਸਟ ਕੀਤਾ ਲਾਹੌਰ, ਉਹ ਤੇ ਕਰਦੇ ਨੇ ਨਾ ਥੋੜਾ, ਉਹ ਸਾਰੇ ਰਾਹੀਂ ਰਲ ਜਾਂਦੇ ਸਨ। ਮਹਿਮੂਦ ਨਾਲ ਵੀ ਰਲ ਗਿਆ, ਤੇ ਉਹ ਰਣਜੀਤ ਸਿੰਘ ਨਾਲ ਰਲ ਗਿਆ। ਉਹ ਮਹਿਰ ਮੋਕਮਦੀਨ ਸੀ, ਉਹਨੇ ਕਿਹਾ ਪੈਸੇ ਦਿਓ ਅਸੀਂ ਤੁਹਾਨੂੰ ਅੰਦਰ ਵਾੜ ਦਿੰਦੇ ਹਾਂ। ਉਹਨੇ ਸਾਰਿਆਂ ਨੇ ਅੰਦਰ ਵਾੜਿਆ ਇਹਨਾਂ ਨੂੰ। ਮੈਂ ਸੁਣਿਆ ਲੁਹਾਰੀ ਤੋਂ ਅੱਗੇ ਮੋਰੀ ਦਰਵਾਜ਼ੇ ਤੋਂ ਅੰਦਰ ਵੜੇ ਸਨ ਸਾਰੇ। ਉਹ ਸਾਰੇ ਉਹਨੇ ਨਾ ਖੋਲੇ ਸੀ ਨਾ, ਇਹ ਜਿਹੜੇ ਰਾਹੀਂ ਨੇ ਉਹਨਾਂ ਨੇ ਰਣਜੀਤ ਸਿੰਘ ਦੀ ਵੀ ਮਦਦ ਕੀਤੀ ਤੇ ਮਹਿਮੂਦ ਦੀ, ਦੋਵਾਂ ਦੀ ਮਦਦ ਕੀਤੀ। ਖੁੱਲੇ ਦਿਲ ਦੇ ਹੋਣਗੇ ਨਾ, ਜ਼ਰਾ ਅੱਛਾ ਸਮਝਦੇ ਹੋਣਗੇ ਦੁਨੀਆ। ਪੈਸੇ ਦਿਓ ਸਾਨੂੰ, ਦੇਖੋ ਜੀ ਉਹ ਕਰ ਗਏ, ਇਹ ਕਰਦੇ ਰਹਿੰਦੇ। ਤੇ ਨਤੀਜਾ ਇਹ ਹੋਇਆ ਕਿ ਉਹ ਕਾਬਜ਼ ਤੇ ਹੋ ਗਿਆ। ਉਹਨੇ ਫਿਰ 166 ਸਾਲ ਹਕੂਮਤ ਕੀਤੀ ਮਹਿਮੂਦ ਗਜ਼ਨਵੀ ਨੇ ਇੱਥੇ ਲਾਹੌਰ। ਅੱਛਾ, ਮਹਿਮੂਦ ਗਜ਼ਨਵੀ ਨੂੰ ਅਸੀਂ ਇਨਵੇਡਰ ਹੀ ਕਵਾਂਗੇ ਨਾ? ਅਸੀਂ ਮਹਿਮੂਦ ਗਜ਼ਨਵੀ ਨੂੰ ਇਨਵੇਡਰ ਹੀ ਕਵਾਂਗੇ। ਹੈ ਤੇ ਹਮਲਾਵਰ ਸਾਰੇ ਹੀ ਸੀ। ਹਾਂ, ਤੇ ਅਸੀਂ ਸਾਰੇ ਇਮੀਗ੍ਰੈਂਟਸ ਹਾਂ, ਅਸੀਂ ਸਾਰੇ ਮਹਾਜਰ ਹਾਂ। ਸਾਡੇ 'ਚ ਲਾਹੌਰੀਆ ਕੋਈ ਵੀ ਨਹੀਂ ਅਸਲੀ ਜਿਹੜਾ ਇੱਥੇ। ਨਹੀਂ, ਹੁਣ ਤੇ ਲਾਹੌਰੀਏ ਅਸੀਂ। ਉਹ ਧੱਕੇ ਨਾਲ ਹੀ ਬਣਨਾ ਨਾ ਪਿਆ। ਨਹੀਂ ਤਾਂ ਅਸਲ ਲਾਹੌਰੀਆ ਕੌਣ ਹੈ? ਅਸਲ ਲਾਹੌਰੀਆ ਕੌਣ? ਅਸਲ ਲਾਹੌਰੀਆ ਪੱਖੀ ਵਾਲੇ ਜਿਹੜੇ ਉਹਦੇ ਵੀ ਉੱਥੇ ਕੁਲੀਆਂ ਲਾ ਕੇ ਬੈਠੇ ਨੇ ਦਰਿਆ। ਓਡਾਂ ਨੂੰ ਤੁਸੀਂ ਕਹਿ ਰਹੇ? ਆਹੋ, ਅਸਲੀ ਲਾਹੌਰੀਆ ਉਹ ਨੇ। ਨਹੀਂ ਉਹ ਨਹੀਂ, ਕਿਉਂ ਨਹੀਂ? ਬਾਕੀ ਸਾਰੇ ਲੋਕ ਜਿਹੜੇ ਜਿਹਨੂੰ ਹੱਥ ਲਾਓਗੇ ਨਾ, ਉਹ ਬਾਹਰੋਂ ਆਏ ਆ। ਅਸੀਂ ਵੀ ਅਧਿਕਤਰ ਕਸ਼ਮੀਰੀ ਤੋਂ ਬਾਹਰੋਂ ਹੀ ਆਏ ਨੇ। ਤੁਸੀਂ ਕਿੱਥੋਂ ਆਏ? ਤੁਸੀਂ ਵੀ ਬਾਹਰੋਂ ਆਏ? ਅਸੀਂ ਵੀ ਬਾਹਰੋਂ ਆਏ ਹਾਂ। ਲਾਹੌਰੀਏ ਓਡ ਨੇ। ਉਹ ਅਸਲ ਨੇ ਓਡ ਨੇ। ਅਤੇ ਉਹ ਫਿਰ ਕੁਝ ਉਹਨਾਂ ਦੀ ਹਕੂਮਤ ਵੀ ਰਹੀ ਹੈ ਓਡਾਂ ਦੀ ਨਾ। ਓਡ ਦੀ ਮਹਿਮੂਦ ਦਾ ਗਜ਼ਨਾ ਤੋਂ ਪਹਿਲੇ ਓਡਾਂ ਦੀ ਹਕੂਮਤ ਲਾਹੌਰ 'ਤੇ ਸੀ। ਓਡਾਂ ਦਾ ਬਾਦਸ਼ਾਹ ਕੌਣ ਸੀ ਉਹਨਾਂ ਦਾ ਰਾਜਾ? ਉਹਨਾਂ ਦੇ ਬਾਦਸ਼ਾਹ ਜਿਹੜੇ ਨੇ ਨਾ, ਉਹ ਸਹੀ ਨਾਂ ਤਾਂ ਨਹੀਂ ਸਾਨੂੰ ਮਿਲਦੇ, ਲੇਕਿਨ ਉਸ ਤੋਂ ਬਾਅਦ ਇੱਕ ਚੱਚ ਬਿਨ ਬਿੰਡਰ ਸੀ। ਚੱਚ ਬਿਨ ਬਿੰਡਰ ਸੀ ਉਹਦੀ। ਪਿੰਡਰ ਆਇਆ, ਸਾਡੀ ਜ਼ਾਤ ਅਜੇ ਵੀ ਹੈ ਜੱਟਾਂ ਦੀ। ਤੇ ਪਿੰਡਰ ਹੈ ਉਹੀ ਨੇ? ਹਿੰਦੂ ਸੀ। ਆਹੋ, ਹਿੰਦੂ ਸੀ, ਲੇਕਿਨ ਇਹ ਭਿੰਡਰ ਉਹੀ ਨੇ। ਇਹਦਾ ਮਤਲਬ ਭਿੰਡਰ ਜਿਹੜੇ ਨੇ ਉਹ ਸਹੀ ਲਾਹੌਰੀਏ ਨੇ। ਉਹ ਇੱਥੇ ਸੀ, ਹਾਕਮ ਸੀ ਨਾ ਲਾਹੌਰ ਦਾ। ਉਹਦੇ ਫਿਰ ਅੱਗੋਂ 3-4 ਬੱਚੇ ਸਨ। ਪਹਿਲਾ ਸੀ ਬਨਰਤ, ਦੂਜਾ ਸੀ ਉਹਦਾ ਥਨਰਤ, ਤੀਜਾ ਉਹਦਾ ਸੀ ਚੰਦਰਤ। ਇਹ 4 ਸਨ ਜਿਨ੍ਹਾਂ ਨੇ ਅੱਗੋਂ ਲਾਹੌਰ ਦੇ ਵਿੱਚ ਚੀਜ਼ਾਂ ਕਈ ਬਣਾਉਂਦੇ ਰਹੇ, ਕਰਦੇ ਰਹੇ। ਭਿੰਡਰ ਜਿਹੜੇ ਨੇ ਉਹ ਓਰੀਜਨਲ ਲਾਹੌਰੀਏ ਨੇ? ਓਰੀਜਨਲ ਨੇ, ਭਿੰਡਰ ਇੱਥੋਂ ਦੇ ਨੇ, ਲੋਕਲ ਨੇ। ਅਸੀਂ ਨਹੀਂ ਹੈਗੇ ਲਾਹੌਰੀਆ ਦਾ। ਨਹੀਂ, ਤੂੰ ਧੱਕੇ ਨਾਲ ਹੀ ਬਣਿਆ। ਹਾਂ ਸਰ, ਤੁਸੀਂ ਕਹਿ ਸਕਦੇ ਹੋ। ਅੱਛਾ, ਹੁਣ ਸਰ ਅੱਗੇ ਆ ਜਾਓ। ਮੋਰੀ ਦਰਵਾਜ਼ਾ ਨਹੀਂ ਸੀ। ਮੋਰੀ ਸੀ ਜਿਹੜਾ ਸ਼ਹਿਰ ਦਾ ਗੰਦਾ ਪਾਣੀ ਅਜੇ ਵੀ ਜਲਦੀ ਨਾ, ਮੋਰੀ ਹੈਗੀ ਹੈ। ਉਹ ਸ਼ਹਿਰ ਦਾ ਰਬਿਸ਼ ਜਿਹੜੀ ਹੁੰਦੀ ਸੀ ਨਾ, ਉਹਦੇ ਰਾਹ ਨਿਕਲਦੀ ਹੁੰਦੀ ਸੀ, ਉਹ ਜਾ ਕੇ ਰਾਵੀ ਗਿਰਦੀ ਹੁੰਦੀ ਸੀ। ਇਹ ਜਦੋਂ ਮੁਬਾਰਕ ਹਵੇਲੀ 'ਚ ਆਇਆ ਸੀ, ਉਹ ਦੋਸਤ ਮੁਹੰਮਦ ਉਹਨਾਂ ਦਾ, ਅਫਗਾਨਾਂ ਦਾ ਬਾਦਸ਼ਾਹ ਕੈਦ ਹੋਇਆ ਸੀ ਨਾ ਜੀ। ਉਹਦਾ ਨਾਂ ਸੀ ਅਫਗਾਨਾਂ ਦਾ ਬਾਦਸ਼ਾਹ, ਨਾਂ ਭੁੱਲ ਗਿਆ। ਅੱਛਾ, ਜਿਹੜਾ ਵੀ ਹੈ, ਉਹ ਰਾਤ ਨੂੰ ਚੋਰੀ ਨੱਸਿਆ ਸੀ। ਉਹ ਫਿਰ ਲੈ ਕੇ ਆਇਆ ਸੀ ਨਾ, ਕੋਹੇ ਨੂਰ ਲੈ ਕੇ ਆਇਆ ਸੀ। ਉਹਦੇ ਕੋਲ ਖੋਹ ਲਿਆ ਸੀ ਨਾ ਉਹਨੇ, ਰਣਜੀਤ ਸਿੰਘ ਨੇ ਖੋਹ ਲਿਆ ਸੀ। ਖੋਹ ਕੇ ਫਿਰ ਵੀ ਨਹੀਂ ਸੀ ਛੱਡਦਾ ਉਹਨੂੰ। ਉਹਨੇ ਫਿਰ ਮੋਰੀ ਇਹਦੇ 'ਚੋਂ ਲੱਗ ਕੇ ਤੇ ਉਹ ਵਿਚਾਰਾ ਬਾਹਰ ਨਿਕਲਿਆ ਸੀ। ਉਹ ਫਿਰ ਦਾਦਾ ਸਾਹਿਬ ਸਲਾਮ ਕਰਨ ਗਿਆ, ਉਹ ਨਹਾ ਧੋ ਕੇ ਉਹ ਸਾਰੇ ਸਪਲੈਸ਼ ਜਿਹੜੀ ਸੀ ਨਾ, ਇਹ ਫਿਰ ਉਹਨਾਂ ਬਣਾਇਆ ਗੋਰਿਆਂ ਨੇ, ਅੰਗਰੇਜ਼ਾਂ ਨੇ ਇਹਨੂੰ ਦਰਵਾਜ਼ਾ ਬਣਾਇਆ। ਤੇ ਸਰ ਭਾਟੀ ਜਿਹੜਾ ਭੱਟੀਆਂ ਦਾ ਹੀ ਆਉਂਦੇ ਨੇ, ਭੱਟੀਆਂ ਦਾ ਇਹ ਪੁਰਾਣਾ ਦਰਵਾਜ਼ਾ। ਇਹਦੇ ਅੰਦਰ ਬਤੇਰੀ ਅਸਲ ਜੋ ਅਗਰ ਕੋਈ ਆਬਾਦੀ ਹੈ ਸੀ ਨਾ ਪੁਰਾਣੀ, ਭੱਟੀਆਂ ਤੋਂ ਭਾਟੀ ਹੈ ਨਾ। ਉਹ ਮੋਤੀ ਟਿੱਬਾ ਉਹਦੇ ਅੰਦਰ ਮੋਤੀ ਟਿੱਬਾ ਹੈ। ਅੱਛਾ, ਉੱਥੇ ਵੀ ਆਬਾਦੀ ਸੀ, ਇੱਥੇ ਵੀ ਆਬਾਦੀ ਸੀ। ਇੱਥੇ ਖਾਨਦਾਨ ਕੋਈ ਪੁਰਾਣੇ ਹੈ ਸਨ ਸ਼ਹਿਰ ਦੇ ਵਿੱਚ ਨਾ, ਪਾਰਟੀ 'ਚ। ਇਹ ਵੇਖ ਨਾ, ਇਹ ਸ਼ਹਿਰ ਅਸਲ ਜਿਹੜਾ ਹੈ ਜਾਂ ਉਹਦੇ ਵੇਲੇ ਦਾ ਹੈ, ਗਜ਼ਨਵੀ ਪੀਰੀਅਡ ਦਾ, ਉਹ ਮੁੱਕ ਜਾਂਦਾ ਉੱਥੇ ਹੀ। ਅਤੇ ਜਿਹੜਾ ਸਲਤਨਤ ਪੀਰੀਅਡ ਦਾ ਉਹ ਜ਼ਰਾ ਕੁ ਫੈਲ ਗਿਆ ਸੀ। ਹਾਂਜੀ, ਇਹ ਏਰੀਆ ਸਾਰਾ ਜਿਹੜਾ ਤੁਹਾਡਾ ਨਾ, ਇਹ ਅਕਬਰ ਦੇ ਪੀਰੀਅਡ ਦਾ। ਠੀਕ ਹੈ, ਅਕਬਰ ਦੇ ਪੀਰੀਅਡ ਵਿੱਚ ਆਬਾਦੀ ਸਾਰੀ ਬਣੀ ਹੈ ਦਰਵਾਜ਼ੇ ਦੇ ਅੰਦਰ। ਠੀਕ ਹੈ ਸਰ।
ਟਕਸਾਲੀ ਜਿਹੜਾ ਨਾ ਉੱਥੇ ਵੇ ਜਹਾਂ ਇਹਦੀ ਮਹਿਮੂਦਾ ਗਜ਼ਨਨ ਦੀ ਮਿੰਟ ਹੁੰਦੀ ਸੀ, ਟਕਸਾਲ ਜਿਹਨੂੰ ਕਹਿੰਦੇ ਸੀ। ਹਾਂ ਟਕਸਾਲ ਜਿਹੜੀ ਸੀ, ਤੇਰੇ ਪਿਓ ਨੇ ਮੈਨੂੰ ਟਕਸਾਲ ਲਵਾ ਕੇ ਦਿੱਤੀ, ਕਹਿੰਦੇ ਨੇ ਪੰਜਾਬੀ ਮਾਮਾ। ਤੇਰੇ ਪਿਓ ਨੇ ਮੈਨੂੰ ਟਕਸਾਲ ਲਵਾ ਕੇ ਦਿੱਤੀ, ਮਾਮਾ ਕਹਿੰਦੀਆਂ ਸਨ। ਹਾਂ, ਤੈਨੂੰ ਮੈਂ ਨੋਟ ਦੇਈ ਜਾਵਾਂ। ਉਹ ਟਕਸਾਲ ਉਹ ਮਿੰਟ ਸੀ, ਉਹ ਉਹਨਾਂ ਦੀ ਗਜ਼ਨਵੀ ਪੀਰੀਅਡ। ਉਹ ਟਕਸਾਲ ਫਿਰ ਹੁਣ ਇੱਧਰ ਆ ਗਈ ਰੰਗ ਮਹਿਲ ਕੋਲ, ਉਹ ਰਣਜੀਤ ਸਿੰਘ ਇੱਥੇ ਸ਼ਿਫਟ ਕਰ ਲਈ ਸੀ। ਟਕਸਾਲੀ ਇਹ ਜਿਹੜਾ ਬਾਜ਼ਾਰ ਬਣ, ਹੀਰਾ ਮੰਡੀ ਕਿਉਂ ਨਾ ਪਿਆ ਇਹਦਾ? ਹੀਰਾ ਮੰਡੀ ਜਿਹੜੀ ਹੈ ਨਾ, ਬੇਵਕੂਫ ਲੋਕ ਨੇ ਅਸੀਂ ਨਾ, ਉਹ ਹੀਰਾ ਮੰਡੀ ਤੇ ਉਹ ਨਾਰਕਲੀ ਉਪਰਲਾ ਹਿੱਸਾ ਜਿਹੜਾ ਨਾ, ਤੁਸੀਂ ਬਰੋਥਲ ਹਾਊਸ ਦੀ ਗੱਲ ਕਰ ਰਹੇ ਹੋ? ਉਹੀ ਆਹੋ ਮੈਂ ਕਹਿ ਰਿਹਾ ਨਾ। ਇਹ ਜਦੋਂ ਗੋਰਿਆਂ ਨੇ ਇਹਨੂੰ ਬਣਾਇਆ ਨਾ, ਜਿੱਥੇ ਪਬਲਿਕ ਲਾਇਬ੍ਰੇਰੀ ਹੈ, ਇਹਨਾਂ ਦੀ ਕੰਟੋਨਮੈਂਟ ਸੀ। ਠੀਕ ਹੈ। ਤੇ ਉਹ ਮੁੰਡੇ ਵੇਲੇ ਵੂਲੇ ਅਸਲ ਵਿਆਹ ਤੇ ਉਹ ਕੋਈ ਨਹੀਂ ਸੀ, ਉਹਨਾਂ ਲਈ ਕੁੜੀਆਂ ਇੱਥੇ ਰੱਖੀਆਂ ਗਈਆਂ ਅਨਾਰਕਲੀਆਂ। ਠੀਕ ਹੈ। ਅੱਛਾ, ਉਹ ਮੌਜ ਮੇਲਾ ਕਰਦੇ ਸਨ। ਫਿਰ ਉਹਦੇ ਨਾਲ ਧੋਬੀ ਮੰਡੀ ਵੀ ਬਣ ਗਈ। ਉੱਥੇ ਫਿਰ ਜਿਸ ਗੰਦ ਪਿਆ ਤੇ ਉਹਨਾਂ ਫਿਰ ਚੁੱਕ ਕੇ ਤੇ ਲੰਡੇ ਬਾਜ਼ਾਰ ਸੁੱਟੀ। ਠੀਕ ਹੈ। ਲੰਡੇ ਬਾਜ਼ਾਰੋਂ ਇਹ ਫਿਰ ਰਹੀ ਹੈ ਉਹ ਜਿੱਥੇ ਵੀ ਝੰਡਾ ਚੌਕ। ਆਹੋ, ਚੌਕ ਝੰਡਾ, ਉੱਥੇ ਪਾਰਟੀ ਦੇ ਅੰਦਰ ਪਾਰਟੀ ਦੇ ਲੋਹਾਰੀ ਦੇ ਵਿਚਕਾਰ, ਲੋਹਾਰੀ ਦੇ ਅਗਰ ਜਾਣਾ ਚੌਕ, ਉਹ ਚੌਕ ਅਜੇ ਵੀ ਉਹੀ ਹੈ, ਚੌਕ ਝੰਡਾ। ਆਹੋ, ਇਹ ਜਿਹੜੀ ਉਹ ਜਿਹੜੀ ਬੈਠਕ ਹੈ ਨਾ, ਬੈਠਕ ਕਾਤਮਾ, ਉਹ ਉੱਥੇ ਬਹਿ ਕੇ ਖਾਂਦੇ ਪੀਂਦੇ ਸਨ ਉੱਤੇ। ਉਹ ਹੁਣ ਟਹਿ ਗਈ, ਹਟਾ ਦਿੱਤੀ ਗਈ ਹੈ। ਇੱਥੋਂ ਫਿਰ ਗੋਰੇ ਜਦੋਂ ਆਏ ਨੇ ਨਾ, ਉਹਨਾਂ ਤੁਹਾਡੀ ਪੋਲਿਊਸ਼ਨ ਕਰਨ ਵਾਸਤੇ ਇਹਨਾਂ ਨੂੰ ਉੱਥੇ ਆਬਾਦ ਕੀਤਾ ਅੰਦਰੂਨ ਲੋਹਾਰੀ 'ਚ। ਲੋਹਾਰੀ ਮੰਡੀ ਇਹਦੀ ਨਹੀਂ, ਇਸ ਵਜ੍ਹਾ ਤੋਂ ਨਹੀਂ ਕਹਿਲਾਂਦੀ। ਲੋਹਾਰੀ ਹੀਰਾ ਸਿੰਘ ਵਜ਼ੀਰ ਆਜ਼ਮ ਸੀ ਉਹਦਾ, ਸਿੱਖਾਂ ਦਾ, ਇਹਦੇ ਬੇਟੇ ਦਾ, ਖੜਕ ਸਿੰਘ ਦਾ। ਤੇ ਉਹਦਾ ਮਹੱਲ ਉੱਥੇ ਸੀ, ਧਿਆਨ ਸਿੰਘ ਦਾ ਉੱਥੇ ਬੜਾ ਵੱਡਾ ਮਹੱਲ ਸੀ। ਤੇ ਹੀਰਾ ਸਿੰਘ ਦੀ ਵਜ੍ਹਾ ਤੋਂ ਹੀਰਾ ਮੰਡੀ ਉਹਦਾ ਨਾਮ। ਅੱਛਾ ਸਰ, ਇੱਕ ਬੰਦੇ ਨੇ ਫਿਲਮ ਵੀ ਬਣਾਈ, ਸੀਜ਼ਨ ਵੀ ਬਣਾਇਆ। ਮੈਂ ਬੜੇ ਲੋਕਾਂ ਕੋਲੋਂ ਇਹਦੇ ਬਾਰੇ ਪੁੱਛਿਆ, ਤੁਸੀਂ ਤੇ ਮੁਸਤਨਦ ਆਦਮੀ ਹੋ ਜਿਹੜਾ ਇਹਦੇ ਬਾਰੇ ਦੱਸੇਗਾ ਕਿ ਇਹ ਹੀਰਾ ਮੰਡੀ ਦੇ ਵਿੱਚ ਵਾਕਈ ਤਵਾਇਫਾਂ ਕੋਲ ਤੇ ਨਵਾਬਾਂ ਦੇ ਬੱਚੇ ਜਾਂਦੇ ਸਨ? ਇਹ ਤਾਂ ਪੱਕੀ ਗੱਲ ਹੈ ਨਾ। ਸਾਡਾ BA ਕੁਰੈਸ਼ੀ ਹੁੰਦਾ ਸੀ ਨਾ। ਅੱਛਾ, ਚੇਅਰਮੈਨ ਬੋਰਡ ਆਫ ਗਵਰਨਰ ਸਾਡੇ ਦਾ, ਪੂਰੇ ਵੈਸਟ ਪਾਕਿਸਤਾਨ ਦਾ ਉਹ ਚੀਫ ਸੈਕਟਰੀ ਸੀ। ਠੀਕ ਹੈ। ਅੱਛਾ, ਉਹਦੀ ਵਾਈਫ ਜਿਹੜੀ ਸੀ ਇਹੋ ਜਿਹੀ ਸੀ। ਇਹ ਇੰਝ ਕਰਦੇ ਸਨ, ਜਿਹੜੇ ਨਵਾਬ ਨੇ ਨਾ ਪੰਜਾਬ ਦੇ, ਉਹ ਬੂਹੇ ਅੱਗੇ ਲਾਈਨ ਲਾ ਦਿੰਦੇ ਸੀ, ਇਹ ਤੂੰ ਸਾਡੀ ਹੋ ਗਈ ਅੱਜ ਤੋਂ। ਉਹਦੇ ਕੋਲ ਫਿਰ ਆਪਣੇ ਬੱਚੇ ਛੱਡਦੇ ਸਨ। ਉਹ ਜ਼ੁਬਾਨ ਸੀ, ਉਹਦੇ ਕੋਠੇ ਤੇ ਨਿਸ਼ਾਨ ਲਾ ਦਿੰਦੇ ਉੱਥੇ। ਹਾਂ, ਉਹਦੇ ਦਰਵਾਜ਼ੇ ਤੇ ਕਿ ਸਾਡੇ ਆਇਆ, ਇਸ ਤੋਂ ਬਾਅਦ ਹੋਰ ਬੰਦਾ ਕੋਈ ਨਹੀਂ ਵੜੇਗਾ ਇੱਥੇ। ਉਹ ਫਿਰ ਆਪਣੇ ਬੱਚਿਆਂ ਨੂੰ ਛੱਡਦੇ ਸਨ। ਉਹ ਬੱਚਿਆਂ ਨੂੰ ਇੱਕ ਤਾਂ ਜ਼ੁਬਾਨ ਸਿਖਾਉਂਦੀ ਸੀ, ਦੂਜੇ ਮੈਨਰ ਸਿਖਾਉਂਦੀ ਸੀ, ਉੱਠਣਾ ਬੈਠਣਾ ਸਾਰਾ ਉਹ ਕਰਦੀ। ਕਿਸ ਤਰ੍ਹਾਂ? ਉਹਦੇ ਕੋਲ ਕੀ ਉਹ ਸੀ, ਤਾਲੀਮ ਸੀ? ਉਹ ਪੜ੍ਹੀਆਂ ਲਿਖੀਆਂ, ਮੁਲਾਕਾਤ, ਜਿਹਦੀ ਮੁਲਾਕਾਤੀ ਹੋ ਜਾਏ ਤੇ ਉਹ ਚਲਾਕ ਹੋ ਜਾਂਦਾ ਨਾ ਬੰਦਾ। ਉਹ ਤੇ ਮੁਲਾਕਾਤਾਂ ਬੜਿਆਂ ਨਾਲ ਕਰ ਰਹੀਆਂ। ਉਹ ਫਿਰ ਜਿਹੜੀ ਸੀ, ਉਹ ਸਰ ਸਿਕੰਦਰ ਯਾਦ ਦੀ ਬੇਗਮ ਬਣ ਗਈ। ਉਹ ਜਿਹੜੀ ਸੀ, ਉਹਦੀ ਜਿਹੜੀ ਬੇਟੀ, ਉਹ ਸਾਡੇ BA ਕੁਰੈਸ਼ੀ ਨਾਲ ਵਿਆਹੀ ਸੀ, ਉਹ ਜਿਹੜੀ ਬੇਗਮ ਸੀ। ਇਹ ਉਹਨਾਂ ਸਹੀ ਅਖਤਰ ਗਿਆ ਸੀ ਕਿਤੇ ਗੁਜਰਾਤ। ਇਹ ਅੱਜ ਕੱਲ੍ਹ ਨਾ ਜਿਹਦਾ ਇਮਾਮ ਬਾੜਾ ਕੀ ਨਾ ਹੈ ਉਹਦਾ, ਉਹ ਜਿਹੜੀ ਹੈ ਉਹ ਵੀ ਉਹ ਕੰਮ ਕਰਦੀ ਸੀ। ਤੇ ਉਹਦੀ ਵੀ ਧੀ ਵੀ ਆਈ ਉੱਥੇ ਕਿਤੇ ਗੁਜਰਾਤ, ਕਿਸੇ ਵੱਡੇ ਨਵਾਬ ਦੇ ਘਰ। ਪਤਾ ਨਹੀਂ ਹੁਣ ਕਿਹੜੀ ਧੀਆਂ ਕਿੱਥੇ ਵਿਆਹਤੀਆਂ ਨੇ। ਅੱਗੇ ਚੱਲਦੇ ਹਾਂ। ਮੈਨੂੰ ਦੱਸੋ ਕਿ ਇਹਦਾ ਮਤਲਬ ਇਹ ਬਾਜ਼ਾਰ ਹੁਸਨ ਜਿਹੜਾ ਸੀ, ਗੋਰਿਆਂ ਨੇ ਉੱਥੇ ਕੀਤਾ, ਗੋਰਿਆਂ ਨੇ ਇਹਨੂੰ ਇੱਥੇ ਆਬਾਦ ਕੀਤਾ ਤਾਂ ਕਿ ਬਾਦਸ਼ਾਹੀ ਮਸਜਿਦ ਦਾ ਮਾਹੌਲ ਜਿਹੜਾ ਪਾਕੀਜ਼ਾ ਪੋਲਿਊਟਡ ਹੋ ਜਾਏ, ਗੰਦਾ ਹੋ ਜਾਏ ਨਾ। ਬਾਦਸ਼ਾਹ ਮਸਜਿਦ ਦਾ ਮਾਹੌਲ ਪੋਲਿਊਟਡ ਹੋ ਜਾਏ, ਇਲਾਕਾ ਗੰਦਾ ਹੋ ਜਾਏ ਨਾ, ਇਸ ਕਰਕੇ ਕੀਤਾ ਗਿਆ ਸੀ। ਸਰ, ਰੋਸ਼ਨਾਈ ਦਰਵਾਜ਼ਾ ਫਿਰ ਅੱਗੇ ਆ ਜਾ। ਰੋਸ਼ਨਾਈ ਦਰਵਾਜ਼ਾ ਜਿਹੜਾ ਨਾ, ਉੱਥੇ ਰਾਤ ਨੂੰ ਲਾਈਟ ਹੁੰਦੀ ਸੀ। ਲਾਈਟ ਵਿੱਚੋਂ ਜ਼ਿਆਦਾਤਰ ਜਿਹੜੇ ਦਰਿਆ ਨਿਕਲਦੇ ਨਾ, ਦਰਿਆ ਕਸ਼ਤੀ ਤੋਂ, ਉਮਰਾ ਸ਼ਾਹੀ ਖਾਨਦਾਨ ਦੇ ਲੋਕ ਇੱਥੇ ਉਤਰਦੇ ਸੀ ਤੇ ਉਹ ਲਾਈਟ ਹੁੰਦੀ ਸੀ। ਇਹ ਦਰਅਸਲ ਦਰਵਾਜ਼ਾ ਉਹਦਾ ਸੀ, ਕਿਲੇ ਦਾ ਦਰਵਾਜ਼ਾ ਸੀ। ਇਹ ਹੁਣ ਇਹਦੇ ਦਰਵਾਜ਼ੇ ਦੇ ਅੱਗੇ ਰਣਜੀਤ ਸਿੰਘ ਦੀ ਸਮਾਧੀ ਹੈ। ਇਹ ਤੇ ਬਾਅਦ ਹੀ ਬਣੀ ਨਾ। ਇਹ ਕਿਲੇ ਦੇ ਦਰਵਾਜ਼ੇ ਤੇ ਉਹਦੇ ਰੋਸ਼ਨਾਈ ਦੇ ਬੂਹੇ ਦੇ ਉੱਤੇ। ਇਹ ਨਹੀਂ, ਇੱਥੇ ਸੀ ਉਹਨਾਂ ਦੀ ਨਾ, ਇਹਦਾ ਸੀ ਹਾਸਟਲ ਸੀ ਮਸਜਿਦ ਦਾ, ਬਾਦਸ਼ਾਹੀ ਮਸਜਿਦ ਦਾ ਹਾਸਟਲ ਸੀ, ਲੜਕਿਆਂ ਦਾ ਮਦਰਸਾ ਸੀ, ਜਿਹੜੇ ਪੜ੍ਹਦੇ ਸਨ ਬਾਦਸ਼ਾਹੀ ਮਸਜਿਦ ਦੇ ਮੁਸਲਮਾਨ ਤਾਲਿਬ ਇਲਮ। ਉਹਨਾਂ ਦਾ ਅਸਲੀ ਫਿਰ ਰਣਜੀਤ ਸਿੰਘ ਨੇ ਕਬਜ਼ਾ ਕੀਤਾ ਤੇ ਇਹਨੇ ਇੱਕ ਆਪਣਾ ਉੱਥੇ ਗੁਲਾਬ ਖਾਨਾ ਬਣਾਇਆ। ਗੁਲਾਬ ਖਾਨਾ ਫਕੀਰ ਖਾਨੇ ਵਾਲੇ ਇਹਦੇ ਚੁੱਕ ਬੜੇ ਕਰਦੇ ਸੀ। ਤੇ ਉਹਦੀਆਂ ਪਤਾ ਨਹੀਂ ਕੋਈ, ਮੈਨੂੰ ਕੱਲ੍ਹ ਤੇ ਉਹ ਮੈਨੂੰ ਫਕੀਰ ਦੱਸਦਾ 34 ਰਾਣੀਆਂ ਸਨ, ਲੇਕਿਨ ਮੈਂ ਜਿਹੜੀਆਂ ਪੜ੍ਹੀਆਂ ਨੇ 18 ਨੇ। 18 ਹੀ ਨੇ, 18 ਰਾਣੀਆਂ ਨੇ। 18 ਵਿੱਚੋਂ ਉਹਨੇ 9 ਨਾਲ ਨਿਕਾਹ ਕੀਤਾ ਹੈ ਤੇ 8 ਤੇ ਚਾਦਰ ਪਾਈ। ਉਹ ਪਸੰਦ ਆ ਜਾਏ ਤਾਂ ਚਾਦਰ ਪਾ ਲੈਂਦੇ ਨੇ ਤੇ ਉਹ ਵੀ ਬੀਵੀ ਬਣ ਜਾਂਦੀ ਹੈ ਉਹਨਾਂ ਦੀ। ਚਾਦਰ ਪਾ ਕੇ ਵੀ ਬੀਵੀ ਬਣ ਗਈ, ਸਿਰ ਤੇ ਚਾਦਰ ਰੱਖੀ ਤੇ ਬੀਵੀ ਬਣ ਗਈ ਨਾ। ਇਹ ਬਣ ਗਿਆ ਸੀ ਉਹ। ਰਣਜੀਤ ਸਿੰਘ ਸਾਹਿਬ ਦੇ ਬਾਰੇ 'ਚ ਮੈਂ ਇੱਕ ਚੀਜ਼ ਪੜ੍ਹ ਰਿਹਾ ਸੀ ਸਰ, ਕਿ ਉਹਨਾਂ ਦੀ ਜਦੋਂ ਵਫਾਤ ਹੋਈ ਹੈ, ਜਦੋਂ ਫੌਤ ਹੋਇਆ ਉਹ,
ਤੇ ਉਹਨਾਂ ਨੇ ਉਹਦੀਆਂ ਸਤੀ ਦੀ ਰਸਮ ਸਰਕਾਰੀ ਸਤਹ ਤੇ ਕੀਤੀ ਗਈ ਸੀ ਲਾਹੌਰ ਸ਼ਹਿਰ 'ਚ। ਹੋਈ ਸੀ ਨਾ, ਹੋਈ ਸੀ, ਠੀਕ ਹੈ। ਇਹ ਕੀ ਚੱਕਰ ਸੀ ਸਰ? ਉਹ ਵੇਖ ਨਾ, ਉਹ ਗੁੰਗਾ ਹੋ ਗਿਆ ਸੀ, ਤੁਹਾਨੂੰ ਪਤਾ ਨਹੀਂ, ਮੇਰੀ ਕਿਤਾਬ ਵਿੱਚ ਹੁਣ ਆ ਰਿਹਾ ਨਾ। ਅੱਛਾ। ਆਖਰੀ ਦਿਨਾਂ 'ਚ ਉਹਦੀ ਜ਼ੁਬਾਨ ਬੰਦ ਹੋ ਗਈ ਸੀ, ਰਣਜੀਤ ਸਿੰਘ ਦੀ। ਉਹਦਾ ਵਜ਼ੀਰ ਜਿਹੜਾ ਧਿਆਨ ਸਿੰਘ ਨੇ, ਉਹਨੇ ਬੜੀ ਹੁਸ਼ਿਆਰੀ ਨਾਲ ਕਰਕੇ ਲੋਕਾਂ ਨੂੰ ਪਤਾ ਨਹੀਂ ਲੱਗਣ ਦਿੱਤਾ, ਉਹ ਘਰ ਹੀ ਰੱਖਿਆ। ਉਹ ਫਿਰ ਮਰ ਗਿਆ। ਫਿਰ ਉਹ ਨਾਲ ਸਤੀ ਹੋਈਆਂ ਸਨ ਰਾਣੀਆਂ ਜਿਹੜੀਆਂ ਸੀ। ਇਹ ਸਰ ਸਤੀ ਉਹਨਾਂ ਨੇ ਕਿਉਂ ਕੀਤੀ? ਸਤੀ ਹੁੰਦਾ ਹੁਣ ਐਡੇ ਵੱਡੇ ਬਾਦਸ਼ਾਹ ਦੀ ਬੇਗਮ ਹੋਵੇ ਤੇ ਉਹ ਮਰਨ ਤੋਂ ਬਾਅਦ ਤੇਰੇ ਨਾਲ ਵਿਆਹ ਤੇ ਨਹੀਂ ਕਰ ਸਕਦੀ ਨਾ, ਉਹ ਕਰਦੀ ਹੈ ਇੱਕ ਵੱਡੋ ਤੋਂ ਵੱਡਾ ਬੰਦਾ ਲੱਭੇ, ਵੱਡਾ ਨਹੀਂ ਲੱਭਦਾ ਤੇ ਫਿਰ ਉਹ ਮਰ ਜਾਂਦੀਆਂ ਨੇ। ਉਹ ਆਉਂਦੀਆਂ ਨੇ ਬਜਾਏ ਇਸ ਲਈ ਅਸੀਂ ਦੂਜੇ ਤੀਜੇ ਦੇ ਰਹਿਮ ਤੇ ਰਹੀਏ, ਨਾਲ ਮਰ ਜਾਓ ਤੇ ਜਾਨ ਛੁਡਾ ਲਓ। ਉਹ ਇਹ ਹੁੰਦੀ ਸੀ। ਉੱਤੇ ਘਿਓ ਪੈਂਦਾ ਸੀ ਬੜਾ, ਗਾਂ ਦਾ ਘਿਓ ਪਾਉਂਦੇ ਸਨ ਲੱਕੜੀਆਂ ਦੇ ਵਿੱਚ, ਉਹ ਸੜ ਜਾਂਦੀਆਂ ਸਨ, ਸੜ ਮਰਦੀਆਂ। ਇਹ ਸਰਕਾਰੀ ਸਤਹ ਤੇ ਰਸਮ ਇਹ ਸਰਕਾਰੀ ਉਹਨਾਂ ਦੀ ਰਸਮ ਹੈ ਸਿੱਖਾਂ ਦੀ ਨਾ, ਇਹਨੂੰ ਸਤੀ ਕਰਨਾ ਕਹਿੰਦੇ। ਹੁਣ ਤੇ ਖਤਮ ਕਰਤੀ ਉਹਨਾਂ ਨੇ। ਅਜੇ ਵੀ ਕਰਦੇ ਨੇ ਕਿ ਅੱਧੇ ਕਰਦੇ ਨੇ ਅੱਧੇ ਨਹੀਂ ਕਰਦੇ, ਸਿੱਖ ਵੀ ਕਰ ਲੈਂਦੇ ਨੇ ਹੁਣ ਵੀ। ਹਾਂ, ਅਜੇ ਵੀ ਕਰਦੇ ਨੇ। ਤੁਸੀਂ ਕਿਦੋਂ ਸੁਣਿਆ ਇਹਦਾ? ਉਹ ਸਿੱਖਿਆ ਮੇਰੇ ਕੋਲ ਰਣਜੀਤ ਸਿੰਘ ਰੋਜ਼ਾ ਆਇਆ ਹੁੰਦਾ, ਉੱਥੋਂ ਅਮਰੀਕਾ ਦਾ ਲਹਿੰਦੇ ਚੜ੍ਹਦੇ ਪੰਜਾਬ ਦਾ ਉਹ ਮਾਮਾ ਬਣਿਆ ਅੱਜ ਕੱਲ੍ਹ। ਅੱਛਾ ਸਰ, ਰਣਜੀਤ ਸਿੰਘ ਦੇ ਬਾਰੇ 'ਚ ਮੈਨੂੰ ਦੱਸੋ ਸਰ। ਮੈਂ ਸੁਣਿਆ ਉਹਦੇ ਨਾਲ ਬੜੀ ਸਾਜ਼ਿਸ਼ਾਂ ਹੋਈਆਂ, ਉਹਦੇ ਪੁੱਤਰ ਨੂੰ ਵੀ ਮਾਰਤਾ ਗਿਆ, ਉਹਦੀ ਜਿਹੜੀ ਖੜਕ ਸਿੰਘ ਦੀ ਹਵੇਲੀ ਦੇ ਅੰਦਰ ਮੈਂ ਗਿਆ। ਆਪਸ ਜੀ ਮਰਦੇ ਸਨ ਕਿ ਸਾਰੇ, ਉਹਨੇ ਹੇਠ ਉੱਤੇ ਮਰ ਗਏ ਸਾਰੇ ਦੇ ਸਾਰੇ। ਇਹਨੇ ਸਾਰੇ 9 ਸਾਲਾਂ ਸਭ ਖਤਮ ਹੋ ਗਏ ਸੀ। 3 4 5 ਨਿੱਕਾ ਏਡਾ ਕੋਈ ਜਿਹੜਾ ਸੀ ਨਾ, ਇਹਨਾਂ ਮੁਆਇਦਾ ਕੀਤਾ ਸੀ ਉਹਨਾਂ ਨਾਲ, ਗੋਰਿਆਂ ਨਾਲ। ਅੱਛਾ। ਉਹਦਾ ਨਾਂ ਹੈ ਸਤਲੁਜ। ਸਤਲੁਜ। ਸਤਲੁਜ ਦਰਿਆ ਤੋਂ ਇਹ ਪਾਰ ਨਹੀਂ ਜਾਣਗੇ ਤੇ ਉਹ ਇਧਰ ਨਹੀਂ ਆਉਣਗੇ। ਠੀਕ ਹੈ। ਉਹ ਜਿਸਲੇ ਮਰਿਆ ਨਾ ਤੇ ਇਹਨਾਂ ਦੀ ਫੌਜ ਜਿਹੜੀ ਉੱਥੇ ਟੁਰ ਗਈ। ਉਹਨੇ ਫਿਰ ਸਾਡਾ ਜਿਹੜਾ ਮਸ਼ਰਕੀ ਪੰਜਾਬ ਹੈ ਨਾ, ਇਸ ਦੀ ਵਜ੍ਹਾ ਤੋਂ ਉਹਨਾਂ ਨੇ ਕਬਜ਼ਾ ਕਰ ਲਿਆ। ਉਹ ਕਸ਼ਮੀਰ ਵੀ ਖਰੀਦ ਲਿਆ ਤੇ ਉੱਥੇ ਆਪਣੀ ਹੁਕੂਮਤ ਵੀ ਕਾਇਮ ਕਰ ਲਈ ਅੰਗਰੇਜ਼ਾਂ ਨੇ। ਫਿਰ ਉਹ ਨਿੱਕਾ ਜਿਹਾ ਰਹਿ ਗਿਆ ਸੀ, ਉਹ ਜਿਹੜਾ ਆਖਰੀ ਬੱਚਾ ਸੀ, ਪੋਤਰਾ ਪੜਪੋਤਰਾ। ਨੌਨਿਹਾਲ ਪੋਤਰਾ ਪੜਪੋਤਰਾ ਸੀ। ਉਹ ਜਿਹੜਾ ਨਹੀਂ ਦਲੀਪ ਸਿੰਘ ਸੀ ਆਖਰ ਤੇ, ਉਹਨੇ ਕਰਕੇ ਨਾ ਉਹਦਾ ਵਿਆਹ ਕਰ ਦਿੱਤਾ ਉਹਨੇ ਕਿਸੇ ਨਾਲ, ਤੇ ਫਿਰ ਉਹਨੂੰ ਲੈ ਗਿਆ ਉੱਥੇ ਸਾਈ ਬਣਾ ਕੇ ਯੂਰਪ ਵਿੱਚ, ਉੱਥੇ ਹੀ ਫਿਰ ਰਿਹਾ, ਉੱਥੇ ਉਹ ਮਰ ਗਿਆ। ਨੌਨਿਹਾਲ ਸਿੰਘ ਉੱਧਰ ਚਲਾ ਗਿਆ। ਉਹਦੇ ਬਾਰੇ ਤੁਸੀਂ ਸੁਣੀ ਕਹਾਣੀ ਕਿ ਉਹਦਾ ਸਿਰ ਰੋਸ਼ਨਾਈ ਦਰਵਾਜ਼ੇ ਦੇ ਅੰਦਰ ਦੇ ਕੇ ਮਾਰਿਆ ਸੀ? ਉਹ ਨਹੀਂ, ਉਹ ਤੇ ਉਦਮ ਸਿੰਘ ਸੀ ਤੇ ਇੱਕ ਇਹਦਾ ਖੜਕ ਸਿੰਘ ਦਾ ਸ਼ੇਰ ਸਿੰਘ ਸੀ, ਦੋ ਇਹਨਾਂ ਦੇ ਮਰੇ ਸੀ। ਉਹਦਾ ਨਹੀਂ ਮਰਿਆ ਜਿਹੜਾ ਰੋਸ਼ਨਾਈ ਦਰਵਾਜ਼ੇ ਦੇ ਅੰਦਰ ਮਾਰੇ ਸੀ। ਉਹ ਤਾਂ ਡਿੱਗੀ ਸੀ ਨਾ, ਇੱਕ ਉਹਦਾ ਹਿੱਸਾ ਡਿੱਗ ਪਿਆ ਸੀ। ਜਦੋਂ ਇਹ ਆ ਰਿਹਾ ਸੀ ਵਾਪਸ ਨਾ, ਖੜਕ ਸਿੰਘ ਦੀ ਉਹ ਸਤੀ ਕਰਕੇ ਤੇ ਵਾਪਸ ਆ ਰਹੇ ਤੇ ਉੱਤੇ ਡਿੱਗ ਪਿਆ ਸੀ। ਉਹਨੇ ਜਾ ਕੇ ਤਖਤ ਦੇ ਉੱਤੇ ਬਹਿਣਾ ਸੀ ਤੇ ਉਹ ਰਾਜ ਹੀ ਮਰ ਗਿਆ। ਅੱਛਾ। ਤੇ ਸਰ ਹੁਣ ਦੱਸੋ, ਲਾਹੌਰ ਦੇ ਬਾਰੇ ਮੈਂ ਜਾਣਨਾ ਚਾਹ ਰਿਹਾ ਕਿ ਰਿਵਾਇਤਾਂ ਹੁੰਦੀਆਂ ਸੀ ਲਾਹੌਰ ਦੀ ਰਵਾਇਤਾਂ। ਮੈਂ ਲਾਹੌਰ ਹੁਣ ਪ੍ਰੀ ਪਾਰਟੀਸ਼ਨ ਦੀ ਗੱਲ ਕਰ ਰਿਹਾ। ਇਹ ਕੈਸਾ ਲਾਹੌਰ ਸੀ ਸਰ? ਇੱਥੇ ਬੜਾ ਅੱਛਾ ਸੀ। ਮਸਲਨ ਬਰਾਦਰੀਆਂ ਦੇ ਕੋਈ ਨਾ ਸੈਨਮੇ ਸਨ, ਨਾ ਹੋਟਲ ਸਨ, ਨਾ ਕੋਈ ਸ਼ੈ ਸੀ। ਅਤੇ ਬਰਾਦਰੀਆਂ ਨੇ ਆਪਣੇ ਮਸਲਨ ਸ਼ਾਦੀ ਕਰਨੀ ਹੈ, ਉਹਨਾਂ ਦੇ ਆਪਣੇ ਬਰਤਨ ਸਾਰੇ ਬਣਾਏ ਹੁੰਦੇ ਸੀ। ਅੱਛਾ। ਇਸੇ ਤਰ੍ਹਾਂ ਇਜਤਮਾਹੀ ਜ਼ਿੰਦਗੀ ਸੀ। ਇਹ ਉੱਤੇ ਔਰਤਾਂ ਸਾਰੀਆਂ ਪੁਰਾਣੀਆਂ ਲਾਹੌਰ ਵਾਲੀਆਂ ਤੰਦੂਰੀਆਂ ਇਹਨਾਂ ਨੇ ਆਪਣੀ ਛੱਤਾਂ 'ਤੇ ਲਾਈਆਂ ਹੁੰਦੀਆਂ ਸੀ। ਉਹ ਇੱਕ ਪੁਲ ਜਿਹਾ ਬਣਾ ਕੇ ਇੱਕ ਦੂਜੇ ਦੇ ਘਰ ਆਉਂਦੀਆਂ ਜਾਂਦੀਆਂ ਸਨ। ਅਤੇ ਉਹ ਇਹ ਨਾ, ਉਹ ਫਿਰ ਔਰਤਾਂ ਵੀ ਵਿਹਲੀਆਂ ਹੋ ਕੇ ਬਹਿ ਜਾਂਦੀਆਂ ਸਨ ਬਾਹਰ ਸੜਕ 'ਤੇ, ਅਤੇ ਮਰਦ ਵੀ ਰਾਤ ਨੂੰ ਬਹਿ ਜਾਂਦੇ ਸੀ। ਇਹ ਥੋੜ੍ਹਾ ਪਾਰਟੀ ਜਿਹੜੀ ਉਹ ਚੱਲਦੀ ਹੁੰਦੀ ਸੀ। ਇੱਕ ਦੀ ਬੇਟੀ ਦੀ ਸ਼ਾਦੀ, ਸਾਰੇ ਇਕੱਠੇ ਹੁੰਦੇ ਸਨ, ਹਿੰਦੂ ਵੀ ਹੋਵੇ ਸਿੱਖ ਵੀ ਹੋਵੇ, ਉਹਨੂੰ ਖਾਣਾ ਵੱਖਰਾ ਦਿੰਦੇ ਸਨ। ਅਤੇ ਇਸੇ ਤਰ੍ਹਾਂ ਮੁਸਲਮਾਨਾਂ ਦੀ ਸ਼ਾਦੀ ਹੋਵੇ ਤਾਂ ਉਹਨਾਂ ਨੂੰ ਵੀ ਦਿੰਦੇ ਸੀ। ਅਤੇ ਉਹ ਇੱਕ ਤਰ੍ਹਾਂ ਦਾ ਟੋਲਰੈਂਸ ਦਾ ਕਲਚਰ ਸੀ ਲਾਹੌਰ ਸ਼ਹਿਰ ਦੇ ਅੰਦਰ ਵਿੱਚ। ਅੱਛਾ। ਇਹਦੇ ਰਣਜੀਤ ਸਿੰਘ ਦੇ ਵੇਲੇ ਕੁਝ ਇਹਨਾਂ ਦੇ ਸਿੱਖਣੀਆਂ ਔਖੀਆਂ ਹੋਈਆਂ ਸਨ। ਮਸਾ ਇੱਥੇ ਬਾਂਗ ਦਿੰਦੇ ਹਨ ਸੁਨਾਰੀ ਮਸਜਿਦ, ਉਹ ਆਉਂਦੀ ਸੀ ਸਾਡੇ ਅਮਲ ਡਿੱਗ ਜਾਣਗੇ, ਅਸੀਂ ਇਹਨਾਂ ਦੀ ਬਾਂਗ ਨਹੀਂ ਸੁਣਦੇ। ਉਹਨੇ ਬੰਦ ਕਰਾ ਦਿੱਤੀਆਂ, ਬੰਦ ਕਰਾਈਆਂ ਹਜ਼ਾਰਾਂ ਨਾ ਰਣਜੀਤ ਸਿੰਘ ਨੇ। ਕੁਝ ਕੀਤੇ, ਕੁਝ ਹੋਰ ਕਰਨਾ ਚਾਹੁੰਦਾ ਸੀ, ਲੇਕਿਨ ਇਹ ਫਕੀਰ ਖਾਨਦਾਨ ਵਾਲੇ ਜਿਹੜੇ ਨੇ ਨਾ, ਇਹਨਾਂ ਨੂੰ ਸਮਝਾਇਆ। ਮਸਲਨ ਗੁਰਮੁਖੀ ਲਿਆਉਣਾ ਚਾਹੁੰਦਾ ਸਨ, ਉਹ ਫਾਰਸੀ ਕੱਢ ਕੇ ਅਤੇ ਪੰਜਾਬੀ ਲਿਆਉਣਾ ਚਾਹੁੰਦਾ ਸੀ। ਉਹ ਫਿਰ ਉਹਨਾਂ ਆਖਿਆ ਕਿ ਨਹੀਂ, ਇਹ ਹੁਣ ਇਸ ਵੇਲੇ ਗੁਰਮੁਖੀ ਜਿਹੜੀ ਹੈ ਲੈ ਆਓਗੇ ਅਤੇ ਇਹਨਾਂ ਨੂੰ ਪਤਾ ਵੀ ਨਹੀਂ ਚੱਲਣਾ ਕਿਸੇ ਪੰਜਾਬੀ ਨੂੰ, ਅਤੇ ਨਾ ਹੀ ਤੁਹਾਡੀ ਫਾਰਸੀ ਜਿਹੜੀ ਟੁਰ ਜਾਏਗੀ, ਜਿਹੜੀ ਹਰ ਬੰਦਾ ਜਾਣਦਾ ਹੈ, ਅਤੇ ਉਹ ਵੀ ਕੋਈ ਨਹੀਂ ਰਹੇਗੀ ਅਤੇ ਕੰਮ ਖਰਾਬ ਹੋ ਜਾਏਗਾ। ਅਤੇ ਮਿਹਰਬਾਨੀ ਕਰੋ। ਫਿਰ ਜਿੰਨਾ ਚਿਰ ਇਹ ਰਿਹਾ ਰਣਜੀਤ ਸਿੰਘ, ਉਹਨਾਂ ਨੇ ਕੁਝ ਨਹੀਂ ਕੀਤਾ, ਉਹਨੇ ਉਹੀ ਰੱਖੇ। ਰਣਜੀਤ ਸਿੰਘ ਜ਼ਾਲਮ ਹੁਕਮਰਾਨ ਸੀ ਜਾਂ ਸ਼ਾਇਦ ਆਪਣੀ ਸੋਇਲ ਨਾਲ ਮੁਹੱਬਤ ਕਰਦਾ ਸੀ? ਨਹੀਂ, ਦੋਵੇਂ ਕੰਮ ਸਨ ਨਾ। ਜਦੋਂ ਉਹਨੇ ਕਬਜ਼ਾ ਕਰਨਾ ਸੀ ਉਦੋਂ ਉਹਨੇ ਹਰਸ਼ਾ ਕੀਤੀ ਹੈ। ਉਹਦਾ ਪਿਓ, ਅਸੀਂ ਇਹਨਾਂ ਨੂੰ ਕਹਿੰਦੇ ਹਾਂ ਸਿੱਖਾਂ ਦੇ ਜਥੇ, ਸਿੱਖ ਜਥੇ।
ਹਾਂ ਉਹ ਬਣਾ, ਇਹਦਾ ਪਿਓ ਸੀ ਉਹ ਜਿੱਥੋਂ ਦਾ ਹਸਨ ਅਲੀ ਹੈ। ਹਸਨ ਅਲੀ ਕਿਹੜਾ ਹੈ? ਉਹ ਖਿਲਾੜੀ ਸਾਡਾ, ਅੱਛਾ ਉਹ ਗੁਜਰਾਂਵਾਲੇ ਦੇ ਨਾਲ ਹੋਵੇ, ਉਹਦਾ ਨਾਂ ਲੱਧੇਵਾਲਾ ਬੜਾ ਚੰਨ ਦਾ ਕਿਲਾ ਹੈ, ਨਹੀਂ ਲੱਧੇਵਾਲਾ ਬੜਾ ਲੱਧੇਵਾਲਾ ਦਾ ਹਿੱਸਾ ਹੀ ਅੱਛਾ ਹੈ। ਜੀ ਠੀਕ ਹੈ। ਉੱਥੇ ਪੈਦਾ, ਇਹਦੇ ਨਾਨਕੇ ਉੱਥੇ ਸਨ, ਉੱਥੇ ਹੀ ਪੈਦਾ ਹੋਇਆ। ਲੱਦੇ ਸ਼ਾਹ ਦਾ ਮਜ਼ਾਰ ਵੀ ਤੇ ਹੈਗਾ ਬਾਜ਼ਾਰ ਦੇ ਵਿੱਚ। ਉਹ ਲੱਦੇ ਸ਼ਾਹ ਦਾ ਨਹੀਂ, ਉਹ ਕਿਸੇ ਹੋਰ ਮਜ਼ਾਰ ਹੈ। ਉਹ ਸਾਡੇ ਪਿੰਡ ਵਾਲਾ ਜਿਹੜਾ ਬਜ਼ੁਰਗ ਹੈ ਨਾ, ਉਹ ਉਹਨਾਂ ਦਾ ਮੁਰੀਦ ਹੈ। ਅੱਛਾ ਲੱਧੇਵਾਲ ਬੜਾ ਹੈ। ਉਹ ਇਹ ਜਿਹੜਾ ਸੀ, ਫਿਰ ਇਹਦੇ ਕੋਲ, ਉਹਦੇ ਪਿਓ ਕੋਲ 2-3 ਹਜ਼ਾਰ ਸਨ। ਇਹਨੇ ਫਿਰ ਮੁੰਡੇ ਇਕੱਠੇ ਕਰ ਲਿਆ 10-12 ਹਜ਼ਾਰ। ਇਹ ਫਿਰ ਪਿੰਡ ਹਮਲਾ ਕਰ ਦਿੰਦੇ ਜੁੜੇ। ਉਸ ਵੇਲੇ ਰਸਮ ਹੁੰਦੀ ਸੀ ਪੰਜਾਬ ਦੀ, ਉਹ ਘੋੜੇ 'ਤੇ ਚੜ੍ਹ ਕੇ ਘੋੜਾ ਫੇਰਦਾ ਸੀ, ਅਤੇ ਜਿਹੜਾ ਅੱਗੋਂ ਡੱਕਾ ਲਾਉਂਦਾ ਸੀ ਉਹਦੇ ਨਾਲ ਲੜ ਪੈਂਦਾ ਸੀ। ਜਿਹੜਾ ਡੱਕਾ ਨਹੀਂ ਸੀ ਦਿੰਦਾ ਉਹਨੂੰ ਕਹਿੰਦਾ ਚੱਲ ਤੂੰ ਮੇਰਾ ਮਤਾ ਤੇ ਇੰਨੇ ਪੈਸੇ ਹਰ ਸਾਲ ਦਿਆ ਕਰ। ਉਹ ਇਹ ਕਰਦਾ ਰਿਹਾ ਰਣਜੀਤ ਸਿੰਘ। ਉਹ ਫਿਰ ਸਾਰੇ ਇਲਾਕੇ ਕਬਜ਼ੇ ਕਰਕੇ ਉਹਨੇ, ਫਿਰ ਦੂਜਾ ਉਹਨੇ ਕੰਮ ਇਹ ਕੀਤਾ ਕਿ ਰਾਣੀਆਂ, ਵੱਡੀਆਂ ਰਾਜਿਆਂ ਦੀਆਂ ਧੀਆਂ ਲੈ ਲਈਆਂ। ਉਹ ਵੀ ਯਾਰ ਇਹਦੇ ਬਣ ਗਿਆ। ਉਹਨਾਂ ਨਾਲ, ਗੋਰਿਆਂ ਨਾਲ ਇਹਨੇ ਮੁਆਹਦਾ ਕਰ ਲਿਆ। ਉਹਨਾਂ ਵੀ ਹਮਲੇ ਨਾ ਕੀਤੇ ਇਹਦੇ। ਸਮਾਰਟ ਆਦਮੀ ਸੀ। ਇਹ ਸਾਰੀਆਂ ਗੱਲਾਂ ਉਹਨੇ ਕਰਕੇ ਤੇ ਆਪਣੀ ਸਲਤਨਤ ਨੂੰ ਸਿਕਿਉਰ ਕਰ ਲਿਆ ਸੀ ਰਣਜੀਤ ਸਿੰਘ ਨੇ। ਬਾਕੀ ਉਹਦਾ ਜਿਹੜਾ ਕਲਚਰ ਸੀ, ਉਹ ਦੈਟ ਇਜ਼ ਅ ਕੰਟੀਨਿਊਟੀ ਆਫ ਮੁਗਲ ਪੀਰੀਅਡ। ਮੁਗਲਾਂ ਦਾ ਜਿਹੜਾ ਕਲਚਰ ਸੀ, ਉਹ ਸੀ ਸਿਵਾਏ ਮਜ਼ਹਬੀ ਚੰਦ ਇੱਕ ਰਸਮਾਂ ਜਿਹੜੀਆਂ ਨੇ ਨਾ, ਬਾਕੀ ਸਾਰਾ ਉਹ ਕੁਝ ਸੇਮ ਸੀ। ਅੱਛਾ, ਆਰਕੀਟੈਕਚਰ ਵੀ ਉਹਨਾਂ ਦਾ ਉਹੀ ਹੈ। ਸਰ ਅੱਜ ਦਾ ਲਾਹੌਰ ਕੈਸਾ ਹੈ? ਅੱਜ ਦਾ ਲਾਹੌਰ, ਅੱਜ ਦਾ ਦੌਰ ਨਫਸਾ ਨਫਸੀ ਦਾ ਦੌਰ ਹੈ। ਬੱਚੇ ਹਰ ਇੱਕ ਨੂੰ ਆਪਣੀ ਆਪਣੀ ਪਈ ਹੋਈ ਹੈ। ਇਹ ਗੁਆਂਢੀ ਅਸੀਂ ਪੜ੍ਹਦੇ ਸਾਂ ਨਾ ਇੰਗਲੈਂਡ, ਅਤੇ ਉਹ ਮਰ ਗਈ, ਮਰੀ ਨੂੰ 8 ਦਿਨ ਹੋ ਗਏ ਨੇ, ਅਤੇ ਉਹ ਗੁਆਂਢੀ ਨੂੰ ਪਤਾ ਲੱਗਦਾ ਮੋਈ ਪਈ ਜੇ ਅੰਦਰ ਨਾ। ਉਹ ਫਿਰ ਕਾਰਪੋਰੇਸ਼ਨ ਵਾਲੇ ਨੂੰ ਦੱਸਦੇ ਨੇ। ਇਹੋ ਹਾਲ ਹੁਣ ਇੱਥੇ ਹੋ ਗਿਆ। ਇੱਥੋਂ ਵੱਡੀਆਂ ਫੈਮਲੀਆਂ ਨੱਸ ਗਈਆਂ ਨੇ ਸਾਰੀਆਂ ਬਾਹਰ, ਕੋਈ ਵੀ ਨਹੀਂ ਰਹਿ ਗਿਆ। ਕੋ ਕਾਦਰੀ ਹੁੰਦਾ ਸੀ, ਹੋਰ ਸਾਰੇ ਹੁੰਦੇ ਸੀ, ਜੱਜ ਵੀ, ਹੋਰ ਵੀ ਸਾਰੇ, ਉਹ ਵੱਡੇ ਆਬਾਦੀਆਂ ਟੁੱਟ ਗਏ ਸਨ। ਅਤੇ ਇਹ ਜਿਹੜਾ ਪੁਰਾਣਾ ਲਾਹੌਰ, ਉਹਦੇ 'ਚ ਲੋਕ ਕਹਿਣ ਪੁਰਾਣੇ ਲੋਕ। ਸਰ ਅੱਜ ਦੇ ਲਾਹੌਰ 'ਚ ਤੇ ਪੁਰਾਣਾ ਲਾਹੌਰੀਆ ਕੋਈ ਨਹੀਂ ਹੈਗਾ। ਨਹੀਂ, ਉਹੀ ਜੋ ਰਵਾਇਤੀ ਲੋਕ ਜਿਹੜੇ ਹਨ ਉਹ ਹੈ ਨੇ ਨਾ, ਨਵਾਂ ਤੇ ਕੋਈ ਨਹੀਂ, ਨਾ ਵੀ ਹੋਏ। ਲੇਕਿਨ ਲਾਹੌਰ ਦੇ ਕਲਚਰ ਮੈਂ ਦੱਸ ਰਿਹਾ ਸਾਂ ਕਿ ਉਹਦਾ ਫਾਇਦਾ ਇਹ ਸੀ, ਰਵਾਇਤ ਆਪਣੀ ਜਮਾਂ ਬਾਹਰੋਂ ਆਉਂਦੀ ਰਹਿੰਦੀ ਸੀ, ਨਵਾਂ ਹਮਲਾਵਰ ਆਉਂਦਾ ਸੀ, ਨਵੇਂ ਬੰਦੇ ਆ ਜਾਂਦੇ ਸੀ। ਉਹਦੇ ਨਾਲ ਇਹ ਸੀ ਕਿ ਕਲਚਰ ਜਮੂਦ ਦਾ ਸ਼ਿਕਾਰ ਨਹੀਂ ਸੀ ਹੁੰਦਾ, ਉਹ ਗਰੋ ਕਰਦਾ ਸੀ। ਇਸ ਵਾਸਤੇ ਲਾਹੌਰ ਨੂੰ ਅਸੀਂ ਕੀ ਕਹਿੰਦੇ ਹਾਂ, ਲਿਵਿੰਗ ਸਿਟੀ ਆਫ ਦੀ ਵਰਲਡ, ਕਿ ਜਿਹੜਾ ਜ਼ਿੰਦਾ ਸ਼ਹਿਰ ਹੈ ਔਰ ਅੱਗੇ ਵੱਧਦਾ ਜਾ ਰਿਹਾ ਕਲਚਰ। ਸਾਡੇ ਜ਼ਮਾਨੇ 'ਚ ਵੇਖੋ ਨਾ, ਉਹ ਅਸੀਂ ਔਰਤਾਂ ਬਾਹਰ ਜਾਂਦੀਆਂ ਸਨ ਪਖਾਨੇ ਫਿਰਨ, ਉਹ ਕਰਨ। ਹੁਣ ਜ਼ਮਾਨਾ ਆ ਗਿਆ ਗੋਰਿਆਂ ਦਾ, ਉਹ ਕੰਧ ਨਾਲ ਖੜੇ ਹੋ ਕੇ ਪਿਸ਼ਾਬ ਕਰ ਲੈਂਦੇ ਨੇ। ਅੱਛਾ, ਹੁਣ ਲੈਟਰੀਨਾਂ ਆ ਗਈਆਂ। ਅਸੀਂ ਸ਼ਾਦੀਆਂ ਕਰਦੇ ਸਾਂ ਮੁਹੱਲੇ 'ਚ ਹੀ, ਅਤੇ ਟੈਂਟ ਲਾ ਕੇ, ਉਹ ਫਿਰ ਆ ਗਿਆ ਹੋਟਲ ਆ ਗਿਆ, ਹੋਟਲਾਂ 'ਚ ਸ਼ਾਦੀਆਂ ਹੋਣੀ ਸ਼ੁਰੂ ਹੋ। ਅਸੀਂ ਖੇਡਦੇ ਸਾਂ ਥੜਿਆਂ 'ਤੇ, ਉਹ ਕਲੱਬ ਆ ਗਿਆ, ਉਹ ਕਲੱਬਾਂ 'ਚ ਲੋਕ ਜਾਣ ਲੱਗ ਪਏ, ਫੀਸਾਂ ਵੀ ਦਿੰਦੇ ਨੇ, ਸਾਰਾ ਕੁਝ ਕਰਦੇ ਨੇ। ਤਾਂ ਇਸ ਤਰ੍ਹਾਂ ਕਰਕੇ ਫ਼ਰਕ ਤਾਂ ਹੋ ਗਿਆ। ਉਹਦੀ ਕੰਟੀਨਿਊਟੀ ਹੁਣ ਅਸੀਂ, ਮਤਲਬ ਸਾਡੇ ਲੋਕ ਬੜੇ ਖੁਸ਼ ਹੁੰਦੇ ਸਨ ਸਲਵਾਰ ਕਮੀਜ਼ ਧੋਤੀ ਪਹਿਨ ਕੇ। ਫਿਰ ਉਹ ਗੋਰਿਆਂ ਨੇ ਪੈਂਟ ਸਾਨੂੰ ਪਵਾ ਦਿੱਤੀ, ਅਸੀਂ ਪੈਂਟ ਪਾ ਕੇ ਫਿਰੋ, ਅਸੀਂ ਛੱਡਦੇ ਹੀ ਨਹੀਂ, ਉਹਨੂੰ ਚੰਬੜੇ ਹਾਂ ਅਸੀਂ। ਸਰ ਇੱਕ ਰੰਗ ਮਹਿਲ ਹੈਗਾ ਸਾਡੇ ਇੱਥੇ, ਰੰਗ ਮਹਿਲ। ਹਾਂ, ਇੱਥੇ ਕੀ, ਕਿਉਂਕਿ ਮੈਂ ਉੱਥੇ ਨਾ ਅਯਾਜ਼ ਸਾਹਿਬ ਦਾ ਮਜ਼ਾਰ ਹੈ, ਮਹਿਮੂਦ ਅਯਾਜ਼ ਜਿਨ੍ਹਾਂ ਨੂੰ ਕਿਹਾ ਜਾਏ ਕਿ ਸਫ ਮੇਂ ਖੜੇ ਹੋ ਗਏ ਮਹਿਮੂਦ ਅਯਾਜ਼, ਨਾ ਕੋਈ ਬੰਦਾ ਰਹਾ ਨਾ ਬੰਦਾ ਨਵਾਜ਼। ਇਹ ਕੀ, ਇਹਨਾਂ ਦਾ ਕੀ ਰਿਲੇਸ਼ਨ? ਸ਼ਾਪਿੰਗ ਸੈਂਟਰ ਹੀ ਰਿਹਾ ਨਾ ਹਮੇਸ਼ਾ ਤੋਂ। ਡੱਬੀ ਬਾਜ਼ਾਰ ਤੇ ਜਿਹੜੇ ਸਨ ਨਾ, ਡੱਬੀ ਬਾਜ਼ਾਰ ਸ਼ਾਪਿੰਗ ਸੈਂਟਰ ਰਹੇ ਨੇ। ਉਹ ਮਾਈਆ ਦੀ ਤਾਂ ਸੁਣਿਆ ਇਹਨਾਂ ਦਾ, ਜਿਹੜੇ ਲਾਹੌਰ ਨੰਗ ਆਉਂਦੀਆਂ ਨੇ, ਡੱਬੀ ਬਾਜ਼ਾਰ ਮਿਲ ਵਿੱਚ ਮਾਈ ਵੇ ਰਾਤਾਂ ਆਈਆਂ ਚਾਂਦਨੀਆਂ। ਡੱਬੀ ਬਾਜ਼ਾਰ ਮਿਲ ਮਾਈ ਵੇ ਰਾਤਾਂ ਆਈਆਂ ਚਾਂਦਨੀਆਂ। ਉਹ ਜਿੰਨਾ ਚਿਰ ਇਹਨਾਂ ਦੇ ਖਵੇ ਨਾਲ ਖਵਾ ਨਹੀਂ ਖਾਂਦਾ, ਇਹਨਾਂ ਦੀ ਸ਼ਾਪਿੰਗ ਨਹੀਂ ਸੀ ਹੁੰਦੀ। ਖਵੇ ਨਾਲ ਖਵਾ ਯਾਨੀ ਕਿ ਮੋਢੇ ਨਾਲ ਮੋਢੇ ਮਾਰਦੇ ਹਨ ਇੱਕ ਦੂਜੇ ਨੂੰ, ਅਤੇ ਉਹ ਖੁਸ਼ ਹੁੰਦੇ ਸਨ। ਇਹ ਬਾਜ਼ਾਰ ਸ਼ਾਪਿੰਗ ਸੈਂਟਰਸ ਸਾਰੀ। ਡੱਬੀ ਬਾਜ਼ਾਰ ਵਿੱਚ ਮਿਲ ਮਾਈ ਵੇ ਰਾਤਾਂ ਆਈਆਂ ਚਾਂਦਨੀਆਂ। ਡੱਬੀ ਬਾਜ਼ਾਰ, ਉਹ ਡੱਬੀ ਬਾਜ਼ਾਰ ਮਾਈਏ 'ਚ ਹੈਗਾ ਸੀ। ਅਤੇ ਉਹ ਇਹ ਔਰਤਾਂ ਮਲੌਰ ਦੀਆਂ ਗਾਉਂਦੀਆਂ ਨੇ ਨਾ, ਆਪਣੇ ਲੋਕ ਗੀਤ ਨੇ ਉਹਨਾਂ 'ਚ ਨਾ। ਤੋ ਇਹ ਵੇ ਕਿ ਇਹ ਸਾਰਾ ਸ਼ਾਪਿੰਗ ਸੈਂਟਰ ਸੀ। ਕਸੇਰਾ ਬਾਜ਼ਾਰ ਹੈ। ਤੇ ਅਯਾਜ਼ ਸਾਹਿਬ ਦਾ ਕੀ ਤਲਕ ਹੈ ਰੰਗ ਮਹਿਲ? ਅਯਾਜ਼ ਇੱਥੇ ਦਫਨ ਹੋਇਆ ਨਾ, ਬਸ ਖਰੀਦਿਆ ਨਹੀਂ ਗਿਆ ਇੱਥੋਂ ਇਸ ਬਾਜ਼ਾਰ 'ਚੋਂ, ਕਿਉਂਕਿ ਮੈਂ ਸੁਣਿਆ ਇੱਥੇ ਮੁੰਡਿਆਂ ਦੀ ਮੰਡੀ ਲੱਗਦੀ ਸੀ। ਉਹ ਨਹੀਂ ਹੋਇਆ, ਉਹਨੇ ਕੁਝ ਵੀ ਨਹੀਂ ਕੀਤਾ, ਉਹ ਬੜਾ ਚੰਗਾ ਬੰਦਾ ਸੀ। ਅੱਛਾ, ਤੇ ਮੁੰਡਿਆਂ ਦੀ ਮੰਡੀ ਕਿੱਥੇ ਲੱਗਦੀ ਸੀ? ਅਫਗਾਨਿਸਤਾਨ 'ਚ ਲੱਗਦੀ ਸੀ ਨਾ, ਇੱਥੇ ਰੰਗ ਮਹਿਲ ਨਹੀਂ ਲੱਗਦੀ ਸੀ। ਨਹੀਂ, ਇੱਥੇ ਨਹੀਂ ਲੱਗਦੀ ਸੀ, ਇੱਥੋਂ ਨਹੀਂ ਖਰੀਦਿਆ ਗਿਆ। ਇਹ ਉੱਥੇ ਸਾਰੇ ਸੈਂਟਰਲ ਏਸ਼ੀਅਨ ਜਿਹੜੇ ਨੇ ਨਾ ਭੁੱਖੇ ਮਰਦੇ, ਉੱਥੇ ਲਿਆਉਂਦੇ ਸਨ, ਉੱਥੋਂ ਫਿਰ ਲੋਕ ਖਰੀਦ ਲੈਂਦੇ ਸੀ। ਸਰ ਹੁਣ ਤੁਸੀਂ ਦੇਖ ਰਹੇ ਹੋ ਕਿ ਜਦੀਦ
ਦੌਰ ਆ ਗਿਆ ਹੈ। ਲਸ਼ਾਰੀ ਸਾਹਿਬ ਨੇ ਬੜੀ ਮਿਹਨਤ ਕੀਤੀ ਹੈ, ਲਾਹੌਰ ਸ਼ਹਿਰ ਨੂੰ ਦੁਬਾਰਾ ਤੋਂ ਉਹਨੂੰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਮੀਆਂ ਸਾਹਿਬ ਨੇ ਕਿਹਾ ਕਿ ਉਹਨਾਂ ਨੇ ਲਹਿਰ ਪ੍ਰੋਜੈਕਟ ਬਣਾਇਆ ਕਿ ਲਾਹੌਰ ਨੂੰ ਰੀਹੈਬਿਲਿਟੇਟ ਕੀਤਾ ਜਾਏ, ਲਾਹੌਰ ਨੂੰ ਪੁਰਾਣੀ ਤਰਜ਼ ਤੇ ਬਹਾਲ ਕੀਤਾ ਜਾਏ। ਤੁਹਾਨੂੰ ਇਹ ਕੈਸਾ? ਸਾਰੀ ਦੁਨੀਆ ਕਰਦੀ ਪਈ ਨਾ, ਇਹਨਾਂ ਨੂੰ ਪਾਗਲਾਂ ਨੂੰ ਪਤਾ ਨਹੀਂ ਹੈ। ਸੈਂਟਰਲ ਏਸ਼ੀਆ ਜਾਓ ਨਾ, ਉਹਨਾਂ ਸਾਰੇ ਆਪਣੇ ਜਿਹੜੇ ਮਨ ਡਿੱਗੇ ਪਏ ਨੇ ਉਹ ਬਹਾਲ ਕਰ ਦਿੱਤੇ ਨੇ। ਲੇਕਿਨ ਬਹਾਲ ਕੀ ਨਹੀਂ ਕੀਤੇ ਨੇ, ਅਸਲੀ ਸ਼ਕਲ ਰੱਖੀ ਹੈ, ਮਟੀਰੀਅਲ ਅੱਜ ਕੱਲ੍ਹ ਦਾ ਇਸਤੇਮਾਲ ਕੀਤਾ। ਇਹ ਨਾ ਅੱਜ ਕੱਲ੍ਹ ਦਾ ਇਸਤੇਮਾਲ ਕਰਦੇ ਤੇ ਨਾ ਉਹ ਕਰਦੇ ਨੇ ਪਏ, ਨਾ ਇਹਨਾਂ ਨੂੰ ਪਤਾ ਹੈ। ਮੈਂ ਸਰਵੇ ਕੀਤਾ ਨਾ ਇਹਨਾਂ, ਉਹ ਸਾਰੇ ਲਸ਼ਾਰੀ ਸਾਹਿਬ ਜਿਹੜੇ ਨੇ ਉਹਨਾਂ ਨੇ ਸਾਰੇ ਫਾਊਂਟਨ ਸਾਰੇ ਪੁੱਟ ਲਏ ਨੇ, ਹੋਰ ਜਿੰਨੇ ਸ਼ਾਦਰਾ ਦੇ ਸਾਰੀ ਜਗ੍ਹਾ 'ਤੇ ਤਕਰੀਬਨ ਕਾਮਰਾਂ ਦੀ ਬਾਰਾਦਰੀ ਦਾ ਵੀ ਇੱਕ ਨਹੀਂ ਰਿਹਾ। ਅਤੇ ਉਹ ਇਹ ਵੇ ਕਿ ਇਹਨਾਂ ਨੂੰ ਪਤਾ ਹੀ ਕੋਈ ਨਹੀਂ ਉੱਤੇ ਕਲਚਰ ਜਿਹੜੀਆਂ ਬੈਠੀਆਂ ਨੇ ਇਹ ਧਿਆਨ ਕਰਨ। ਇੱਥੇ ਬੈਠਾ ਰਿਹਾ ਬਾਬਾ ਵਲੀਉੱਲਾ ਖਾਨ। ਵਲੀਉੱਲਾ ਖਾਨ 100 ਸਾਲ ਦਾ ਹੋ ਕੇ ਹੋਇਆ ਸੀ, 100 ਸਾਲ ਦਾ ਹੋ ਕੇ। ਇਹ ਪੇਸ਼ੇਨ ਗੋਈਆਂ ਵਾਲੇ ਨਾ ਵਲੀਉੱਲਾ ਖਾਨ ਹੈਂ? ਜਿਹੜੇ ਪੇਸ਼ੇਨ ਗੋਈਆਂ ਕਰਦੇ ਸਨ? ਨਹੀਂ, ਉਹ ਨਹੀਂ ਹੈ, ਇਹ ਕੰਜ਼ਰਵੇਟਰ ਸੀ। ਅੱਛਾ, ਬਰਤਾਨਵੀ ਦੌਰ ਦਾ ਨਾ ਕੰਜ਼ਰਵੇਟਰ ਸੀ। ਅੱਛਾ, ਇਹ ਜਿਲਾਨੀ ਨਾਲ ਵੀ ਰਿਹਾ। ਅੱਛਾ, ਇਹ ਫਿਰ ਇਹਦੇ ਨਾਲ ਰਿਹਾ, ਨਵਾਜ਼ ਸ਼ਰੀਫ ਨਾਲ ਵੀ ਰਿਹਾ, ਇਹਦੇ ਨਾਲ ਵੀ ਰਿਹਾ। ਅੱਛਾ, ਨਹੀਂ ਉਹਨੂੰ ਜਿਹੜੇ ਹੈਗੇ ਨੇ ਇਹਦੇ ਵਾਲ ਸਿਟੀ ਦੇ ਡੀਜੀ, ਉਹਨਾਂ ਦਾ ਨਾਂ ਹੈ ਨਜਮ ਸਾਕਿਬ। ਨਜਮੁਲ ਸਾਕਿਬ, ਪਤਾ ਨਹੀਂ ਉਹ ਕੀ, ਮੈਨੂੰ ਨਹੀਂ, ਆਰਕੀਟੈਕਟ ਹੈਗੇ ਨੇ, ਬਾਹਰੋਂ ਪੜ੍ਹ ਕੇ ਆਏ। ਜਾਣਦਾ, ਪਤਾ ਇਹਨਾਂ ਨੂੰ ਨਹੀਂ ਆਉਂਦਾ ਨਾ, ਇਹਨਾਂ ਨੂੰ ਇਹ ਆਰਕੀਟੈਕਚਰ ਨਹੀਂ ਆਉਂਦਾ ਸਿਵਲ ਵਾਲਿਆਂ ਨੂੰ। ਇਹ ਸਾਰੇ ਬੱਚੇ ਇਹਨਾਂ ਦੇ ਮੇਰੇ ਕੋਲ ਆਉਂਦੇ ਸਨ। ਅੱਛਾ, ਉਹ ਹੋਮ ਇਕਨੋਮਿਕਸ ਵਾਲੀਆਂ ਬੱਚੀਆਂ ਵੀ ਮੇਰੇ ਕੋਲ ਆਉਂਦੀਆਂ। ਅੱਛਾ, ਕਿਉਂਕਿ ਇਹਨਾਂ ਪੜ੍ਹੇ ਹੀ ਨਹੀਂ ਨਾ, ਇਹਨਾਂ ਨੂੰ ਪੜ੍ਹਾਉਂਦੇ ਨੇ। ਤੇ ਉਹ ਬੰਦਾ ਬਹਾਲ ਕਰੇ ਜਿਹਨੇ ਪੜ੍ਹਿਆ ਜਾਂ ਜਿਹਨੂੰ। ਅੱਛਾ, ਤੁਹਾਨੂੰ ਲਹਿਰ ਦਾ ਪ੍ਰੋਜੈਕਟ ਕੈਸਾ ਲੱਗਾ ਜੋ ਮੀਆਂ ਨਵਾਜ਼ ਸ਼ਰੀਫ ਨੇ ਕਿਹਾ ਕਿ ਮਾਰਕੀਟਾਂ ਸਾਰੀਆਂ ਹਟਾਓ, ਇਨਕਰੋਚਮੈਂਟ ਹਟਾਓ? ਉਹ ਤਾਂ ਸਾਰੀ ਦੁਨੀਆ 'ਤੇ ਹੋ ਰਿਹਾ ਨਾ। ਵੇਖਣਾ ਹੁਣ ਅਸੀਂ ਬਗਦਾਦ ਗਏ ਹਾਂ, ਬਗਦਾਦ ਜਿੰਨੇ ਸਿਵਲ ਆਬਾਦੀ ਸੀ ਨਾ, ਸਾਰੇ ਬਜ਼ੁਰਗਾਂ ਦੇ ਮਜ਼ਾਰਾਂ ਦੇ ਉਸ ਖਤਮ ਕਰ ਦਿੱਤੀਆਂ, ਖੁੱਲ੍ਹੀ ਜਗ੍ਹਾ ਕੀਤੀਆਂ ਨੇ ਜ਼ਾਇਰੀਨ ਲਈ, ਤਾਂ ਕਿ ਗੱਡੀਆਂ ਖੜੀਆਂ ਹੋ ਜਾਣ, ਲੋਕ ਵੀ ਆਰਾਮ ਨਾਲ ਬੈਠ ਸਕਣ। ਇੱਧਰ ਚਲੇ ਜਾਓ, ਮੱਕਾ ਮਦੀਨਾ, ਇਹਨਾਂ ਸਾਰੇ ਖਤਮ ਕਰ ਦਿੱਤੀ ਆਬਾਦੀ ਸਿਵਲ। ਸ਼ਹਿਰ ਵਿੱਚੋਂ ਬਾਹਰ ਬਣਾ ਦਿੱਤੇ ਨੇ, ਉਹ ਵੀ ਉਹਨਾਂ ਨੂੰ ਘਰ ਬਣਾ ਦੇ। ਲੇਕਿਨ ਬਣਾ ਕੇ ਦੇਣ ਵੀ ਨਾ, ਉਹ ਅਸਲ 'ਚ ਜ਼ਾਇਰੀਨ ਜਿਸ ਵੇਲੇ ਜ਼ਿਆਦਾ ਵੱਧਦੇ ਨੇ ਨਾ, ਉਹ ਜਗ੍ਹਾ ਫਿਰ ਖਾਲੀ ਹੋਣੀ ਚਾਹੀਦੀ। ਸਰ, ਤੁਸੀਂ ਲਾਹੌਰੀਏ ਤੁਹਾਨੂੰ ਸੁਣ ਰਹੇ ਨੇ, ਅਵਲ ਤੇ ਤੁਸੀਂ ਮੈਨੂੰ ਕਿਹਾ ਤੂੰ ਲਾਹੌਰੀਆ ਨਹੀਂ ਹੈਗਾ, ਬਾਹਰੋਂ ਆਇਆ। ਇਹ ਕਿਉਂ ਕਿਹਾ ਤੁਸੀਂ ਮੈਨੂੰ? ਇਹ ਤੁਸੀਂ ਕਿਉਂ ਕਿਹਾ ਮੈਨੂੰ ਕਿ ਤੂੰ ਲਾਹੌਰੀਆ ਨਹੀਂ ਹੈਗਾ? ਲਾਹੌਰੀਏ ਪਹਿਚਾਣੇ ਜਾਂਦੇ ਨੇ ਜਿੱਥੇ ਮਰਜ਼ੀ ਹੋਣ। ਮੈਂ ਲਾਹੌਰੀਆ ਨਹੀਂ ਹੈਗਾ? ਨਹੀਂ। ਮੈਂ ਕੌਣ ਆ? ਅੱਛਾ, ਬਸ ਜੋ ਕੁਝ ਤੂੰ ਹੈ। ਮੈਂ ਸਾਰੀ ਦੁਨੀਆ ਨੂੰ ਕਹਿੰਦਾ ਮੈਂ ਲਾਹੌਰੀਆ। ਮੈਂ ਕਈ ਜਾ ਕਹਿਣ ਨਾਲ ਤਾਂ ਨਹੀਂ ਗੱਲ ਬਣਦੀ। ਮੇਰੇ ਉਸਤਾਦ ਜੀ ਕਹਿ ਰਹੇ ਨੇ ਨਹੀਂ ਹੈਗਾ। ਮੈਂ ਕੌਣ ਆ ਫਿਰ? ਮੈਨੂੰ ਇਹ ਤੇ ਦੱਸ ਦਿਓ, ਬੋਲਾ ਕੀ ਜਾਣਾ ਮੈਂ ਕੌਣ? ਉਹ ਵੇ ਨਾ, ਇਹ ਜਿਹੜੇ ਨੇ ਲਾਹੌਰੀਆਂ ਦੀ ਖਾਸ ਆਦਤਾਂ ਨੇ। ਅੱਛਾ, ਕੀ ਨੇ ਦੱਸਣਾ ਜ਼ਰਾ? ਅੱਛਾ, ਉਹ ਇੱਕ ਤੇ ਮੈਂ ਤੈਨੂੰ ਨਹਾਣਾ, ਲਾਹੌਰੀ ਨਹਾਣਾ ਹੋ ਗਿਆ ਹੈ, ਖਾਲੀ ਸਿਰ ਤੋਂ ਹੁੰਦੇ ਨੇ, ਸਿਰ ਨੂੰ ਕਰਕੇ। ਦੂਜਾ ਗੰਦੀਆਂ ਹੱਥਾਂ ਦੱਸ ਰਹੇ ਹੋ, ਕੋਈ ਚੰਗੀਆਂ ਹੱਥਾਂ ਦੱਸੋ ਸਾਨੂੰ। ਮੰਜੀ, ਅੱਧੇ ਮੰਜੀ ਦੇ ਉੱਤੇ ਸੌਂਦੇ ਨੇ, ਜੇ ਮੰਜੀ ਦੇ ਥੱਲੇ ਸੌਂਦੇ ਨੇ। ਅੱਛਾ ਜੀ। ਅੱਛਾ, ਮਹਿਮਾਨ ਆ ਜਾ ਘਰੋਂ ਬਾਹਰੋਂ, ਤੇ ਜੇ ਵੇਖਦੇ ਨੇ ਅੰਦਰ ਭਰਿਆ ਪਿਆ, ਤੇ ਉਹ ਮੁੰਡੇ ਨੂੰ ਆਂਦੇ ਜਾ ਪਾਪਾ ਘਰ ਕੋਈ ਨਹੀਂ ਹੈ। ਇਹ ਆਦਤਾਂ ਸਾਡੇ 'ਚ ਹੈਗੀਆਂ ਨੇ, ਅਸੀਂ ਇਹਦਾ ਮਤਲਬ ਲਾਹੌਰੀਆਂ। ਹੋਰ ਇਹ ਪਾਪਾ ਘਰ ਕੋਈ ਨਹੀਂ ਜੇ। ਚੰਗੀਆਂ ਆਦਤਾਂ ਦੱਸ ਦਿਓ ਕੋਈ ਸਾਡੀਆਂ। ਅਦਰਵਾਈਜ਼ ਅੱਛੇ ਨੇ, ਮੁਹੱਲੇ ਵਿੱਚ ਹੁੰਦੇ ਨਾ, ਇੱਕ ਦੂਜੇ ਦੀ ਕੋਆਪਰੇਸ਼ਨ ਕਰਦੇ ਸਨ, ਇੱਕ ਦੂਜੇ ਨਾਲ ਕੋਆਪਰੇਟਿਵ ਕਰਦੇ ਸੀ। ਠੀਕ ਹੈ। ਕਿਸੇ ਦੀ ਬੇਟੀ ਦੀ ਸ਼ਾਦੀ ਸਾਰੇ ਸਾਂਝੇ ਹੋ ਜਾਂਦੇ ਹਨ, ਮਰਨ ਵਿੱਚ ਵੀ ਸਾਰੇ ਸਾਂਝੇ ਹੋ ਜਾਂਦੇ ਹਨ। ਲੇਕਿਨ ਇਹ ਵੇ ਕਿ ਬਹਰਾਲ ਹੁਣ ਅੱਗੇ ਨਾਲ ਫਰਕ ਹੋ ਗਿਆ, ਅੱਗੇ ਨਾਲ ਬੜਾ ਫਰਕ। ਹੁਣ ਤੇ ਅਸੀਂ ਅਜੀਬੋ ਗਰੀਬ ਹੋ ਗਏ ਹਾਂ। ਕੁਝ ਕਹਿਣਾ ਚਾਹੋਗੇ ਮੇਰੇ ਸੁਣਨ ਵਾਲਿਆਂ ਨੂੰ? ਲਾਹੌਰ ਇੱਕ ਐਸਾ ਸ਼ਹਿਰ ਹੈ ਜਿਹੜਾ ਸਾਰੀ ਦੁਨੀਆ ਵਿੱਚ ਪਾਕਿਸਤਾਨ ਦੀ ਪਹਿਚਾਣ ਹੈ, ਅਤੇ ਜੇ ਤੁਸੀਂ ਲਾਹੌਰ ਨੂੰ ਭੈੜਾ ਕਹਿਣਾ ਸ਼ੁਰੂ ਕਰ ਦਿਓਗੇ ਤੇ ਲਾਹੌਰ ਜਿਹੜਾ ਤੁਹਾਨੂੰ ਕਦੋਂ ਓਨ ਕਰੇਗਾ ਨਾ। ਇਸ ਲਈ ਬਿਹਤਰ ਜਿੰਨਾ ਵੀ ਘਰ ਭੈੜਾ ਹੋਵੇ, ਉਹ ਘਰ ਹੀ ਆਪਣਾ ਹੁੰਦਾ ਨਾ। ਉਹ ਇਹ ਕਿ ਲੋਕ ਬੜੇ ਅੱਛੇ ਨੇ, ਬੜੇ ਮਹਿਮਾਨ ਨਵਾਜ਼ ਸਨ, ਸਾਰਾ ਕੁਝ ਸੀ। ਇਹ ਸਾਰੇ ਬਹਿ ਕੇ ਉੱਥੇ ਮਸਜਿਦ ਵਜ਼ੀਰ ਖਾਨ ਦੇ ਸਾਹਮਣੇ ਉੱਥੇ ਬਹਿ ਕੇ ਹੀਰਾਂ ਪੜ੍ਹਦੇ ਹੁੰਦੇ ਸਨ, ਸ਼ਾਇਰੀ ਕਰਦੇ ਹੁੰਦੇ ਸਨ, ਸਾਰੇ ਇਹ ਕਰਦੇ ਸੀ। ਮੈਂ ਇੱਕ ਵਾਰੀ ਲੈਕਚਰ ਦਿੱਤਾ ਸੀ ਇੱਥੇ ਰੰਡੀਅਲ ਕਾਲਜ, ਥੜਿਆਂ ਦੀ ਸ਼ਾਇਰੀ। ਉਹ ਫਿਰ ਮੈਂ ਇੱਥੇ ਤੁਹਾਡੇ ਮੁਹੱਲਿਆਂ ਜੋ ਜਿੱਥੇ ਥੜੇ ਸਨ, ਉਹ ਸਾਰੇ ਇਕੱਠੇ ਕਰਕੇ ਖਬਰਾਂ ਖੜੀਆਂ। ਅਤੇ ਇਹ ਲੋਕ ਰਾਤ ਨੂੰ TV ਕੋਈ ਨਹੀਂ ਸੀ, ਉਹ ਕੋਈ ਨਹੀਂ। TV ਜਦੋਂ ਦਾ ਆਇਆ, ਨਾ ਮਾਂ ਰਹੀ ਹੈ ਨਾ ਪਿਓ ਰਿਹਾ। ਹੁਣ ਤਾਂ ਸਾਰੇ ਆਪਣੇ ਧਿਆਨੇ ਲੱਗੇ ਨੇ। ਉਸ ਤੋਂ ਬਾਅਦ ਨਾ ਪਿਓ ਰਿਹਾ। ਅੱਛਾ, ਮੈਂ ਤੁਸੀਂ ਗੱਲ ਹੁਣ ਆ ਗਿਆ, ਇਹ ਆ ਗਿਆ ਤੁਹਾਡਾ
ਮੋਬਾਈਲ ਤੇ ਫਿਰ ਕੋਈ ਵੀ ਨਹੀਂ ਰਹਿ ਗਿਆ, ਸਾਰਾ ਕੁਝ ਹੀ ਖਤਮ ਹੋ ਗਿਆ ਆ ਵੀ ਸਰ। ਮੁੱਕ ਗਿਆ ਤੇ ਸੀ ਤੇ ਉਹ ਵੀ ਮੁੱਕ ਗਿਆ ਸਰ ਜਾਂਦੇ ਜਾਂਦੇ ਕਹਿ ਦਿਓ ਨਾ ਤੂੰ ਲਾਹੌਰੀਆਂ ਹੈ। ਮੈਨੂੰ ਕਹਿ ਦਿਓ, ਮੈਨੂੰ ਸਨਦ ਦੇ ਦਿਓ ਕਿ ਤੂੰ ਲਾਹੌਰੀਆਂ, ਤੁਹਾਡੇ ਕੋਲ ਸਨਦ ਚਾਹੀਦੀ ਹੈ। ਇਹ ਵੇ ਕਿ ਲਾਹੌਰ ਦੇ ਉੱਤੇ ਅਜੇ ਕੰਮ ਕਰਨ ਦੀ ਬੜੀ ਜ਼ਰੂਰਤ ਹੈ। ਮੈਨੂੰ ਕਹੋ ਨਾ ਕਿ ਤੂੰ ਲਾਹੌਰੀਆਂ। ਤੂੰ ਲਾਹੌਰੀਆ ਬਣ ਤੇ ਇੰਜ ਕਰ, ਜਿਹੜੇ ਅੰਦਰ ਦੇ ਕਲਚਰ ਛੁਪੇ ਬੈਠੇ ਨੇ ਨਾ, ਇੱਥੇ ਅਜੇ ਬੰਦੇ ਹਨ। ਆਹੋ ਉਹ ਮੈਂ ਉੱਥੇ ਗਿਆ ਸੀ ਨਾ, ਉਹ ਪਾਰਟੀ, ਹਾਂ। ਉਹ ਬਾਬੇ ਮੈਨੂੰ ਲਿਆ ਸੀ, ਇੱਕ ਬਾਬੇ ਨੇ ਮੈਨੂੰ ਪਾਣੀ ਵਾਲੇ ਤਲਾਅ ਤੋਂ ਲੱਗ ਕੇ ਨਾ ਤੇ ਲੁਹਾਰੀ ਦੇ ਬਾਹਰ ਲਿਆਂਦਾ ਸੀ। ਅੱਛਾ। ਰਾਹ 'ਚੋਂ ਸਾਰੀ ਤਾਰੀਖ ਮੈਨੂੰ ਦੱਸਦਾ ਹੋਇਆ ਸੀ, ਉਹ ਮੈਂ ਲਿਖ ਲਈ ਹੈ। ਠੀਕ ਹੈ। ਤੇ ਉੱਥੇ ਬਹੁਤ ਬੰਦੇ ਨੇ ਅਜੇ ਵੀ ਹਨ ਉਸ ਮਹੱਲੇ 'ਚ। ਤੇ ਮੈਂ ਤਾਰੀਖ ਨੂੰ ਦੁਬਾਰਾ ਫੜਾਂ। ਇਹਨੂੰ ਜ਼ਿੰਦਾ ਕਰੋ, ਇਹਨਾਂ ਲੋਕਾਂ ਨੂੰ ਪਤਾ ਲੱਗੇ ਅਸੀਂ ਕੀ ਸ਼ੈ ਵਾਂ ਤੇ ਸਾਡਾ ਕਲਚਰ ਕੀ, ਅਸੀਂ ਕਿੱਥੇ ਰਹਿੰਦੇ ਹਾਂ, ਕੀ ਠੀਕ ਹੈ, ਕਰਦੇ ਹੁਣ ਤੁਸੀਂ ਕਹਿ ਸਨਦ ਦੇ ਦਿਓ ਕਿ ਤੂੰ ਲਾਹੌਰੀਆਂ ਪੱਕਾ। ਹਾਂ। ਧੱਕੇ ਨਾਲ ਲੈ ਲਈਏ ਤੇ ਦੇ ਦਿੰਦੇ ਹਾਂ। ਦੇ ਦਿਓ, ਧੱਕੇ ਨਾਲ ਲੈਣੀ ਹੈ। ਦਿਓ ਸਨਦ ਮੈਨੂੰ। ਉਹ ਬਸ ਉਹ ਹੋ ਜਾਂਦਾ ਬੰਦਾ ਨਾ, ਕੀ ਹੈ, ਇੱਥੇ ਜੰਮਿਆ ਇੱਥੇ ਪਲਿਆ, ਆਓ ਇੱਥੇ ਜੰਮੇ ਇੱਥੇ ਪਲਿਆ। ਲੇਕਿਨ ਆਦਤਾਂ ਨਹੀਂ ਨਾ ਉਹ ਬਣਦੀਆਂ ਜਿਹੜੀਆਂ ਲਾਹੌਰੀਆਂ ਦੀਆਂ। ਅੱਛਾ, ਹਾਂ ਇਹ ਮੇਰੀ ਆਦਤਾਂ ਚੰਗੀਆਂ ਨੇ। ਉਹ ਚਲੋ ਠੀਕ ਹੈ, ਅੱਛੀਆਂ ਹੀ ਹੋਣੀਆਂ। ਫਿਰ ਇੱਥੇ ਇਹ ਜਿਹੜੇ ਬੈਠੇ ਹੁੰਦੇ ਹਨ, ਹੋਰ ਉਹ ਨਹੀਂ ਵੇਖੇ ਤੂੰ ਕਿਹੜੇ? ਬਾਗ ਵਿੱਚ ਠੇਵੇ ਵੇਚਣ ਵਾਲੇ ਹੋਰ ਸਾਰੇ ਆਠੇ ਵੇਚਣ ਵਾਲੇ ਨਜੂਮੀ ਬੈਠੇ ਹੁੰਦੇ ਸੀ। ਖਤਮ ਕਰ ਦਈਏ ਸ਼ੋ, ਹੈਂ? ਖਤਮ ਕਰੀਏ। अल्लाह अकबर, शुक्र अल्लाह कर। खत्म करिए। हाँ, अल्लाह मैंने ताला कोशिश की कि मैं अंजुम रहमानी साहब के साथ जो नशिस्त है इसको यूज़फुल बना सकूं, आपके लिए इन्फॉर्मेशन इकट्ठी कर सकूं, आपको बता सकूं, बहुत सारी इन्फॉर्मेशन हम आपको लेके दे सकें। सन ऑफ द सॉइल ढूंढने की कोशिश करते रहे, हम बात करते रहे कि सन ऑफ द सॉइल कौन है, लाहौर के हीरोज़ कौन है। आजकल लाहौर के हीरोज़ असी है, क्या दे तू है लाहौर दा हीरो। ए हीरो। मेरे उस्ताद हैं, मेरे मुझे इनसे बहुत मोहब्बत है। अल्लाह ताला इनको देखो ज़िंदगी ये इन तंदुरुस्ती दे। लोगों ने उसको अप्लाई किया जो पढ़ा था ना, तो ये लोग कम करते हैं ना। ये 3-4 इकट्ठे होते हुए ने, एक को बैठा है उधर बैठा है, हीरो कह दियो तुसी मैनू। वो हीरो हो गया ना, हीरो जीरो। हीरो। तो आपकी मेहरबानी है, आपने हमें बर्दाश्त किया, सुना। मैं कोशिश करता रहा कि मैं इन्फॉर्मेशन एक्सट्रैक्ट करूं, आपको दूं और उसको थोड़ा सा तरतीब में करके निकाल के दें। हम गेट्स के बारे में बात करते रहे। मैं उम्मीद करता हूं आपको आज का शो पसंद आया होगा। मेरी आपसे दरख्वास्त ये है कि मुस्बत बात को प्रमोट किया करें, मनफी बात को रद्द किया करें, हटा दिया करें, ब्लॉक कर दिया करें, अनसब्सक्राइब कर दिया करें, हमेशा और अच्छा पहले बिल्कुल लिखो, पीछे कर दिया करें। ये मनफी बात को, मस्बत बात को फैलाएं, मस्बत बात को सोचें। मस्बत बात आपको सोच देती है, आपको अच्छी सिमत देती है, तो वो सिमत आपको बेहतरीन मुआशरा बनाने में मदद करती है। तो अपना ख्याल रखें, हमें ज़्यादा इंशाल्लाह फिर मुलाकात होगी। अल्लाह हाफ़िज़। पाकिस्तान हमेशा जिंदाबाद।